अपना सकत कर सिफत तुम्हारी। आप लिहो तुम कथा सुधारी। जी का खालसा वाहिगुरु जी की फतेह। आखो सतनाम श्री। देव ऋषि नारद मुनि जी अकाल पुरख वाहिगुरु ਦੇ ਸਭ ਤੋਂ ਪਹਿਲੇ ਭਗਤ ਨਾਰਦ ਮੁਨੀ ਹੋਏ ਨੇ। ਤਾਂ ਹੀ ਗੁਰਬਾਣੀ ਵਿੱਚ ਆਉਂਦਾ ਭਗਤ ਨਾਰਦੀ ਹਿਰਦੈ ਨਾ ਆਈ। ਕਹਿੰਦੇ ਨਾ ਜਿਹੜੀ ਭਗਤੀ ਹੈ ਨਾ ਇਹ ਨਾਰਦ ਮੁਨੀ ਤੋਂ ਸ਼ੁਰੂ ਹੋਈ ਹੈ। ਨਾਰਦ ਮੁਨੀ ਨੇ ਭਗਤੀ ਦੇ ਸੂਤਰ ਲਿਖੇ ਹਨ। ਉਸ ਗ੍ਰੰਥ ਦਾ ਨਾਮ ਹੀ ਭਗਤੀ ਸੂਤਰ ਹੈ। ਭਗਤੀ ਦੇ ਫਾਰਮੂਲੇ ਲਿਖੇ। ਸਭ ਤੋਂ ਪਹਿਲਾ ਗ੍ਰੰਥ ਉਹ ਮੰਨਿਆ ਜਾਂਦਾ ਭਗਤੀ ਦੇ ਪ੍ਰਕਰਨ ਵਿੱਚ। ਪਰਮੇਸ਼ਰ ਦਾ ਭਗਤ ਨਾਰਦ ਮੁਨੀ ਉਹ ਗੁਪਤ ਸ਼ਕਤੀ ਹੈ, ਅਮਰ ਹੈ, ਨਾ ਉਹ ਜੰਮਣ ਵਾਲਾ ਨਾ ਉਹ ਮਰਨ ਵਾਲਾ, ਸਦਾ ਹੀ ਹੁੰਦਾ। ਐਸੀਆਂ ਕੁਝ ਸ਼ਕਤੀਆਂ ਨੇ ਜਿਹੜੀਆਂ ਕਦੀ ਖਤਮ ਨਹੀਂ ਹੁੰਦੀਆਂ। ਸਰੀਰ ਤੋਂ ਪਰੇ ਹਨ ਉਹ। ਆਪਾਂ ਸਰੀਰ ਨਾਲ ਦੇਖਦੇ ਹਾਂ, ਸਾਰਾ ਕੁਝ ਸਰੀਰ ਵਿੱਚ ਨਹੀਂ ਹੈ ਖਾਲਸਾ ਜੀ। ਸਰੀਰ ਤੋਂ ਪਰੇ ਵੀ ਬਹੁਤ ਕੁਝ ਹੈ। ਦੇਵ ਰਿਸ਼ੀ ਨਾਰਦ ਮੁਨੀ ਜੀ ਗੁਰੂ ਸਾਹਿਬ ਨੂੰ ਭੇਟਾ ਦੇਣ ਵਾਸਤੇ ਅਨਲ ਪੰਛੀ ਦੇ ਪਰ ਲੈ ਕੇ ਆਇਆ। ਅਨਲ ਪੰਛੀ ਇੱਕ ਐਸਾ ਪੰਛੀ ਹੈ ਜਿਹੜਾ ਅਸਮਾਨ ਵਿੱਚ ਰਹਿੰਦਾ ਹੈ। ਕਹਿੰਦੇ ਉੱਤੇ ਹੀ ਆਂਡਾ ਦਿੰਦਾ ਹੈ। ਦਸਵੇਂ ਪਾਤਸ਼ਾਹ ਆਪਣੀ ਬਾਣੀ ਵਿੱਚ ਉਹਦਾ 2 ਵਾਰੀ ਜ਼ਿਕਰ ਕੀਤਾ। ਅਕਾਲ ਉਸਤਤ ਵਿੱਚ ਵੀ ਕੀਤਾ ਤੇ ਜ਼ਫਰਨਾਮੇ ਵਿੱਚ ਵੀ ਕੀਤਾ। ਫਾਰਸੀ 'ਚ ਉਹਨੂੰ ਹੁਮਾ ਕਹਿੰਦੇ ਨੇ, ਭਾਰਤ ਦੀਆਂ ਬੋਲੀਆਂ 'ਚ ਉਹਨੂੰ ਅਨਲ ਪੰਛੀ ਕਹਿੰਦੇ ਨੇ। ਉਹ ਕਹਿੰਦੇ ਉੱਪਰ ਹੀ ਆਂਡਾ ਦਿੰਦਾ। ਉਹਦਾ ਆਂਡਾ ਧਰਤੀ ਵੱਲ ਆਉਂਦਿਆਂ ਆਉਂਦਿਆਂ ਫੁੱਟ ਜਾਂਦਾ। ਉਹਦੇ ਵਿੱਚੋਂ ਬੱਚਾ ਨਿਕਲ ਕੇ ਉੱਡ ਕੇ ਫਿਰ ਉਹਦੇ ਕੋਲ ਹੀ ਚਲਾ ਜਾਂਦਾ। ਉਹਦੇ ਜਿਹੜੇ ਪਰ ਹਨ, ਪੰਛੀ ਦੇ ਖੰਭ ਹਨ, ਉਹ ਜਿਹੜੀ ਵੀ ਚੀਜ਼ ਨੂੰ ਲੱਗ ਜਾਣ ਉਹ ਚੀਜ਼ ਉੱਡ ਕੇ ਉੱਥੇ ਚਲੀ ਜਾਂਦੀ ਹੈ ਜਿੱਥੇ ਅਨਲ ਪੰਛੀ ਰਹਿੰਦਾ ਹੈ। ਉਸ ਅਨਲ ਪੰਛੀ ਦੇ ਖੰਭ ਲੈ ਕੇ ਨਾਰਦ ਮੁਨੀ ਜੀ ਮੱਥਾ ਟੇਕਣ ਆਏ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਆ ਕੇ ਨਾਰਦ ਮੁਨੀ ਜੀ ਨੇ ਭੇਟਾ ਰੱਖੀ ਆ ਖੰਭਾਂ ਦੀ ਤੇ ਮੱਥਾ ਟੇਕਿਆ ਕਲਗੀਧਰ ਜੀ ਦੇ ਚਰਨਾਂ ਵਿੱਚ। ਦਸਵੇਂ ਪਾਤਸ਼ਾਹ ਹਜੂਰ ਦੇ ਦਰਸ਼ਨ ਕਰਕੇ ਨਮਸਕਾਰ ਕਰਕੇ ਮੱਥਾ ਟੇਕ ਕੇ ਨਾਰਦ ਮੁਨੀ ਜੀ ਬੈਠ ਗਏ ਹਨ। ਮੇਰੇ ਸਤਿਗੁਰਾਂ ਦਾ ਰੂਪ ਹੀ ਬੜਾ ਸੁੰਦਰ ਹੈ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਸੁੰਦਰਤਾ ਦੀ ਖਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਐਨੇ ਸੋਹਣੇ ਮਹਾਰਾਜ ਨਾਰਦ ਮੁਨੀ ਦੇਖੀ ਗਿਆ, ਦੇਖੀ ਗਿਆ, ਦੇਖੀ ਗਿਆ। ਕਹਿੰਦੇ ਦੇਖ ਦੇਖ ਕੇ ਰੱਜਦਾ ਹੀ ਨਹੀਂ। ਮਹਾਰਾਜ ਨੇ ਆਖਿਆ ਆਓ ਦੇਵ ਰਿਸ਼ੀ ਜੀ ਸਾਡੇ ਕੋਲ ਬੈਠ ਜਾਓ। ਨਾਰਦ ਮੁਨੀ ਜੀ ਨੂੰ ਆਪਣੇ ਕੋਲ ਬਿਠਾਇਆ ਸਤਿਗੁਰਾਂ ਨੇ ਬੜੇ ਸਤਿਕਾਰ ਦੇ ਨਾਲ। ਸ਼੍ਰੀ ਬਦਨ ਅਲਾਇਓ ਤੇ ਮੁਸਕਰਾ ਕੇ ਖੁਸ਼ ਹੋ ਕੇ ਕਲਗੀਧਰ ਪਾਤਸ਼ਾਹ ਨਾਰਦ ਮੁਨੀ ਜੀ ਨੂੰ ਕਹਿੰਦੇ ਹਨ, ਪੰਖ ਆਨਵੇ ਹੇਤ ਕਸਾਲਾ। ਹੇ ਮਹਾਂਪੁਰਸ਼ੋ, ਤੁਸੀਂ ਇਹ ਖੰਭ ਲਿਆਉਣ ਦੀ ਖੇਚਲ ਕਿਉਂ ਕੀਤੀ ਹੈ? ਤੁਹਾਡੀ ਤਾਂ ਦਰਸ਼ਨਾਂ ਦੀ ਭੇਟਾ ਬੜੀ ਹੈ। ਤੁਸੀਂ ਸਾਡੇ ਲਈ ਇਹ ਭੇਟਾ ਕਿਉਂ ਲਿਆਉਣ ਦੀ ਖੇਚਲ ਕੀਤੀ ਹੈ? ਦੇਵ ਆਪ ਤੁਮ ਝਾਲਾ। ਇਹ ਦੇਵ ਰਿਸ਼ੀ ਤੁਸੀਂ ਐਡਾ ਕਸ਼ਟ ਕਿਉਂ ਕੀਤਾ ਹੈ? ਤੁਮਰੋ ਦਰਸ਼ਨ ਹੈ ਬਹੁ ਪਾਵਨ। ਇਹ ਦੇਵ ਰਿਸ਼ੀ ਨਾਰਦ ਮੁਨੀ ਜੀ ਤੁਹਾਡੇ ਤਾਂ ਦਰਸ਼ਨ ਹੀ ਬੜੇ ਪਵਿੱਤਰ ਹਨ, ਕਿਉਂਕਿ ਤੁਸੀਂ ਹਰ ਵੇਲੇ ਪਰਮੇਸ਼ਰ ਦੀ ਭਗਤੀ ਕਰਦੇ ਹੋ। ਕੀ ਭਗਤੀ ਕਰਦੇ ਨੇ? ਨਾਰਾਇਣ 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 ਨਾਰਾਇਣ, ਭਜ ਮਨ ਨਾਰਾਇਣ। ਇਹ ਜਾਪ ਹੈ। ਤੇ ਜਿਨ੍ਹਾਂ ਨੂੰ ਵੀ ਉਪਦੇਸ਼ ਦਿੰਦੇ ਭਗਤੀ ਦਾ ਹੀ ਉਪਦੇਸ਼ ਦਿੰਦੇ ਆ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਲਿਖਿਆ ਹੈ ਕਿ ਧਰੂ ਜੀ ਨੂੰ ਭਗਤ ਨਾਰਦ ਮੁਨੀ ਨੇ ਉਪਦੇਸ਼ ਦਿੱਤਾ ਸੀ। ਕੀ ਕਿਹਾ ਸੀ? ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ। ਨਾਰਦ ਮੁਨੀ ਨੇ ਕਿਹਾ ਸੀ ਪੁੱਤਰ 5 ਸਾਲ ਦੇ ਬੱਚੇ ਨੂੰ ਵੀ ਤੂੰ ਨਾਮ ਜਪ ਆ ਗੁਰੂ ਮੰਤਰ ਲੈ ਲੈ। ਸੋ ਸਾਧ ਸੰਗਤ ਜੀ ਜਿਹੜਾ ਧਰੂ ਭਗਤ ਦਾ ਵੀ ਗੁਰੂ ਹੈ ਉਹ ਕੌਣ ਹੈ ਭਲਾ? ਨਾਰਦ ਮੁਨੀ। ਨਾਰਦ ਮੁਨੀ ਤੋਂ ਹੀ ਧਰੂ ਭਗਤੀ ਕਰਨ ਲੱਗਾ। ਸਾਰੇ ਭਗਤਾਂ ਚੋਂ ਪਹਿਲਾ ਭਗਤ ਜਿਹੜਾ ਭਾਈ ਗੁਰਦਾਸ ਜੀ ਨੇ ਧਰੂ ਨੂੰ ਲਿਖਿਆ। ਆਪਾਂ ਰੋਜ਼ ਪੜ੍ਹਦੇ ਹਾਂ ਗੁਰਬਾਣੀ ਵਿੱਚ, ਰਾਮ ਜਪੋ ਜੀ ਐਸੇ ਐਸੇ
ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਤੇ ਉਹ ਧਰੂ ਦਾ ਗੁਰੂ ਕੌਣ ਹੈ? ਨਾਰਦ ਮੁਨੀ। ਨਾਰਦ ਮੁਨੀ ਮਹਾਰਾਜ ਕਹਿੰਦੇ ਜੀ ਤੁਸੀਂ ਆ ਗਏ ਨਾ, ਇੰਨਾ ਹੀ ਬੜਾ ਸੀਗਾ, ਸਾਨੂੰ ਹੋਰ ਭੇਟਾ ਲਿਆ ਕੇ ਤੁਹਾਨੂੰ ਦੇਣ ਦੀ ਲੋੜ ਨਹੀਂ ਸੀ ਤੁਹਾਨੂੰ। ਕਰੋ ਕਿਰਪਾ ਜਬ ਕਰੋ ਦਿਖਾਵਨ। ਤੁਸੀਂ ਜਦੋਂ ਕਿਰਪਾ ਕਰਦੇ ਹੋ ਉਦੋਂ ਦਰਸ਼ਨ ਦਿੰਦੇ ਹੋ। ਤੁਹਾਡੇ ਵਰਗੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਗੁਰਬਾਣੀ ਵਿੱਚ ਸਭ ਤੋਂ ਵੱਡੀ ਸਾਧ ਸੰਗਤ ਜੀ, ਸੰਤਾਂ ਮਹਾਂਪੁਰਸ਼ਾਂ ਰੱਬ ਦੇ ਪਿਆਰਿਆਂ ਦੇ ਦਰਸ਼ਨਾਂ ਦੀ ਮਹਿਮਾ ਹੈ। ਜਬ ਤੇ ਦਰਸ਼ਨ ਭੇਟੇ ਸਾਧੂ ਭਲੇ ਦਿਨ ਸੀ ਹੋਏ ਆਏ। ਜਿਸ ਦਿਨ ਸਾਨੂੰ ਗੁਰੂ ਦਾ ਪਿਆਰਾ ਪਰਮੇਸ਼ਰ ਦਾ ਨਾਮ ਜਪਣ ਵਾਲਾ ਬ੍ਰਹਮ ਗਿਆਨੀ ਸਾਧੂ ਮਿਲ ਜਾਵੇ, ਸਮਝੋ ਦਿਨ ਚੰਗੇ ਆ ਗਏ। ਰੋਜ਼ ਅਰਦਾਸ ਕਰਦੇ ਹਾਂ, ਸਹੀ ਗੁਰਮੁਖ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ। ਤੇ ਮਹਾਰਾਜ ਕਹਿੰਦੇ ਨਾਰਦ ਮੁਨੀ ਜੀ ਤੁਹਾਡੇ ਦਰਸ਼ਨ ਹੀ ਭੇਟਾ ਹਨ। ਪਰਉਪਕਾਰ ਹੇਤ ਧਰ ਫਿਰੋ। ਤੁਸੀਂ ਪਰਉਪਕਾਰ ਵਾਸਤੇ ਧਰਤੀ ਤੇ ਵਿਚਰਦੇ ਹੋ, ਨਾਮ ਜਪਦੇ ਹੋ ਤੇ ਜਪਾਉਂਦੇ ਹੋ। ਸੁਰ ਮੁਨ ਜਨ ਕੋ ਪਾਵਨ ਕਰੋ। ਦੇਵਤਿਆਂ ਨੂੰ ਵੀ, ਮੁਨੀਆਂ ਨੂੰ ਵੀ, ਰਿਸ਼ੀਆਂ ਨੂੰ ਵੀ, ਸੰਤਾਂ ਨੂੰ ਵੀ ਤੁਸੀਂ ਨਿਹਾਲ ਕਰ ਦਿੰਦੇ ਹੋ, ਪਵਿੱਤਰ ਕਰ ਦਿੰਦੇ ਹੋ ਆਪਣੇ ਦਰਸ਼ਨ ਦੇ ਕੇ। ਸੁਨ ਮੁਨ ਨਾਰਦ ਪਰਮ ਵਿਸ਼ਾਰਦ। ਨਾਰਦ ਮੁਨੀ ਜੀ ਇਹ ਬਚਨ ਸੁਣ ਕੇ ਉੱਤਰ ਹੇਤ ਬਖਾਨੀ ਸਾਰਦ। ਉਸਨੇ ਮਹਾਰਾਜ ਨੂੰ ਉੱਤਰ ਦਿੱਤਾ, ਇਸ ਤਰ੍ਹਾਂ ਬੋਲੇ, ਸ੍ਰੀ ਅਸਕੇਤ ਪੁੱਤਰ ਪ੍ਰਿਯ ਪਰਮ। ਆਖੋ ਸਤਨਾਮ ਸ੍ਰੀ। ਵਾਹਿਗੁਰੂ। ਨਾਰਦ ਮੁਨੀ ਜੀ ਜੋ ਕਹਿਣ ਲੱਗੇ ਆ ਨਾ ਸਾਧ ਸੰਗਤ ਜੀ, ਇੱਥੋਂ ਸਮਝ ਆਏਗਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹਸਤੀ ਕਿੰਨੀ ਵੱਡੀ ਹੈ। ਜਦੋਂ ਦੇਵਤਿਆਂ ਦਾ ਮੁਨੀ ਕਹਿ ਰਿਹਾ ਹੈ, ਰੱਬ ਦਾ ਸਭ ਤੋਂ ਪਹਿਲਾ ਭਗਤ ਕਹਿ ਰਿਹਾ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਸੀਂ ਉਸ ਅਕਾਲ ਪੁਰਖ ਦੇ ਪੁੱਤਰ ਹੋ। ਕਿਉਂਕਿ ਅਕਾਲ ਪੁਰਖ ਨੇ ਆਖਿਆ ਸੀ, ਮੈਂ ਆਪਣਾ ਸੁੱਤ ਤੋਏ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਤੁਸੀਂ ਅਕਾਲ ਪੁਰਖ ਦੇ ਪਰਮੇਸ਼ਰ ਦੇ ਅਸਕੇਤ ਦੇ ਪੁੱਤਰ ਹੋ। ਧਰਿਓ ਰੂਪ ਗੁਰੂ ਰਾਖਨ ਧਰਮ। ਮਹਾਰਾਜ ਤੁਸੀਂ ਧਰਤੀ ਦੇ ਉੱਤੇ ਧਰਮ ਰੱਖਣ ਵਾਸਤੇ ਗੁਰੂ ਰੂਪ ਧਾਰਨ ਕੀਤਾ ਹੈ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਵਾਸਤੇ, ਧਰਮ ਦੀ ਸਥਾਪਨਾ ਕਰਨ ਵਾਸਤੇ ਆਪ ਜੀ ਆਏ ਹੋ। ਤੀਨ ਤਾਪ ਖਾਪਨ ਸ਼ੁਭ ਦਰਸ਼ਨ। ਤੁਹਾਡੇ ਦਰਸ਼ਨ ਤਿੰਨਾਂ ਹੀ ਤਾਪਾਂ ਦਾ ਨਾਸ਼ ਕਰਨ ਵਾਲੇ ਹਨ। ਆਏ ਸੁਰਖ ਤੇ ਹਰਖਤ ਪਰਸਨ। ਤੁਹਾਡੇ ਦਰਸ਼ਨ ਕਰਨ ਲਈ ਮੈਂ ਸਵਰਗ ਲੋਕ ਤੋਂ ਆਇਆ ਹਾਂ। ਤੁਹਾਡੇ ਦਰਸ਼ਨਾਂ ਲਈ ਮਹਾਰਾਜ, ਤੁਹਾਡੇ ਦਰਸ਼ਨ ਦੁਰਲਭ ਹਨ। ਬੜੀ ਭਗਤੀ ਹੋਵੇ, ਬੜਾ ਜਪ ਤਪ ਹੋਵੇ ਤਾਂ ਕਲਗੀਧਰ ਜੀ ਤੁਹਾਡੇ ਦਰਸ਼ਨ ਹੁੰਦੇ ਹਨ। ਪਾਣ ਨਹਿ ਆਵਤ ਆਖੇ। ਮਹਾਰਾਜ ਖਾਲੀ ਹੱਥ ਕਿਵੇਂ ਆ ਜਾਂਦਾ? ਮਹਾਂਪੁਰਸ਼ਾਂ ਕੋਲ, ਗੁਰੂਆਂ ਕੋਲ, ਸੰਤਾਂ ਕੋਲ ਕਹਿੰਦੇ ਵੈਦ ਰਾਜ ਗੁਰ ਪੀਰ ਪੈ ਖਾਲੀ ਹੱਥ ਨਾ ਜਾਏ। ਡਾਕਟਰ ਕੋਲ ਜਾਣਾ ਹੋਵੇ, ਵੈਦ ਕੋਲ ਜਾਣਾ ਹੋਵੇ, ਗੁਰੂ ਕੋਲ ਜਾਣਾ ਹੋਵੇ, ਪੀਰ ਕੋਲ ਜਾਣਾ ਹੋਵੇ, ਕਹਿੰਦੇ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਕੁਛ ਨਾ ਕੁਛ ਭੇਟਾ। ਰਾਜੇ ਕੋਲ ਜਾਣਾ ਹੋਵੇ, ਕੁਛ ਨਾ ਕੁਛ ਲੈ ਕੇ ਜਾਓ, ਜਿੰਨੀ ਸਮਰੱਥਾ। ਜੇ ਕੁਛ ਵੀ ਨਹੀਂ ਤੇ ਇੱਕ ਦਾਤਣ ਹੀ ਤੋੜ ਕੇ ਰੱਖ ਦਿਓ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖਾ, ਇੱਕ ਕੌਡੀ, ਇੱਕ ਪੈਨੀ, ਇੱਕ ਪੈਸਾ ਹੀ ਮੱਥਾ ਟੇਕ ਦਿਓ, ਖਾਲੀ ਹੱਥ ਨਾ ਟੇਕ। ਮਹਾਰਾਜ ਮੈਂ ਤੁਹਾਡੇ ਚਰਨਾਂ 'ਚ ਖਾਲੀ ਹੱਥ ਕਿਵੇਂ ਆ ਜਾਂਦਾ? ਜਾਂ ਤੇ ਭੇਟ ਲਿਆਏ ਬੋ ਬਾਂਛੇ। ਇਸ ਕਰਕੇ ਮੇਰੇ ਮਨ ਵਿੱਚ ਸ਼ਰਧਾ ਬਣੀ ਕਿ ਗੁਰੂ ਸਾਹਿਬ ਦੇ ਲਈ ਕੋਈ ਦੁਰਲਭ ਚੀਜ਼ ਲੈ ਕੇ ਚੱਲਾਂ ਜਿਹੜੀ ਧਰਤੀ ਤੇ ਨਹੀਂ ਹੁੰਦੀ। ਇਹ ਅਨਲ ਪੰਛੀ ਦੇ ਪਰ ਹਨ ਮਹਾਰਾਜ, ਜਿਹੜੇ ਮੈਂ ਆਪ ਜੀ ਲਈ ਲੈ ਕੇ ਆਇਆ ਹਾਂ। ਹੋਰ ਵਿਚਾਰਿਓ ਜੋ ਹੋਏ ਪਿਆਰੀ। ਫਿਰ ਮੈਂ ਸੋਚਿਆ ਵੀ ਕੋਈ ਪਿਆਰੀ ਚੀਜ਼ ਲੈ ਕੇ ਚੱਲਾਂ ਜਿਹੜੀ ਗੁਰੂ ਸਾਹਿਬ ਦੇਖ ਕੇ ਖੁਸ਼ ਹੋਣ, ਬਖਸ਼ਿਸ਼ ਕਰਨ। ਐਸੀ ਵਸਤ ਲਿਓ ਕਰ ਧਾਰੀ। ਮੈਂ ਸੋਚ ਵਿਚਾਰ ਕੀਤੀ ਵੀ ਐਸੀ ਵਸਤੂ ਲੈ ਕੇ ਜਾਵਾਂ ਜਿਹੜੀ ਧਰਤੀ ਤੇ ਨਾ ਮਿਲਦੀ ਹੋਵੇ। ਕਰਨ ਜੰਗ ਅਭਿਆਸ ਵਡੇਰਾ। ਮੈਂ ਜਾਣਦਾ ਹਾਂ, ਮੈਨੂੰ ਪਤਾ ਹੈ ਤੁਸੀਂ ਯੋਧੇ ਹੋ, ਜੰਗ ਦੇ ਜੰਗੀ ਜਰਨੈਲ ਹੋ, ਤੁਹਾਨੂੰ ਸ਼ਸਤਰਾਂ ਨਾਲ ਬੜਾ ਪ੍ਰੇਮ ਹੈ, ਸ਼ਸਤਰ ਵਿਦਿਆ ਦੇ ਤੁਸੀਂ ਬੜੇ ਮਾਹਰ ਹੋ। ਹਿਰਦੇ ਵਿਚਾਰਨ ਕਰ ਮੈਂ ਹੇਰਾ। ਮੈਂ ਸੋਚਿਆ ਵੀ ਗੁਰੂ ਸਾਹਿਬ ਲਈ ਕੀ ਲੈ ਕੇ ਚੱਲਾਂ। ਜਾਂ ਤੇ ਸ਼ਸਤਰਨ ਕੀ ਬਹੁ ਚਾਹੂ। ਮਹਾਰਾਜ ਤੁਹਾਨੂੰ ਸ਼ਸਤਰਾਂ ਦਾ ਬੜਾ ਸ਼ੌਂਕ ਹੈ,
ਤੁਸੀਂ ਸ਼ਸਤਰਾਂ ਨਾਲ ਬੜਾ ਪ੍ਰੇਮ ਕਰਦੇ ਹੋ। ਤੁਹਾਡਾ ਤਾਂ ਹੁਕਮ ਹੈ, ਜਬ ਹਮਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰ ਸਜਾਵੋ ਕਮਰ ਕਸਾ ਕਰ ਦਿਓ ਦਿਖਾਈ ਹਮਰੀ ਖੁਸ਼ੀ ਹੋਏ ਅਧਿਕਾਈ। ਕਲਗੀਧਰ ਕਹਿੰਦੇ ਜਦੋਂ ਮੇਰੇ ਦਰਬਾਰ ਚ ਆਉਣਾ, ਸ਼ਸਤਰ ਸਜਾ ਕੇ ਆਉਣਾ, ਕਮਰ ਕਸਾ ਲਾ ਕੇ ਆਉਣਾ। ਜਦੋਂ ਕੋਈ ਸ਼ਸਤਰ ਬਸਤਰ ਲਾ ਕੇ ਕਮਰ ਕਸਾ ਲਾ ਕੇ ਆਵੇ, ਮੇਰਾ ਮਨ ਖੁਸ਼ ਹੋ ਜਾਂਦਾ। ਤੇ ਮਹਾਰਾਜ ਤੁਹਾਨੂੰ ਸ਼ਸਤਰਾਂ ਨਾਲ ਬੜਾ ਪ੍ਰੇਮ ਹੈ। ਵਿਦਿਆ ਚਾਪ ਅਦਕ ਸਭ ਮਾਹੂ। ਤੇ ਦੁਨੀਆ ਦੇ ਵਿੱਚ ਤੁਹਾਡੇ ਵਰਗਾ ਧਨੁਰਧਾਰੀ ਕੋਈ ਨਹੀਂ। ਤੁਹਾਡੇ ਵਰਗਾ ਤੀਰ ਅੰਦਾਜ਼ੀ ਦੇ ਵਿੱਚ ਸੰਸਾਰ ਦੇ ਵਿੱਚ ਕੋਈ ਵੀ ਨਹੀਂ ਹੈ ਮਹਾਰਾਜ ਜੀ। ਜਾਂ ਤੇ ਤੁਮਰੇ ਸਰਨ ਕਰਨ ਕੋ। ਤੁਹਾਡੇ ਤੀਰਾਂ ਨੂੰ ਲਾਣ ਵਾਸਤੇ ਇਹ ਖੰਭ ਲੈ ਕੇ ਆਇਆ ਮਹਾਰਾਜ ਮੈਂ ਆਨੇ ਸ਼ਬੀਨ ਪਰਨ ਕੋ। ਸਾਧ ਸੰਗਤ ਜੀ ਤੁਸੀਂ ਤੀਰ ਵੇਖੇ ਹੋਣੇ ਨੇ। ਤੀਰਾਂ ਦੇ ਪਿਛਲੇ ਪਾਸੇ ਬਾਗੜ ਹੁੰਦੀ ਹੈ। ਉਹ ਜਿਹੜੀ ਬਾਗੜ ਹੁੰਦੀ ਹੈ ਉਹ ਖੰਭਾਂ ਦੀ ਬਣੀ ਹੁੰਦੀ ਹੈ, ਪਰ ਲੱਗੇ ਹੁੰਦੇ ਪੰਛੀਆਂ ਦੇ। ਮਹਾਰਾਜ ਮੈਂ ਤੁਹਾਡੇ ਤੀਰਾਂ ਵਾਸਤੇ ਅਨਲ ਪੰਛੀ ਦੇ ਪਰ ਸਵਰਗਾਂ ਤੋਂ ਲੈ ਕੇ ਆਇਆ ਹਾਂ। ਆਪਣੇ ਬਾਣ ਸੰਗ ਲਗਵਾਇਓ। ਇਹਨਾਂ ਨੂੰ ਆਪਣੇ ਤੀਰਾਂ ਨਾਲ ਲਵਾ ਲਓ ਸੱਚੇ ਪਾਤਸ਼ਾਹ ਜੀ। ਹੋਰ ਚਾਂਪ ਮੈਂ ਸੰਤ ਚਲਾਇਓ। ਤੇ ਫੇਰ ਇਹਨੂੰ ਆਪਣੇ ਕਮਾਨ ਵਿੱਚ ਚਾੜ ਕੇ ਚਲਾ ਕੇ ਵੇਖੋ। ਫੇਰ ਉਹ ਬੇਗ ਹੋਏ ਹੈ ਐਸੇ। ਵੇਖਿਆ ਜੇ ਮਹਾਰਾਜ ਤੀਰਾਂ ਦੀ ਰਫ਼ਤਾਰ ਕਿੰਨੀ ਹੁੰਦੀ ਹੈ, ਸਪੀਡ ਕਿੰਨੀ ਜ਼ਿਆਦਾ ਵੱਧ ਜਾਂਦੀ ਤੀਰਾਂ ਦੀ। ਉੱਡ ਕਰ ਜਾਏ ਵੀ ਹੰਗਮ ਜੈਸੇ। ਮਹਾਰਾਜ ਏਦਾਂ ਉੱਡਣਗੇ ਜਿਵੇਂ ਪੰਛੀ ਉੱਡਦਾ ਹੈ, ਇੰਨੀ ਰਫ਼ਤਾਰ ਨਾਲ ਤੀਰ ਜਾਣਗੇ। ਚੇਤਕ ਹੋਤ ਰਹੇ ਅਵਤਾਰਾ। ਇਹ ਮਹਾਰਾਜ ਪਿਛਲੇ ਜ਼ਮਾਨੇ 'ਚ, ਪਿਛਲੇ ਯੁੱਗਾਂ ਵਿੱਚ ਜਿੰਨੇ ਵੀ ਪ੍ਰਭੂ ਦੇ ਅਵਤਾਰ ਹੋਏ ਨੇ, ਪਹੁੰਚ ਸਭਨ ਕੋ ਦਰਸ਼ਨਿਹਾਰਾ। ਮੈਂ ਸਾਰਿਆਂ ਦੇ ਕੋਲ ਜਾਂਦਾ ਰਿਹਾ। ਸ੍ਰੀ ਰਾਮਚੰਦਰ ਜੀ ਦਾ ਸਮਾਂ ਸੀ, ਮੈਂ ਉਹਨਾਂ ਦੇ ਦਰਸ਼ਨ ਕਰਨ ਆਇਆ ਸੀ। ਭਗਵਾਨ ਕ੍ਰਿਸ਼ਨ ਜੀ ਦਾ ਸਮਾਂ ਸੀ, ਮੈਂ ਉਹਨਾਂ ਦੇ ਦਰਸ਼ਨ ਕਰਨ ਆਇਆ ਸੀ। ਹੁਣ ਕਲਯੁਗ ਦੇ ਵਿੱਚ ਤੁਸੀਂ ਅਵਤਾਰ ਹੋ ਮਹਾਰਾਜ। ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ। ਤ੍ਰੇਤੈ ਤੈ ਮਾਣਿਓ ਰਾਮ ਰਘੁਬੰਸ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ। ਉਗਰ ਸੈਨ ਕੋ ਰਾਜ ਅਭੈ ਭਗਤਹਿ ਜਨ ਦੀਓ। ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ। ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦਿ ਪੁਰਖ ਫਰਮਾਇਓ। ਮਹਾਰਾਜ ਆਪ ਜੀ ਕਲਯੁਗ ਦੇ ਅਵਤਾਰ ਹੋ। ਆਪ ਜੀ ਦੇ ਦਰਸ਼ਨਾਂ ਲਈ ਮੈਂ ਇਹ ਭੇਟਾ ਲੈ ਕੇ ਆਇਆ ਹਾਂ। ਰਾਮਚੰਦ ਸ੍ਰੀ ਕ੍ਰਿਸ਼ਨ ਨਿਹਾਰੇ। ਮੈਂ ਸ੍ਰੀ ਰਾਮਚੰਦਰ ਜੀ ਦੇ ਵੀ ਦਰਸ਼ਨ ਕੀਤੇ, ਮੈਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦੇ ਵੀ ਦਰਸ਼ਨ ਕੀਤੇ ਹਨ। ਸੁੰਦਰ ਨਾਰੇ ਸਰੀਰ ਬਹੁਤ ਧਾਰੇ। ਉਹ ਵੀ ਬੜੇ ਸੁੰਦਰ ਸਰੂਪ ਵਾਲੇ ਸਨ। ਮਨੁੱਖੀ ਜਾਮੇ ਵਿੱਚ ਭਗਵਾਨ ਆਏ ਸਨ। ਅਵਰਾਵਰ ਕੋ ਰੂਪ ਛਬੀਲਾ। ਤੇ ਹੁਣ ਆਪ ਜੀ ਦਾ ਸੋਹਣਾ ਰੂਪ ਹੈ। ਇਸ ਵੇਲੇ ਕਲਯੁਗ 'ਚ ਤੁਸੀਂ ਅਵਤਾਰ ਹੋ। ਤ੍ਰੇਤੇ 'ਚ ਸ੍ਰੀ ਰਾਮਚੰਦਰ ਜੀ ਸਨ, ਦੁਆਪਰ 'ਚ ਭਗਵਾਨ ਕ੍ਰਿਸ਼ਨ ਜੀ ਸਨ, ਕਲਯੁਗ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਆਪ ਹੋ ਇਸ ਯੁੱਗ ਦੇ ਮਾਲਕ। ਕਰਤੇ ਰਹੋ ਮਾਨਵੀ ਲੀਲਾ। ਇਹ ਪਾਤਸ਼ਾਹ ਇਹ ਮਨੁੱਖੀ ਲੀਲਾ ਕਰ ਰਹੇ ਹੋ। ਆਪ ਮਨੁੱਖ ਨਹੀਂ ਹੋ, ਆਪ ਤਾਂ ਪਰਮੇਸ਼ਰ ਹੋ, ਪਰ ਮਨੁੱਖਾਂ ਦਾ ਉਧਾਰ ਕਰਨ ਲਈ ਮਨੁੱਖੀ ਜਾਮਾ ਧਾਰਨ ਕੀਤਾ ਹੈ। ਦੇਖਤ ਹੀ ਮਨ ਹੋਤ ਸਨੇਹੁ। ਤੁਹਾਡੇ ਤੇ ਦਰਸ਼ਨ ਕਰਦਿਆਂ ਹੀ ਮਨ 'ਚ ਪ੍ਰੇਮ ਜਾਗ ਪੈਂਦਾ ਹੈ। ਸਰਬ ਜੋਗ ਪ੍ਰਾਪਤ ਫਲ ਇਹੋ। ਮਹਾਰਾਜ ਤੁਹਾਡੇ ਦਰਸ਼ਨ ਕਰਕੇ ਸਾਰਾ ਕੁਝ ਹੀ ਮਿਲ ਜਾਂਦਾ ਹੈ। ਯੋਗ ਤੇ ਖੇਮ, ਜਿਹੜੀ ਚੀਜ਼ ਨਾ ਮਿਲਦੀ ਉਹ ਮਿਲ ਜਾਂਦੀ ਹੈ, ਜਿਹੜੀ ਮਿਲੀ ਹੋਵੇ ਉਹਦੀ ਰੱਖਿਆ ਹੁੰਦੀ ਹੈ। ਕਹੋ ਕਹਾ ਰਾਵਰ ਕੀ ਸ਼ੋਭਾ। ਇਹ ਕਲਗੀਧਰ ਬਾਦਸ਼ਾਹ ਮੈਂ ਆਪ ਜੀ ਦੀ ਕਿੰਨੀ ਕੁ ਵਡਿਆਈ ਕਰਾਂ। ਮਹਾਰਾਜ ਤੁਮਰੀ ਮਹਿਮਾ ਤੁਮੈ ਬਣਾਈ। ਤੂੰ ਕੋਈ ਤੁਹਾਡੀ ਮਹਿਮਾ ਕਰ ਨਹੀਂ ਸਕਦਾ। ਤੁਸੀਂ ਆਪਣੇ ਵਰਗੇ ਆਪ ਹੀ ਹੋ ਸਤਿਗੁਰੂ ਜੀ। ਦੁਸ਼ਮਨ ਭੀ ਦੇਖਤ ਮਨ ਲੋਭਾ। ਇਹ ਕਲਗੀਆਂ ਵਾਲੇ ਪਾਤਸ਼ਾਹ ਤੁਹਾਡਾ ਇੰਨਾ ਸੁੰਦਰ ਸਰੂਪ ਦੇਖ ਕੇ ਮੈਂ ਨਿਹਾਲ ਹੋ ਗਿਆ। ਤੁਹਾਡਾ ਤਾਂ ਕੋਈ ਦੁਸ਼ਮਣ ਵੀ ਦਰਸ਼ਨ ਕਰ ਲਵੇ, ਉਹ ਵੀ ਤੁਹਾਡਾ ਪ੍ਰੇਮੀ ਬਣ ਜਾਵੇ, ਉਹਦਾ ਵੀ ਮਨ ਮੋਹਿਆ ਜਾਵੇ। ਛੁੜ ਕੇ ਨਿਖੰਗ ਅੰਗ ਕੇ ਸੰਗਾ। ਆ ਮੇਰਾ ਸਤਿਗੁਰੂ ਕਿੰਨੇ ਸੋਹਣੇ ਰੂਪ ਵਾਲਾ ਹੈ। ਗਾਤਰੇ ਸੁਨਹਿਰੀ ਮੁੱਠੇ ਵਾਲੀ, ਹੀਰਿਆਂ ਜੜੇ ਮੁੱਠੇ ਵਾਲੀ ਤੇਗ ਪਸੋਭਾ ਪਾ ਰਹੀ ਹੈ। ਮੋਢੇ ਤੇ ਢਾਲ ਹੈ, ਤੀਰਾਂ ਦਾ ਪੱਥਾ ਹੈ। ਸੋਭਤ ਕਲਗੀ ਸੀਸ ਉਤੰਗਾ। ਔਰ ਕਲਗੀ ਮਹਾਰਾਜ 10ਵੇਂ ਪਾਤਸ਼ਾਹ ਦੇ ਸੀਸ ਤੇ ਸੋਭਾ ਪਾ ਰਹੀ ਹੈ। ਇੰਨੀ ਸੁੰਦਰ ਕਲਗੀ ਕਲਗੀਧਰ ਪਾਤਸ਼ਾਹ ਦੀ ਕਵਿਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਆਵਾਨ ਕੀ ਆਸ ਨਿਰਾਸ ਪਈ ਕਲਗੀਧਰ ਬਾਸ ਕੀਓ ਮਨ ਮਾਹੀ। ਹੁਣ ਹੋਰ ਕਿਸੇ ਦੀ ਆਸ ਨਹੀਂ, ਹੁਣ ਤੇ ਮੇਰੇ ਮਨ ਵਿੱਚ ਕਲਗੀ ਵਸ ਗਈ ਹੈ।
ਕਲਗੀਆਂ ਵਾਲੇ ਦੀ ਕਲਗੀ ਉਹ ਮੇਰੇ ਮਨ ਨੂੰ ਮੋਹ ਰਹੀ ਹੈ। ਦਰਸ਼ਨ ਤੇ ਮਿਹਦ ਅਨੰਦੰ। ਨਾਰਦ ਮੁਨੀ ਜੀ ਕਹਿੰਦੇ ਸੱਚੇ ਪਾਤਸ਼ਾਹ ਇਹ ਕਲਗੀ ਵਾਲਾ ਰੂਪ ਵੇਖ ਕੇ ਮੇਰਾ ਮਨ ਬਾਗੋ ਬਾਗ ਹੋ ਗਿਆ, ਰੋਮ ਰੋਮ ਖਿੜ ਗਿਆ ਮੇਰਾ। ਮੁਖ ਮੰਡਲ ਦੁੱਧ ਦਿਪਹਿ ਮਿਲੰਦੰ। ਆਪ ਜੀ ਦਾ ਸੁੰਦਰ ਮੁਖੜਾ ਜਿਹਦੀ ਸੋਭਾ ਕਹੀ ਨਹੀਂ ਜਾ ਸਕਦੀ। ਸੁੰਦਰ ਅਪਰ ਵਿਲੋਕਨ ਕੇਰੀ। ਮਹਾਰਾਜ ਆਪ ਜੀ ਦੀ ਸੁੰਦਰਤਾ ਵੇਖ ਕੇ ਨਹਿ ਬਾਂਚੇ ਰਹਿ ਤੁਮਕੋ ਹੇਰੀ। ਕੋਈ ਹੋਰ ਵੇਖਣ ਦੀ ਇੱਛਾ ਨਹੀਂ ਰਹਿੰਦੀ। ਉਹ ਜਿਹਨੇ ਕਲਗੀਆਂ ਵਾਲਾ ਵੇਖ ਲਿਆ ਉਹ ਦੂਜੇ ਵੱਲ ਕਿਉਂ ਵੇਖੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਤੁਹਾਡਾ ਰੂਪ ਵੇਖ ਕੇ, ਤੁਹਾਡੀ ਸੋਭਾ ਵੇਖ ਕੇ, ਤੁਹਾਡਾ ਜਲਾਲ ਵੇਖ ਕੇ ਹੋਰ ਕੁਝ ਵੇਖਣ ਦੀ ਇੱਛਾ ਹੀ ਨਹੀਂ ਰਹਿ ਜਾਂਦੀ। ਸੂਰ ਸ਼੍ਰੋਮਣ ਪੰਥ ਚਲਾਇਓ। ਆਪ ਜੀ ਨੇ ਸੂਰਬੀਰ ਯੋਧਿਆਂ ਦਾ ਖਾਲਸਾ ਪੰਥ ਸਾਜਿਆ ਹੈ। ਰਚਿਓ ਸਭਨ ਕੋ ਜੁਗਤ ਸਿਖਾਇਓ। ਔਰ ਐਸਾ ਸੂਰਮਿਆਂ ਦਾ ਯੋਧਿਆਂ ਦਾ ਬਾਂਕੇ ਸ਼ਹਿਰ ਛਬੀਲਿਆਂ ਦਾ ਪੰਥ ਸਾਜਿਆ, ਸਾਰਿਆਂ ਨੂੰ ਯੁੱਧ ਸਿਖਾ ਦਿੱਤਾ ਹੈ। ਅਵਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇੱਕ ਜਗ੍ਹਾ ਤੇ ਲਿਖਦੇ ਨੇ, ਸ੍ਰੀ ਗੋਬਿੰਦ ਸਿੰਘ ਯੁੱਧ ਰਚਿਓ ਹੈ ਬਾਜ਼ਾਰ ਕਿਦੋਂ ਕਰਤ ਬਣਜ ਲਭ ਵਾਰੋ ਸੋਧ ਸੋਧ ਕੋ। ਕਹਿੰਦੇ ਗੁਰੂ ਗੋਬਿੰਦ ਸਿੰਘ ਨੇ ਤੇ ਯੁੱਧ ਦੀ ਮੰਡੀ ਲਾ ਦਿੱਤੀ ਹੈ, ਕਿਤੇ ਲੈਣ ਤੇ ਕਿਤੇ ਦੇਣ ਹੋ ਰਿਹਾ। ਕਹਿੰਦੇ ਕਿਤੇ ਤੀਰ ਦੇ ਰਹੇ ਨੇ, ਕਿਤੇ ਦੁਸ਼ਮਣ ਦੀ ਜਾਨ ਲੈ ਰਹੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਯੋਧਿਆਂ ਦੇ ਪ੍ਰਾਣ ਲੈ ਲੈਂਦੇ ਨੇ, ਐਸੇ ਸੂਰਮੇ ਨੇ। ਜਿਸ ਮਹਿ ਅਤ ਪ੍ਰਸੰਤਾ ਮੋਹੀ। ਮਹਾਰਾਜ ਆਪ ਜੀ ਦੇ ਦਰਸ਼ਨ ਕਰਕੇ, ਆਪ ਜੀ ਦਾ ਵੀਰ ਰਸੀ ਠਾਠ ਵੇਖ ਕੇ, ਆਪ ਜੀ ਦਾ ਸੋਹਣਾ ਸੁੰਦਰ ਖਾਲਸਾ ਵੇਖ ਕੇ ਮੇਰਾ ਮਨ ਬਾਗੋ ਬਾਗ ਹੋ ਰਿਹਾ ਹੈ। ਪਿਕ ਪਿਕ ਦਾਰੁਣ ਮਨ ਮਹਿ ਹੋਹੀ। ਇਤਨਾ ਸੁੰਦਰ ਸਰੂਪ ਹੈ, ਜਾਹੋ ਜਲਾਲ ਵਾਲਾ ਸਰੂਪ ਹੈ। ਕਹਿੰਦੇ ਵੇਖ ਕੇ ਜਿਹੜੇ ਭਿਆਨਕ ਯੁੱਧ ਨੂੰ ਵੇਖ ਕੇ ਜਿਹੜੇ ਕਾਇਰ ਹਨ, ਬੁਝਦੇ ਹਨ, ਉਹ ਡਰ ਰਹੇ ਹਨ, ਤੇ ਜਿਹੜੇ ਪਿਆਰੇ ਹਨ ਉਹ ਖੁਸ਼ ਹੋ ਰਹੇ ਹਨ। ਧੰਨ ਗੁਰੂ ਗੁਰ ਗਾਦੀ ਧੰਨ। ਏ ਮਹਾਰਾਜ ਤੁਸੀਂ ਧੰਨ ਹੋ, ਧੰਨ ਗੁਰੂ ਸਾਹਿਬ ਜੀ ਤੁਸੀਂ ਧੰਨ ਹੋ, ਤੇ ਤੁਹਾਡੀ ਗੁਰਤਾ ਗੱਦੀ ਵੀ ਧੰਨ ਹੈ। ਜਿਨ ਕੀ ਮਮਤਾ ਕਰਹਿ ਨ ਅੰਨ। ਜਿਨ੍ਹਾਂ ਦੀ ਸਮਤਾ ਬਰਾਬਰੀ ਹੋਰ ਕੋਈ ਨਹੀਂ ਕਰ ਸਕਦਾ। ਉਹ ਮਹਿਦ ਮਹੀਆਨ ਤੁਮਾਰਾ। ਤੁਹਾਡਾ ਰੂਪ ਵੱਡਿਆਂ ਤੋਂ ਵੱਡਾ, ਵੱਡਿਆਂ ਤੋਂ ਵੱਡਾ, ਤੁਸੀਂ ਵੱਡਿਆਂ ਤੋਂ ਵੱਡੇ ਹੋ। ਅਤ ਉੱਚਾ ਤਾਕਾ ਦਰਬਾਰਾ, ਅੰਤ ਰਹੀ ਕਿਛ ਪਾਰਾ ਵਾਰਾ। ਕੋਟ 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 ਲਖ ਧਾਵੈ, ਇੱਕ ਤਿਲ ਤਾਕਾ ਮਹਿਲ ਨ ਪਾਵੈ। ਮਹਾਰਾਜ ਤੁਸੀਂ ਉਹ ਪਰਮੇਸ਼ਰ ਹੋ ਜਿਨ੍ਹਾਂ ਦੀ ਦੁਨੀਆ ਤੇ ਕੋਈ ਸ਼ਾਨ, ਕੋਈ ਬਰਾਬਰੀ ਨਹੀਂ ਕਰ ਸਕਦਾ। ਨੀਤ ਨੇਤ ਜਿਸ ਵੇਦ ਉਚਾਰਾ। ਤੁਹਾਡਾ ਉਹ ਸਰੂਪ ਹੈ ਚੱਕਰ ਚੇ ਨਰ ਵਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਬੇਕੋ ਕਹਿ ਨਾ ਸਕਤ ਕੇ। ਵੇਦ ਵੀ ਕਹਿੰਦੇ ਨਾ ਇਤੀ ਨਾ ਇਤੀ ਨਾ ਇਤੀ, ਇੱਥੇ ਬਸ ਨਹੀਂ ਜੇ, ਇੱਥੇ ਬਸ ਨਹੀਂ ਜੇ, ਇੱਥੇ ਬਸ ਨਹੀਂ ਜੇ। ਨੇਤ ਨੇਤ ਬਨ ਤ੍ਰਿਣ ਕਹਿਤ ਸਭ ਸ੍ਰਿਸ਼ਟੀ ਕਹਿ ਰਹੀ ਹੈ ਮਹਾਰਾਜ ਤੁਸੀਂ ਬੇਅੰਤ ਹੋ, ਬੇਅੰਤ ਹੋ, ਬੇਅੰਤ ਹੋ। ਹਾਂ, ਸਰਬ ਸੁਰਾਸੁਰ ਸ਼ਾਰਦ ਸ਼ੇਖ। ਸਾਰੇ ਦੇਵਤੇ, ਸਾਰੇ ਰਾਖਸ਼, ਨਾਰਦ, ਸਾਰਦ, ਸ਼ੇਸ਼ਨਾਗ ਸਭ ਤੁਹਾਡਾ ਅੰਤ ਪਾਣਾ ਚਾਹਣ ਤੇ ਨਹੀਂ ਪਾ ਸਕਦੇ। ਸ਼ੇਸ਼ਨਾਗ ਸਿਰ ਸਹਿਸ ਬਨਾਈ, ਦੁਐਸ ਹੰਸ ਰਸਨਾ ਸੁਹਾਈ। ਰਟਤ ਅਬ ਲਗੇ ਨਾਮ ਅਪਾਰਾ, ਤੁਮਰਾ ਤਉ ਨ ਪਾਵਤ ਪਾਰਾ। ਸ਼ੇਸ਼ਨਾਗ ਦੇ 1000 ਫਣ ਹਨ, 2000 ਜੀਭਾਂ ਹਨ, ਕਿਉਂਕਿ ਸੱਪ ਦੀਆਂ 2 ਜੀਭਾਂ ਹੁੰਦੀਆਂ ਨੇ। ਇੱਕ 1000 ਸਿਰ ਹੈ ਤੇ 2000 ਜੀਭਾਂ ਨੇ, ਤੇ ਨਿਤ ਨਵੇਂ ਤੁਹਾਡੇ ਨਾਮ ਲੈਂਦਾ ਉਹ ਰੋਜ਼। ਜਿਹੜਾ ਨਾਮ ਇੱਕ ਵਾਰੀ ਲੈ ਲਿਆ ਦੁਬਾਰਾ ਰਿਪੀਟ ਨਹੀਂ ਕਰਦਾ। ਜਦੋਂ ਦੀ ਸ੍ਰਿਸ਼ਟੀ ਬਣੀ ਹੈ ਉਦੋਂ ਦਾ ਲੱਗਾ ਹੋਇਆ। ਮਹਾਰਾਜ ਤੁਹਾਡੇ ਨਾਮਾਂ ਦਾ ਅੰਤ ਨਹੀਂ ਪਿਆ। ਪਾਤਸ਼ਾਹ ਜੀ ਤੁਹਾਡਾ ਨਾਮ ਬੇਅੰਤ ਹੈ। ਅੰਤ ਨਾ ਪਾਵਤ ਦੇਵ ਸਭੈ ਮੁਨ, ਇੰਦਰ ਮਹਾਸ਼ਿਵ ਜੋਗ ਕਰੀ। ਫੁਨ ਭੇਦ ਬਿਰੰਚ ਵਿਚਾਰ ਰਿਓ, ਹਰ ਜਾਪ ਨਾ ਛਾਡਿਓ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕੋ, ਗੁਰ ਜੋਤ ਅਰਜੁਨ ਮਾਏ ਧਰੀ। ਇਹ ਤੁਹਾਡੀ ਗੁਰੂ ਜੋਤੀ ਹੈ, ਇਹ ਪ੍ਰਕਾਸ਼ ਹੈ ਗੁਰੂ ਨਾਨਕ ਦਾ ਜਿਹੜਾ ਤੁਹਾਡੇ ਅੰਦਰ ਹੋ ਰਿਹਾ ਹੈ। ਅੰਤ ਨਾ ਪਾਏ ਸਕਹਿ ਅਵਰੇਖ। ਮਹਾਰਾਜ ਤੁਹਾਡਾ ਅੰਤ ਦੇਵਤੇ ਵੀ ਨਹੀਂ ਪਾ ਸਕਦੇ, ਦੈਂਤ ਵੀ ਨਹੀਂ ਪਾ ਸਕਦੇ, ਨਾਰਦ ਸਾਰਦ ਕੋਈ ਵੀ ਨਹੀਂ ਤੁਹਾਡਾ ਅੰਤ ਪਾ ਸਕਦਾ। ਬ੍ਰਹਮੰਡ ਰੂਪ ਤੁਮ ਧਾਰਾ। ਇਹ ਮਹਾਰਾਜ ਆ ਸਾਰਾ ਬ੍ਰਹਮੰਡ ਤੁਹਾਡਾ ਹੀ ਰੂਪ ਹੈ। ਕਲਗੀਧਰ ਜੀ ਆਹ ਸਮਾਨ ਤੁਹਾਡਾ, ਆਹ ਧਰਤੀ ਤੁਹਾਡੀ, ਆਹ ਹਵਾ ਤੁਹਾਡੀ, ਪਾਣੀ ਤੁਹਾਡਾ, ਅੱਗ ਤੁਹਾਡਾ ਸਰੂਪ ਹੈ।
ਇਹ ਸਭ ਤੁਹਾਡਾ ਹੀ ਰੂਪ ਹੈ ਮਹਾਰਾਜ। ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਹਾਂਜੀ ਪਗ ਪਤਾਲ ਜੋ ਧਰੇ ਸਸਾਰਾ। ਮਹਾਰਾਜ ਜਿਹੜਾ ਪਤਾਲ ਹੈ ਨਾ ਥੱਲੇ, ਉਹ ਤੁਹਾਡੇ ਚਰਨ ਹਨ। ਸਾਗਰ ਉਦਰ ਨਸਾ ਨਦ ਨਾਰੀ। ਆ ਜਿਹੜੇ 7 ਸਮੁੰਦਰ ਨੇ ਨਾ, ਇਹ ਮਹਾਰਾਜ ਤੁਹਾਡਾ ਪੇਟ ਹੈ। ਆਖੋ ਸ੍ਰੀ ਵਾਹਿਗੁਰੂ। ਪਤਾਲ ਤੁਹਾਡੇ ਚਰਨ ਹਨ ਤੇ ਸਮੁੰਦਰ ਤੁਹਾਡਾ ਪੇਟ ਹੈ। ਤੇ ਜਿਹੜੀਆਂ 999 ਨਦੀਆਂ ਚੱਲ ਰਹੀਆਂ ਨੇ, ਰੀਵਰਸ, ਇਹ ਸਾਰੀਆਂ ਤੁਹਾਡੀਆਂ ਨਾੜੀਆਂ ਨੇ। ਜਿਵੇਂ ਬੰਦੇ ਦੇ ਸਰੀਰ 'ਚ ਨਸਾਂ ਨਹੀਂ ਹੁੰਦੀਆਂ ਤੇ ਖੂਨ ਚੱਲਦਾ, ਮਹਾਰਾਜ ਸਮੁੰਦਰ ਤੁਹਾਡਾ ਪੇਟ ਹੈ, ਨਦੀਆਂ ਤੁਹਾਡੀਆਂ ਨਾੜੀਆਂ ਨੇ। ਲੋਚਨ ਸੂਰਜ ਚੰਦ ਉਦਾਰੀ। ਚੰਦ ਤੇ ਸੂਰਜ ਤੁਹਾਡੀਆਂ ਅੱਖਾਂ ਨੇ ਪਾਤਸ਼ਾਹ ਜੀ। ਚੰਦ ਸੂਰਜ ਦੋਏ ਦੀਵੜੇ, ਇਹ ਦੋਵੇਂ ਤੁਹਾਡੀਆਂ ਅੱਖਾਂ ਨੇ, ਚੰਦ ਤੇ ਸੂਰਜ। ਬ੍ਰਹਮ ਲੋਕ ਪ੍ਰਭ ਸੀਸ ਬਨਾਇਓ। ਤੇ ਬ੍ਰਹਮ ਲੋਕ ਤੁਹਾਡਾ ਸੀਸ ਹੈ। ਜਿਹ ਕੈ ਏਕੋ ਰੂਪ ਸੁਹਾਇਓ। ਜਿੱਥੇ ਕਿਥੇ ਤੁਹਾਡਾ ਇੱਕੋ ਹੀ ਰੂਪ ਸ਼ੋਭਾ ਪਾ ਰਿਹਾ ਹੈ। ਤੁਹਾਡੀ ਜੋਤ ਹੀ ਪ੍ਰਕਾਸ਼ ਕਰ ਰਹੀ ਹੈ ਸਤਿਗੁਰੂ ਜੀ। ਇਤਿਹਾਸਕ ਜਬ ਨਾਰਦ ਕਹਿਓ। ਇਸ ਤਰ੍ਹਾਂ ਨਾਰਦ ਮੁਨੀ ਨੇ ਜਦੋਂ ਕਲਗੀਧਰ ਪਾਤਸ਼ਾਹ ਦਾ ਵਿਰਾਟ ਰੂਪ ਬਿਆਨ ਕੀਤਾ, ਵਰਜਤ ਗੌਰ ਤੁਮ ਸਭ ਕਿਛ ਲਹਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਜੀ ਕਹਿੰਦੇ, ਹਾਂਜੀ, ਵਰਜਤ ਗੌਰ ਤੁਮ ਸਭ ਕਿਛ ਲਹਿਓ। ਨਾ ਚੁੱਪ ਰਹੋ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਦੇਵ ਰਿਸ਼ੀ ਜੀ ਗੁਪਤ ਹੋ ਜਾਓ, ਤੁਸੀਂ ਸਾਰਾ ਕੁਝ ਜਾਣਦੇ ਹੋ, ਪਰ ਦੱਸੋ ਨਾ ਅਸੀਂ ਕੀ ਚੀਜ਼ ਹਾਂ। ਵੱਡੇ ਦੀ ਇਹ ਵਡਿਆਈ ਹੁੰਦੀ ਹੈ, ਉਹ ਆਪਣੇ ਆਪ ਨੂੰ ਗੁਪਤ ਕਰਨਾ ਚਾਹੁੰਦਾ ਹੈ। ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਉੱਚਾ। ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦਾ ਸਰੂਪ ਹੈ ਕਲਗੀਆਂ ਵਾਲਾ। ਪਰ ਕੀ ਕਹਿੰਦੇ ਨੇ, ਮੋਕੋ ਦਾਸ ਤਵਨ ਕਾ ਜਾਨੋ, ਜਾਂ ਮੈਂ ਭੇਦ ਨਾ ਰੰਚ ਪਛਾਨੋ। ਮੈਂ ਤਾਂ ਦਾਸ ਹਾਂ, ਮੈਂ ਤਾਂ ਤੇਰਾ ਪੁੱਤਰ ਹਾਂ, ਤੂੰ ਮੇਰਾ ਪਿਤਾ ਹੈ। ਇੱਕੋ ਹੀ ਪਿਓ ਪੁੱਤਰ ਇੱਕੋ ਹੀ ਚੀਜ਼ ਹੁੰਦੇ ਨੇ। ਵਿਦਵਾਨ ਕਹਿੰਦੇ ਨੇ ਵੀ ਪਿਓ ਦਾ ਬਦਲਿਆ ਹੋਇਆ ਨਵਾਂ ਰੂਪ ਪੁੱਤਰ ਹੁੰਦਾ। ਪੁੱਤਰ ਜਿਹੜਾ ਨਾ, ਉਹ ਪਿਓ ਦਾ ਨਵਾਂ ਰੂਪ ਹੁੰਦਾ, ਉਹੀ ਰੂਪ ਹੁੰਦਾ, ਉਹੀ ਅੰਸ਼ ਹੁੰਦੀ ਹੈ। ਅਕਾਲ ਪੁਰਖ ਦੀ ਜੋਤ ਹੀ ਗੁਰੂ ਗੋਬਿੰਦ ਸਿੰਘ ਸਾਹਿਬ। ਪਰ ਕਹਿੰਦੇ ਨਹੀਂ ਮੈਂ ਅਕਾਲ ਪੁਰਖ ਹਾਂ, ਕਹਿੰਦੇ ਮੋਕੋ ਦਾਸ ਤਵਨ ਕਾ ਜਾਨੋ, ਮੈਂ ਤਾਂ ਦਾਸ ਹਾਂ ਜੀ। ਹਾਂਜੀ ਅਹੋ ਦੇਵ ਰਿਖ ਨਿਤ ਸਰਬੱਗ। ਮਹਾਰਾਜ ਕਹਿੰਦੇ ਹੈ ਦੇਵ ਰਿਸ਼ੀ, ਤੁਸੀਂ ਸਰਬੱਗ ਹੋ, ਸਭ ਕੁਝ ਜਾਣਦੇ ਹੋ, ਸਭ ਦੇ ਧੀਰਗ ਉਹ ਤਤਗ। ਔਰ ਸਾਰਿਆਂ ਤੋਂ ਵੱਡੇ ਬ੍ਰਹਮ ਗਿਆਨੀ ਹੋ। ਇਸ ਵਿਦ ਕਹਿ ਕਰ ਆਪਸ ਮਾਹੀ। ਇਸ ਤਰ੍ਹਾਂ ਇੱਕ ਦੂਜੀ ਦਾ ਪਿਆਰ ਸਨਮਾਨ ਕੀਤਾ। ਉਹਨਾਂ ਨੇ ਕਲਗੀਧਰ ਪਾਤਸ਼ਾਹ ਨੂੰ ਬ੍ਰਹਮ ਰੂਪ ਵਿੱਚ ਵੇਖਿਆ, ਵਿਰਾਟ ਰੂਪ 'ਚ ਵੇਖਿਆ, ਤੇ ਸਤਿਗੁਰੂ ਜੀ ਨੇ ਵੀ ਉਹਨਾਂ ਨੂੰ ਆਪਣਾ ਭਗਤ ਜਾਣ ਕੇ ਉਹਨਾਂ ਦੀ ਬੜੀ ਇੱਜ਼ਤ ਕੀਤੀ ਹੈ। ਭੈ ਆਨੰਦਿਤ ਮਿਲ ਕਰ ਤਾਹੀ। ਨਾਰਦ ਮੁਨੀ ਤੇ ਸ੍ਰੀ ਕਲਗੀਧਰ ਜੀ ਆਪਸ 'ਚ ਮਿਲ ਕੇ ਬੜੇ ਪ੍ਰਸੰਨ ਹੋਏ ਹਨ, ਖੁਸ਼ ਹੋਏ ਹਨ। ਕਰੀ ਪਰਸਪਰ ਨਮੋ ਸਿਧਾਰਾ। ਸਤਿਗੁਰੂ ਜੀ ਨੂੰ ਨਮਸਕਾਰ ਕਰਕੇ, ਗੁਰੂ ਸਾਹਿਬ ਤੋਂ ਬਖਸ਼ਿਸ਼ ਲੈ ਕੇ ਨਾਰਦ ਮੁਨੀ ਜੀ ਦੇਵਲੋਕ ਨੂੰ ਚਲੇ ਗਏ। ਬ੍ਰਹਮ ਲੋਕ ਕੋ ਮੁਨੀ ਪਧਾਰਾ। ਬ੍ਰਹਮ ਲੋਕ ਨੂੰ ਚਲੇ ਗਏ ਨਾਰਦ ਮੁਨੀ ਜੀ। ਦੇਖਤ ਸਭ ਕੇ ਅੰਤਰ ਧਿਆਨਾ। ਸਭ ਦੇ ਦੇਖਦਿਆਂ ਅੰਤਰ ਧਿਆਨ ਹੋ ਗਏ। ਹੁਣ ਇਹ ਇੱਥੇ ਸਨ, ਬਸ ਉਹ ਜਾਂਦੇ ਜਾਂਦੇ ਦਿਸੇ ਮੁੜ ਕੇ ਨਜ਼ਰ ਨਹੀਂ ਆਏ, ਕਿਉਂਕਿ ਉਹ ਇਹ ਧਰਤੀ ਦੇ ਹੋਣ ਤਾਂ ਨਜ਼ਰ ਆਉਣ ਨਾ। ਉਹ ਧਰਤੀ ਦੇ ਹੈ ਹੀ ਨਹੀਂ, ਉਹ ਤਾਂ ਦੇਵਲੋਕ ਤੋਂ ਆਏ ਸਨ। ਸਿੱਧ ਸਮਾਨ ਖਾਲਸੇ ਜਾਨਾ। ਕਹਿੰਦੇ ਖਾਲਸਾ ਦੇਖ ਰਿਹਾ ਸੀ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਉਦੇ ਸਿੰਘ ਜੀ, ਜਿਹੜੇ ਖਾਲਸੇ ਦੇ ਮਹਾਰਾਜ ਦੇ ਨੇੜੇ ਬੈਠੇ ਸਨ ਸਿੰਘ, ਉਹ ਦੇਖ ਰਹੇ। ਉਹ ਵੀ ਸਾਰੇ ਬ੍ਰਹਮ ਗਿਆਨੀ ਸਨ, ਉਹ ਵੀ ਬੜੀ ਉੱਚੀ ਅਵਸਥਾ ਦੇ ਮਾਲਕ ਕਲਗੀਧਰ ਪਾਤਸ਼ਾਹ ਦੀ ਹਜ਼ੂਰੀ 'ਚ ਰਹਿਣ ਵਾਲੇ ਸਿੰਘ, ਕੋਈ ਛੋਟੇ ਮੋਟੇ ਥੋੜਾ ਸਨ। ਉਹਨਾਂ ਨੇ ਦੇਖਿਆ ਵੀ ਇਹ ਸਾਧ ਕੋਈ ਆਮ ਸਾਧ ਨਹੀਂ ਸੀ, ਇਹ ਕੋਈ ਗੁਪਤ ਸ਼ਕਤੀ ਸੀ। ਪਾਛੇ ਪੁੱਛਣ ਕੀਨੋ ਸਬੈ। ਜਦੋਂ ਨਾਰਦ ਮੁਨੀ ਜੀ ਚਲੇ ਗਏ, ਅਲੋਪ ਹੋ ਗਏ, ਤਾਂ ਖਾਲਸੇ ਨੇ ਸਤਿਗੁਰਾਂ ਨੂੰ ਪੁੱਛਿਆ। ਭੇਵ ਬਤਾਇਓ ਸਤਿਗੁਰ ਤਵੈ। ਤਾਂ ਸਤਿਗੁਰੂ ਜੀ ਸਿੰਘਾਂ ਦੇ ਪੁੱਛਣ ਤੇ ਕਿ ਮਹਾਰਾਜ ਇਹ ਕੌਣ ਸਨ, ਤਾਂ ਕਲਗੀਧਰ ਜੀ ਦੱਸਦੇ ਨੇ। ਮਲਾਸਨ ਕੋ ਨੰਦਨ ਨਾਰਦ। ਮਹਾਰਾਜ ਕਹਿੰਦੇ ਬ੍ਰਹਮਾ ਜੀ ਦਾ ਪੁੱਤਰ ਨਾਰਦ ਮੁਨੀ ਸੀ। ਇਹ ਦੇਵ ਰਿਖ ਪਰਮ ਵਿਚਾਰਦ। ਇਹ ਦੇਵ ਰਿਸ਼ੀ ਹੈ ਤੇ ਬੜੀ ਉੱਚੀ ਨਿਰਮਲ ਬੁੱਧੀ ਵਾਲਾ ਹੈ। ਇਹ ਪੰਖ ਆਪ ਕਰ ਲਏ। ਹਾਂ, ਇਹ ਕਹਿ ਕੇ ਮਹਾਰਾਜ ਨੇ ਨਾਰਦ ਮੁਨੀ ਦੇ ਜਿਹੜੇ ਖੰਭ ਭੇਟਾ ਕੀਤੇ ਸਨ ਚੁੱਕ ਲਏ। ਇੱਕ ਸਿੰਘ ਸੋ ਇਮ ਕਹਿ ਦੇ। ਤੇ ਇੱਕ ਸਿੰਘ ਨੂੰ ਕਹਿਣ ਲੱਗੇ ਮਹਾਰਾਜ, ਇਹ ਗਮਨਹੁ ਕਾਰੀਗਰ ਤੀਰ। ਮਹਾਰਾਜ ਕਹਿੰਦੇ ਆ ਖੰਭ ਕਾਰਖਾਨੇ 'ਚ ਲੈ ਜਾ, ਜਿੱਥੇ ਸਾਡੇ ਤੀਰ ਬਣਦੇ ਨੇ ਨਾ, ਅਸਲਾ ਬਣਦਾ, ਤੀਰ ਬਣਦੇ ਨੇ, ਬੰਦੂਕਾਂ ਬਣਦੀਆਂ ਨੇ, ਢਾਲਾਂ, ਤਲਵਾਰਾਂ, ਸ਼ਸਤਰ ਬਣਦੇ ਨੇ,
ਉੱਥੇ ਲੈ ਜਾ। ਬੈਠ ਨਿਕਟ ਲਗਵਾਵਹੁ ਤੀਰ। ਆ ਖੰਭ ਲਿਜਾ ਕੇ ਤੀਰਾਂ ਨੂੰ ਲਵਾ ਦੇ ਇਨਕੋ ਤਿਆਰ ਦੂਰ ਨਹਿ ਜਾਵਹੁ। ਤੇ ਇਹ ਕੋਲ ਰਵੀ, ਖਿਆਲ ਰੱਖੀ ਵੀ ਖੰਭ ਕੋਈ ਚੁਰਾ ਨਾ ਲਵੇ, ਇਹ ਬੜੇ ਕੀਮਤੀ ਨੇ। ਦੇਖਤ ਦ੍ਰਿਗਨ ਬਾਣ ਬਣਵਾਵਹੁ। ਆਪਣੀ ਅੱਖਾਂ ਦੇ ਸਾਹਮਣੇ ਬਣਵਾ ਕੇ ਲਿਆਵੀਂ। ਪ੍ਰਭ ਤੇਲੇ ਕਰਤਵ ਗਇਓ। ਸਿੰਘ ਗਿਆ ਉਹ ਖੰਭ ਲੈ ਕੇ ਤੇ ਕਾਰਖਾਨੇ 'ਚ ਚਲਾ ਗਿਆ। ਜਿਹੜੇ ਤੀਰ ਬਣਾਉਂਦੇ ਸਨ ਨਾ ਸ਼ਿਕਲੀਗਰ, ਉਹਨਾਂ ਨੂੰ ਜਾ ਕੇ ਇਹ ਖੰਭ ਦਿੱਤੇ ਹਨ। ਨਿਕਟ ਬੈਠ ਬਣਵਾਵਤ ਭਇਓ। ਕੋਲ ਬਹਿ ਕੇ ਉਹ ਤੀਰ ਤਿਆਰ ਕਰਵਾਏ ਹਨ। ਦੀਰਘ ਪੰਖ ਸੋ ਦੀਰਘ ਬਾਣਾ। ਵੱਡੇ ਵੱਡੇ 4-4 ਉਂਗਲ ਚੌੜੇ ਖੱਪਰੇ ਤੀਰਾਂ ਨੂੰ ਉਹ ਵੱਡੇ ਵੱਡੇ ਖੰਭ ਲਾਏ ਗਏ ਹਨ। ਕਰੇ ਤਿਆਰ ਸੋ ਰੁਚਰ ਮਹਾਨਾ। ਤੇ ਉਹ ਤਿਆਰ ਕਰਕੇ ਬੜੇ ਸੋਹਣੇ ਤੀਰ ਅੱਛੇ ਸਾਰੇ ਬਣਾਈ ਲੈ ਆਇਓ। ਮਹਾਰਾਜ ਦੇ ਕੋਲ ਲੈ ਆਇਆ ਸਿੰਘ। ਸੋ ਪ੍ਰਭ ਕੋ ਦੇ ਸੀਸ ਨਿਵਾਇਓ। ਮਹਾਰਾਜ ਨੂੰ ਭੇਟਾ ਕੀਤੇ ਖੰਭ। ਆਪ ਹਾਥ ਮਹਿ ਧਾਰ ਕਰ ਹੀਰੇ। ਪਾਤਸ਼ਾਹ ਨੇ, 10ਵੇਂ ਪਾਤਸ਼ਾਹ ਹਜੂਰ ਨੇ ਜਦੋਂ ਉਹ ਤੀਰ ਵੇਖੇ, ਸਰਬ ਥੂਲ ਖਪਰੇ ਸੋ ਵਡੇਰੇ। 4-4 ਉਂਗਲ ਚੌੜੇ ਖੱਪਰੇ, ਬੜਾ ਸੁੰਦਰ ਮੋਟਾ ਕਾਨਾ ਤੇ ਉਹਦੇ ਪਿੱਛੇ ਲੱਗੇ ਹੋਏ ਖੰਭ ਬੜੇ ਜੱਚ ਰਹੇ ਸਨ। ਦੋਹਰਾ ਕਰਿਓ ਖਾਲਸਾ ਪਾਸਗਨ। ਮਹਾਰਾਜ ਦੇ ਕੋਲ ਸਾਰਾ ਖਾਲਸਾ ਖੜਾ ਹੈ ਹੁਕਮ ਕਰਿਓ ਮਹਾਰਾਜ। ਤੇ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਹੁਕਮ ਕਰਦੇ ਹਨ। ਦੂਰ ਦੂਰ ਲਗ ਖੜੇ ਰਹੋ। ਮਹਾਰਾਜ ਕਹਿੰਦੇ ਸਿੰਘੋ ਦੂਰ ਦੂਰ ਹੋ ਕੇ ਖਲੋ ਜਾਓ। ਬਾਣ ਖੋਜ ਬੇਕਾਜ। ਅਸੀਂ ਹੁਣ ਤੀਰ ਚਲਾਉਣ ਲੱਗੇ ਆ ਤੇ ਇਹ ਤੀਰ ਅਸਮਾਨ ਤੋਂ ਥੱਲੇ ਜਦੋਂ ਆਉਣਗੇ ਤੇ ਤੁਸੀਂ ਲੱਭ ਕੇ ਵਾਪਸ ਲਿਆਉਣੇ ਹਨ। ਚੌਪਈ ਸੁਨ ਕਰ ਸਿੰਘ ਧਾਏ ਕਰ ਗਏ। ਕਹਿੰਦੇ ਸਿੰਘ ਗੁਰੂ ਸਾਹਿਬ ਦਾ ਹੁਕਮ ਪਾ ਕੇ ਦੂਰ ਦੂਰ ਜਾ ਖਲੋਤੇ। ਕੋਈ 2-4 ਸਿੰਘ ਇੱਧਰ ਮੀਲ ਕਿਲੋਮੀਟਰ ਤੇ ਜਾ ਖਲੋਤੇ, ਕੋਈ ਇੱਧਰ ਜਾ ਖਲੋਤੇ ਤੇ ਕੋਈ ਨੇੜੇ, ਕੋਈ ਇੱਧਰ। ਦੂਰ ਦੂਰ ਸਿੰਘਾਂ ਨੇ ਪੋਜੀਸ਼ਨਾਂ ਲੈ ਲੀਆਂ, ਅਸਮਾਨ ਵੱਲ ਦੇਖਣ ਲੱਗੇ ਹਨ। ਖਰੇ ਸੈਂਕੜੇ ਹੋਵਤ ਭਏ। ਕਹਿੰਦੇ ਸੈਂਕੜੇ ਹੀ ਸਿੰਘ ਖਲੋਤੇ ਹਨ, 1-2 ਨਹੀਂ, ਸੈਂਕੜੇ ਸਿੰਘ ਇਸ ਡਿਊਟੀ ਤੇ ਲੱਗ ਗਏ ਵੀ ਸਤਿਗੁਰਾਂ ਦੇ ਤੀਰ ਜਦੋਂ ਅਸਮਾਨ ਤੋਂ ਵਾਪਸ ਆਉਣੇ ਨੇ ਤੇ ਅਸੀਂ ਲੱਭ ਕੇ ਲਿਆਉਣੇ ਨੇ। ਪੂਰਬ ਦਿਸ਼ ਸ੍ਰੀ ਮੁਖ ਕੋ ਕਰਕੇ। ਮਹਾਰਾਜ ਕਲਗੀਧਰ ਪਾਤਸ਼ਾਹ ਨੇ ਚੜ੍ਹਦੇ ਸੂਰਜ ਵੱਲ, ਈਸਟ ਵਾਲੇ ਪਾਸੇ ਮੂੰਹ ਕੀਤਾ ਹੈ। ਚਾਂਪ ਕਠੋਰ ਆਪ ਕਰ ਧਰ ਕੇ। ਔਰ 9 ਟੰਕਾ ਭਾਰੀ ਧਨੁਸ਼, ਜਿਹਦੀ ਮਾਰ ਬਹੁਤ ਮੀਲਾਂ ਤੱਕ ਜਾਂਦੀ, ਤੀਰ ਨੂੰ ਲਿਜਾਂਦੀ ਹੈ, ਉਹ ਆਪਣੇ ਹੱਥ ਵਿੱਚ ਪਕੜ ਲਿਆ ਹੈ। ਕੈਂਚਿਓ ਬਾਣ ਸੰਧ ਕੈ ਬਲ ਤੇ ਉਹ ਨਾਰਦ ਮੁਨੀ ਦੇ ਭੇਟਾ ਕੀਤੇ ਖੰਭ ਜਿਨ੍ਹਾਂ ਤੀਰਾਂ ਨੂੰ ਲੱਗੇ ਸਨ, ਉਹ ਪੰਚ ਵਿੱਚ ਚਾੜ ਕੇ, ਚਿੱਲੇ ਚਾੜ ਕੇ ਸਤਿਗੁਰੂ ਜੀ ਨੇ ਖਿੱਚੇ ਹਨ। ਸਕਲ ਬਿਲੋਕਤ ਹੈ ਤਿਸ ਚਲਤੇ। ਜਦੋਂ ਤੀਰ ਚੱਲਣ ਲੱਗਾ ਹੈ, ਜਦੋਂ ਕਲਗੀ ਪਾਤਸ਼ਾਹ ਤੀਰ ਚਲਾਉਣ ਲੱਗੇ ਹਨ, ਉਸ ਵੇਲੇ ਸਾਰਾ ਖਾਲਸਾ ਉਧਰ ਧਿਆਨ ਨਾਲ ਦੇਖ ਰਿਹਾ ਹੈ। ਕਹਿਓ ਗੁਰੂ ਦੇਖੋ ਨ ਬਜੈ ਹੈ। ਮਹਾਰਾਜ ਕਹਿੰਦੇ ਖਾਲਸਾ ਜੀ ਵੇਖੋ ਹੁਣ ਇਹ ਆਕਾਸ਼ ਨੂੰ ਜਾਣਗੇ ਤੀਰ। ਰੱਖੋ ਦ੍ਰਿਸ਼ਟ ਤਰੇ ਉਤਰ ਹੈ। ਤੇ ਧਿਆਨ ਰੱਖਿਆ ਜੇ ਜਦੋਂ ਵਾਪਸ ਥੱਲੇ ਆਉਣਗੇ। ਛੋਰਿਓ ਜਬੈ ਮਹਾਤਨ ਹੋਈ। ਜਦੋਂ ਸਾਧ ਸੰਗਤ ਜੀ ਕਮਾਨ ਚੋਂ ਮਹਾਰਾਜ ਨੇ ਤੀਰ ਛੱਡਿਆ ਨਾ, ਸ਼ੁਕਾਟੇ ਹੀ ਪਾਉਂਦਾ ਗਿਆ, ਬੜੀ ਉਹਦੀ ਆਵਾਜ਼ ਆਈ, ਸ਼ੂਕਦਾ ਗਿਆ ਅਸਮਾਨ ਵੱਲ। ਗਰਜ ਸੁਨੀ ਸਭ ਗਮਨਿਓ ਸੋਈ। ਜਿੰਨੀ ਰਫ਼ਤਾਰ ਨਾਲ ਤੀਰ ਜਾਏਗਾ ਹਵਾ ਨੂੰ ਚੀਰਦਾ ਜਾਏਗਾ ਤੇ ਉਹਦੀ ਆਵਾਜ਼ ਆਏਗੀ। ਮਹਾਰਾਜ ਨੇ ਇੰਨੀ ਰਫ਼ਤਾਰ ਨਾਲ ਤੀਰ ਛੱਡਿਆ, ਅਸਮਾਨ ਵੱਲ ਗਿਆ, ਬੜਾ ਗਰਜ ਕੇ ਗਿਆ। ਰਹੇ ਦੇਖਦੇ ਦ੍ਰਿਗ ਨ ਲਗਾਏ। ਕਹਿੰਦੇ ਦੂਰ ਦੂਰ ਤਾਈਂ ਸਿੰਘ ਖੜੇ ਸਨ, ਸਾਰੇ ਦੇਖ ਰਹੇ ਸਨ ਤੀਰ ਨੂੰ ਜਾਂਦਿਆਂ ਹੋਇਆਂ। ਗਇਓ ਉਤੰਗ ਨ ਪਰੈ ਦਿਖਾਏ। ਪਰ ਤੀਰ ਇੰਨਾ ਉੱਚਾ ਚਲਾ ਗਿਆ, ਇੰਨਾ ਦੂਰ ਚਲਾ ਗਿਆ ਵੀ ਸਿੰਘਾਂ ਦੀ ਦ੍ਰਿਸ਼ਟੀ ਉੱਥੇ ਪਹੁੰਚ ਨਹੀਂ ਸਕਦੀ। ਬਹੁਰ ਦੂਸਰੋ ਤਿਆਗਨ ਕੀਨ। ਜਦੋਂ ਇੱਕ ਤੀਰ ਚਲਾ ਗਿਆ, ਮਹਾਰਾਜ ਨੇ ਦੂਜਾ ਤੀਰ ਚਿੱਲੇ ਚਾੜ ਕੇ ਛੱਡਿਆ। ਤੀਸਰ ਚਾਂਪ ਐਂਚ ਤਬ ਦੀਨ। ਉਸ ਤੋਂ ਬਾਅਦ ਤੀਸਰਾ ਤੀਰ ਵੀ ਕਮਾਨ ਵਿੱਚ ਪਾ ਕੇ ਛੱਡਿਆ। ਨਹੀਂ ਚੌਥੇ ਦਿਓ ਚਲਾਏ। ਇਸ ਤਰ੍ਹਾਂ ਚੌਥਾ ਤੀਰ ਵੀ ਸਤਿਗੁਰੂ ਜੀ ਨੇ ਚਲਾਇਆ। ਬਹੁਰ ਪੰਚਮੋ ਗਾਜਤ ਜਾਏ। ਤੇ ਪੰਜਵਾਂ ਤੀਰ ਜਦੋਂ ਛੱਡਿਆ ਤੇ ਉਹ ਵੀ ਸ਼ੁਕਾਟੇ ਪਾਉਂਦਾ ਹੋਇਆ ਆਕਾਸ਼ ਵੱਲ ਗਿਆ। ਸਭ ਸੋ ਕਹਿ ਕਹਿ ਤਿਆਗਨ ਕਰੈ। ਮਹਾਰਾਜ ਸਾਰਿਆਂ ਨੂੰ ਦੱਸ ਕੇ ਵਿਖਾ ਕੇ ਚਲਾ ਰਹੇ ਸਨ। ਆਹ ਦੇਖੋ ਚਲਾਣ ਲੱਗੇ ਆ, ਦੇਖਿਆ ਜੇ ਧਿਆਨ ਨਾਲ। ਤੇ ਸਿੰਘ ਦੇਖ ਰਹੇ ਸਨ ਵੀ ਕਮਾਨ ਵਿੱਚ ਤੀਰ ਪਿਆ ਹੋਇਆ, ਮਹਾਰਾਜ ਖਿੱਚ ਰਹੇ ਨੇ, ਪਰ ਜਦੋਂ ਮਹਾਰਾਜ ਛੱਡਦੇ ਨੇ ਉਦੋਂ ਨਜ਼ਰ ਨਹੀਂ ਆਉਂਦਾ। ਉੱਪਰ ਦੂਰ ਦ੍ਰਿਸ਼ਟ ਨਹਿ ਧਰੈ। ਉੱਪਰ ਜਾਂਦਾ ਕਿੱਧਰ ਹੈ? ਅਸਮਾਨ ਵੱਲ। ਬੜੀ ਰਫ਼ਤਾਰ ਹੈ, ਬੜੀ ਸਪੀਡ ਹੈ ਤੀਰ ਦੀ।
ਦੇਖਤ ਰਹੇ ਘਰੇ ਸਭ ਕੋ ਹੋਏ ਕਹਿੰਦੇ ਸਭ ਦੇਖ ਰਹੇ ਨੇ ਧਿਆਨ ਦੇ ਨਾਲ। ਆਵਹਿ ਤੀਰ ਪ੍ਰਤੀਖੈ ਸੋਏ ਤੀਰ ਵਾਪਸ ਆਉਣਗੇ ਉਡੀਕਦੇ ਨੇ ਸਿੰਘ। ਬੀਤਿਓ ਜਾਮ ਰਹੇ ਤਹਿ ਠੰਡੇ ਕਹਿੰਦੇ ਤੀਰ ਵਾਪਸ ਹੀ ਨਹੀਂ ਆਏ। ਘੜੀ 2 ਘੜੀ, ਕਿਉਂਕਿ ਜਦੋਂ ਤੀਰ ਉੱਪਰ ਜਾਂਦਾ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ, ਤੁਹਾਡਾ ਅਨੁਮਾਨ ਵੀ ਹੋਣਾ, ਵੱਧ ਤੋਂ ਵੱਧ 2 ਮਿੰਟ ਦੇ ਵਿੱਚ ਵਾਪਸ ਆ ਜਾਣਾ ਚਾਹੀਦਾ। ਇਹ ਘੜੀਆਂ ਲੰਘ ਗਈਆਂ, 2 ਘੜੀਆਂ ਲੰਘ ਗਈਆਂ, ਘੰਟਾ ਲੰਘ ਗਿਆ। ਕਹਿੰਦੇ 1 ਪਹਿਰ ਤਾਈਂ ਸਿੰਘ ਦੇਖਦੇ ਰਹੇ ਵੀ ਕਿਧਰੋਂ ਅਸਮਾਨ ਤੋਂ ਤੀਰ, ਕਿਉਂਕਿ ਸਿੰਘਾਂ ਨੂੰ ਇਹ ਤਾਂ ਭਰੋਸਾ ਸੀ ਵੀ ਸਤਿਗੁਰਾਂ ਦੇ ਚਲਾਏ ਹੋਏ ਤੀਰ ਨੇੜੇ ਨਹੀਂ ਰੁਕਦੇ। ਉਹ ਤਾਂ ਵੇਖਿਆ ਸੀ ਮਹਾਰਾਜ 7-7 ਮੀਲ ਤੇ ਦਾ ਨਿਸ਼ਾਨਾ ਧਰਤੀ ਤੇ ਮਹਾਰਾਜ ਨੇ ਮਾਰਿਆ। ਇੱਕ ਦਿਨ ਜਦੋਂ ਘੇਰਾ ਪਿਆ ਹੋਇਆ ਸੀ ਅਨੰਦਪੁਰ ਸਾਹਿਬ ਨੂੰ, ਤੇ ਪਹਾੜੀ ਰਾਜੇ ਤੇ 22 ਧਾਰ ਦੇ ਰਾਜੇ ਤੇ ਸੂਬਾ ਸਰਹੰਦ ਤੇ ਸੂਬਾ ਲਾਹੌਰ, ਇਹ ਸਾਰੇ ਬਹਿ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ 7 ਮੀਲ ਦੀ ਦੂਰੀ ਤੇ ਸ਼ਤਰੰਜ ਖੇਡ ਰਹੇ ਸਨ ਤੇ ਗੱਲਾਂ ਕਰ ਰਹੇ ਸਨ। ਕਹਿੰਦੇ ਕਰੀਏ ਕੀ, ਗੁਰੂ ਦੇ ਤੀਰਾਂ ਦੀ ਮਾਰ ਹੀ ਬੜੀ ਹੈ, ਦੂਰ ਦੂਰ ਤਾਈਂ ਤੀਰ ਮਾਰਦਾ ਗੁਰੂ। ਕਹਿੰਦੇ ਇੱਕ ਤੀਰ ਨਾਲ 7 ਨੂੰ 8 ਨੂੰ 10 ਨੂੰ ਪਾਰ ਬੁਲਾ ਦਿੰਦਾ। ਅਜੇ ਉਹ ਗੱਲਾਂ ਕਰ ਹੀ ਰਹੇ ਸਨ ਕਿ 10ਵੇਂ ਪਾਤਸ਼ਾਹ ਦੂਰਬੀਨ ਦੇ ਨਾਲ ਦੇਖ ਕੇ ਨਾ ਉਹਨਾਂ ਨੂੰ ਤੇ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਤੀਰ ਛੱਡਿਆ ਤੇ ਜਾ ਕੇ ਨਾ ਜਿਹੜੇ ਉਹ ਪਲੰਗ ਤੇ ਬੈਠੇ ਸਨ, ਜਿਹੜੇ ਵੱਡੇ ਸਾਰੇ ਤਖਤ ਪੋਸ਼ ਦੇ ਉੱਤੇ ਉਹਨਾਂ ਨੇ ਸ਼ਤਰੰਜ ਵਿਛਾਈ ਹੋਈ ਸੀ, ਉਹਦੇ ਪਾਵੇ 'ਚ ਵੱਜਾ ਤੇ ਉਹਦੀਆਂ ਚੂਲਾਂ ਹਿਲਾ ਦਿੱਤੀਆਂ ਤੇ ਉਹ ਤੀਰ ਵਿੱਚ ਧਸ ਗਿਆ ਲੱਕੜ ਦੇ ਵਿੱਚ। ਡਰ ਗਏ, ਭੈ ਪੀ ਤੇ ਮਾਰ ਕੇ ਛਾਲਾਂ 10-10 ਕਦਮ ਇੱਧਰ ਉੱਧਰ ਲੁੱਕ ਗਏ। ਕਹਿੰਦੇ ਗੁਰੂ ਦੇ ਤੀਰ ਆ ਰਹੇ ਨੇ, ਗੁਰੂ ਇੱਥੇ ਮਾਰ ਰਿਹਾ, ਜੇ ਇੱਕ ਪਾਵੇ ਜਿਹਨੂੰ ਪਾੜ ਦਿੱਤਾ ਤੇ ਮੰਜਾ ਹਿਲਾ ਦਿੱਤਾ, ਜੇ ਸਾਨੂੰ ਕਿਸੇ ਨੂੰ ਤੀਰ ਵੱਜਦਾ ਛੱਡਣਾ ਸੀਗਾ। ਕਹਿੰਦੇ ਨਿਸ਼ਾਨਾ ਗੁਰੂ ਦਾ ਬਹੁਤ ਦੂਰ ਤੱਕ ਮਾਰ ਕਰਦਾ। ਫਿਰ ਕਹਿੰਦੇ ਇਹ ਗੁਰੂ ਕਰਾਮਾਤ ਨਾਲ, ਸ਼ਕਤੀ ਨਾਲ ਤੀਰ ਚਲਾਉਂਦਾ। ਗੁਰੂ ਕੋਲ ਕੋਈ ਰੂਹਾਨੀ ਪਾਵਰ ਹੈ, ਕੋਈ ਰੱਬੀ ਸ਼ਕਤੀ ਹੈ। ਆਪਸ 'ਚ ਗੱਲਾਂ ਕਰ ਰਹੇ, ਗੁਰੂ ਜਾਦੂਗਰ ਹੈ, ਗੁਰੂ ਕਰਾਮਾਤੀ ਹੈ, ਇੱਦਾਂ ਦੀਆਂ ਗੱਲਾਂ ਕਰ ਰਹੇ। ਕਲਗੀਧਰ ਪਾਤਸ਼ਾਹ ਨੇ ਦੂਜਾ ਚੀਰ ਚਿੱਠੀ ਨਾਲ ਲਿਖ ਕੇ ਭੇਜਿਆ। ਚਿੱਠੀ 'ਚ ਕੀ ਲਿਖਿਆ? ਰਾਜਿਓ, ਇਹ ਕੋਈ ਕਰਾਮਾਤ ਨਹੀਂ ਹੈ, ਇਹ ਕੋਈ ਜਾਦੂ ਨਹੀਂ ਹੈ, ਇਹ ਮੇਰੀ ਪ੍ਰੈਕਟਿਸ ਹੈ, ਮੇਰੀ ਕਰਤੱਵ ਵਿਦਿਆ ਹੈ। ਉਸ ਅਕਾਲ ਪੁਰਖ ਦੀ ਕਿਰਪਾ ਨਾਲ ਮੈਂ ਆਪਣੇ ਅਭਿਆਸ ਨਾਲ ਤੀਰ ਮਾਰਿਆ, ਮੈਂ ਕਰਾਮਾਤ ਨਾਲ ਨਹੀਂ ਮਾਰਿਆ। ਜੇ ਕਰਾਮਾਤ ਨਾਲ ਮਾਰਨ ਤੇ ਸਾਰੀ ਧਰਤੀ ਉਡਾ ਦੇਣ ਮਹਾਰਾਜ। ਮਹਾਰਾਜ ਨੇ ਕਰਾਮਾਤ ਵਰਤੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਚਮਕੌਰ ਦੇ ਜੰਗ ਵਿੱਚ ਉਦੋਂ ਮਹਾਰਾਜ ਨੇ ਤੀਰ ਛੱਡਿਆ ਜਦੋਂ ਸ਼ਾਮ ਨੂੰ 3 ਸਿੰਘ ਹੀ ਮਹਾਰਾਜ ਕੋਲ, 5 ਸਿੰਘ ਹੀ ਰਹਿ ਗਏ ਸਨ ਤੇ ਬਾਕੀ ਸ਼ਹੀਦ ਹੋ ਗਏ ਸਨ। ਰਹਿਰਾਸ ਦਾ ਪਾਠ ਕਰਨ ਲੱਗੇ ਤੇ ਲੱਖਾਂ ਫੌਜਾਂ ਨੇ ਹੱਲਾ ਕਰਤਾ। ਫਿਰ ਮਹਾਰਾਜ ਨੇ ਆਖਿਆ ਹੁਣ ਵਰਤਣੀ ਪੈਣੀ ਜੁਗਤੀ। ਫਿਰ ਤੀਰ ਛੱਡਿਆ, 10,000 ਫੌਜ ਸੁਸਰੀ ਤਰ੍ਹਾਂ ਸਵਾ ਦਿੱਤੀ ਸਤਿਗੁਰਾਂ ਨੇ। ਫਿਰ ਡਰ ਕੇ ਭੱਜ ਗਏ ਪਿਛਾਂ ਨੂੰ ਵੀ ਗੜੀ ਵੱਲ ਜਾਵਾਂਗੇ ਤੇ ਤਬਾਹੀ ਮਚ ਜਾਏਗੀ। ਪਰ ਮਹਾਰਾਜ ਲੱਗਦੇ ਬਸ ਕਦੀ ਕਰਾਮਾਤ ਦੀ ਵਰਤੋਂ ਨਹੀਂ ਕਰਦੇ। ਕਹਿੰਦੇ ਮੇਰੀ ਕਰਾਮਾਤ ਨਹੀਂ, ਇਹ ਮੇਰਾ ਕਰਤੱਵ ਹੈ। ਇਹ ਚਿੱਠੀ ਲਿਖ ਕੇ ਦੁਬਾਰਾ ਫਿਰ ਤੀਰ ਛੱਡਿਆ। ਉਹ ਜਿਹੜੇ ਦਰਖਤ ਦੇ ਥੱਲੇ ਮੰਜਾ ਡਾਇਆ ਸੀ ਉਹਦੇ ਤਣੇ 'ਚ ਮਾਰਿਆ, ਉਹ ਦਰਖਤ ਵੀ ਹਿਲਾ ਦਿੱਤਾ। ਫਿਰ ਡਰਦੇ ਡਰਦੇ ਵੇਖਿਆ, ਜਾ ਕੇ ਚਿੱਠੀ ਲਿਖੀ ਹੈ, ਖੋਲ ਕੇ ਪੜ੍ਹੀ ਤੇ ਕਹਿੰਦਾ ਵੀ ਮੇਰੇ 'ਚ ਕਰਾਮਾਤ ਕੋਈ ਨਹੀਂ। ਤੇ ਇਹ ਕਰਾਮਾਤ ਕੋਈ ਵੀ ਨਹੀਂ, ਜਿਹੜੀ ਗੱਲਾਂ ਅਸੀਂ ਤੇ ਇੱਥੇ ਕਰ ਰਹੇ ਹਾਂ ਉੱਥੇ ਬੈਠਾ ਸੁਣ ਰਿਹਾ। ਜੇ ਇਸ ਕਰਾਮਾਤ ਨਹੀਂ, ਕਹਿੰਦਾ ਮੈਂ ਕਰਾਮਾਤ ਨਾਲ ਤੀਰ ਨਹੀਂ ਮਾਰਿਆ। ਇਹ ਤਾਂ ਠੀਕ ਹੈ ਵੀ ਕਰਾਮਾਤ ਨਾਲ ਨਹੀਂ ਮਾਰਿਆ, ਪਰ ਇਹ ਵੀ ਤੇ ਕਰਾਮਾਤ ਹੈ ਵੀ ਜਿਹੜੀਆਂ ਗੱਲਾਂ ਅਸੀਂ ਇੱਥੇ ਬਹਿ ਕੇ ਕਰ ਰਹੇ ਹਾਂ ਉਹਦੇ ਬਾਰੇ ਉੱਥੇ ਸੁਣ ਰਿਹਾ। ਪਰ ਗੁਰੂ ਦੀ ਗਤ ਗੁਰੂ ਹੀ ਜਾਣਦਾ। ਆਖੋ ਸਤਨਾਮ। ਕਲਗੀਧਰ ਪਾਤਸ਼ਾਹ ਨੂੰ ਤੀਰ ਚਲਾਏ ਨੇ, 5 ਤੀਰ ਅਸਮਾਨ ਵੱਲ ਗਏ ਨੇ, ਵਾਪਸ ਨਹੀਂ ਆਏ। ਸਿੰਘ ਹਾਰ ਗਏ ਨੇ, ਥੱਕ ਗਏ ਨੇ, ਵੇਖ ਵੇਖ ਕੇ ਵੀ ਵਾਪਸ ਆਉਣਗੇ। ਅਖੀਰ ਮਹਾਰਾਜ ਕੋਲ ਇਕੱਠੇ ਹੋ ਕੇ ਆਏ ਨੇ। ਖਟ ਨਹਿ ਆਏ ਅਚਰਜ ਬਾਟੇ। ਕਹਿੰਦੇ ਬੜੇ ਹੈਰਾਨ ਨੇ, ਬਈ ਗੁਰੂ ਸਾਹਿਬ ਦੇ ਤੀਰ ਚਲੇ ਕਿੱਥੇ ਗਏ, ਵਾਪਸ ਕਿਉਂ ਨਹੀਂ ਆਏ। ਹੁਣ ਸਭ ਸਤਿਗੁਰ ਨਿਕਟ ਪਹੁੰਚੇ। ਜਦੋਂ ਖਾਲਸੇ ਨੇ ਵੇਖਿਆ ਵੀ ਇੰਨਾ ਚਿਰ ਹੋ ਗਿਆ ਤੀਰ ਨਹੀਂ ਆਏ, ਦਾ ਮਤਲਬ ਆਉਣੇ ਨਹੀਂ, ਸਾਰੇ ਇਕੱਠੇ ਹੋ ਕੇ ਸਤਿਗੁਰਾਂ ਕੋਲ ਪਹੁੰਚੇ। ਪ੍ਰਭ ਜੀ ਦੇਖ ਰਹੇ ਹਮ ਉੱਚੇ। ਮਹਾਰਾਜ ਜੀ, ਸੱਚੇ ਪਾਤਸ਼ਾਹ ਜੀ, ਅਸੀਂ ਅਸਮਾਨ ਵੱਲ ਅੱਖਾਂ ਲਾ ਕੇ ਅੱਖ ਵੀ ਨਹੀਂ ਝਪਕੀ ਮਹਾਰਾਜ, ਬਈ ਤੀਰ ਕਿਤੇ ਸਾਡੀ ਅੱਖ ਤੋਂ ਓਝਲ ਨਾ ਹੋ ਜਾਵੇ। ਔਰ 1-2 ਨਹੀਂ, ਸੈਂਕੜੇ ਸਿੰਘ ਉੱਪਰ ਅਸੀਂ ਦੇਖਦੇ ਰਹੇ ਹਾਂ, ਤੀਰ ਵਾਪਸ ਨਹੀਂ ਆਏ।
ਗਏ ਗगन ਮਹਿ ਫਿਰੇ ਨਾ ਫੇਰੇ। ਮਹਾਰਾਜ ਆਕਾਸ਼ ਵੱਲ ਜਾਂਦੇ ਵੇਖੇ ਨੇ, ਤੁਹਾਡੇ ਕਮਾਨ ਚੋਂ ਨਿਕਲਦੇ ਵੇਖੇ ਨੇ, ਮੁੜ ਕੇ ਵਾਪਸ ਨਹੀਂ ਆਉਂਦੇ ਵੇਖੇ। ਦੂਰ ਦੂਰ ਥਿਰ ਹੋਏ ਤੇ ਹੇਰੇ। ਦੂਰ ਦੂਰ ਤੱਕ ਮਹਾਰਾਜ ਵੇਖਿਆ ਖਲੋ ਕੇ, ਕਿਉਂਕਿ ਤੀਰ ਉੱਪਰ ਜਾਂਦਾ, ਜਿੰਨਾ ਉੱਪਰ ਜਾਂਦਾ ਉਹਨਾਂ ਦੂਜੇ ਪਾਸੇ ਵੀ ਜਾ ਸਕਦਾ। ਜਿੰਨੀ ਉੱਪਰ ਰੇਂਜ ਵਿੱਚ ਜਾਏਗਾ, ਜੇ ਮੰਨ ਲਓ ਕਿਲੋਮੀਟਰ ਇਹਦੇ ਉੱਪਰ ਜਾਏਗਾ ਤਾਂ ਕਿਲੋਮੀਟਰ ਇੱਧਰ ਵੀ ਡਿੱਗ ਸਕਦਾ। ਜੇ ਉਸ ਤੋਂ ਜ਼ਿਆਦਾ ਉੱਪਰ ਜਾਏਗਾ ਤੇ ਹੋਰ ਉਧਰ ਹਵਾ ਨਾਲ ਜਾ ਸਕਦਾ। ਅਸੀਂ ਦੂਰ ਦੂਰ ਤੱਕ ਨਿਗਾਹ ਮਾਰੀ ਹੈ ਵੀ ਤੀਰ ਕਿਤੇ ਡਿੱਗਿਆ ਹੋਵੇ, ਕਰੇ ਧਰਾ ਪਰ ਸੋ ਨਹਿ ਆਏ। ਪਰ ਮਹਾਰਾਜ ਪੱਕੀ ਗਰੰਟੀ ਹੈ ਉਹ ਤੀਰ ਧਰਤੀ ਤੇ ਵਾਪਸ ਨਹੀਂ ਆਏ। ਜੇ ਆਵਤ ਦਿਖੀ ਹੈ ਸਮੁਦਾਇ। ਜੇ ਆਉਂਦੇ ਤੇ ਜ਼ਰੂਰ ਦਿਸਣੇ ਸਨ। ਗਰਜਤ ਪੁਨ ਕੋ ਮੇਘ ਸਮਾਨਾ। ਮਹਾਰਾਜ ਜਦੋਂ ਗਏ ਸੀ ਬੱਦਲਾਂ ਨਾਲ ਗਰਜਦੇ ਗਏ ਸੀ, ਸ਼ੁਕਾਟੇ ਪਾਉਂਦੇ ਗਏ ਸੀ। ਸੋ ਹਮ ਸੁਨਤ ਰਹੇ ਥਿਰ ਕਾਨਾ। ਜਾਂਦੇ ਤੀਰਾਂ ਦੀ ਆਵਾਜ਼ ਸੁਣੀ ਹੈ, ਉਹਨਾਂ ਸ਼ੁਕਾਟੇ ਸੁਣੇ ਨੇ ਤੀਰਾਂ ਦੇ। ਗਏ ਦੂਰ ਪੁਨ ਸੁਣੀ ਨਾ ਹੋ ਸੋਈ। ਪਰ ਜਦੋਂ ਤੀਰ ਉੱਪਰ ਬਹੁਤ ਦੂਰ ਚਲੇ ਗਏ ਫਿਰ ਆਵਾਜ਼ ਸੁਣਾਈ ਨਹੀਂ ਦਿੱਤੀ। ਸਭ ਕੀਮਤ ਬਿਸਮਤ ਪਿਖ ਹੋਈ। ਅਸੀਂ ਸਾਰੇ ਹੈਰਾਨ ਆ, ਮਹਾਰਾਜ ਤੀਰ ਕਿੱਥੇ ਚਲੇ ਗਏ। ਸੁਨ ਪ੍ਰਭ ਕਹਿਓ ਨਾ ਉੱਪਰ ਕੋ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉੱਤੇ ਕੋਈ ਥਾਂ ਤਾਂ ਹੈ ਨਹੀਂ ਵੀ ਜਿੱਥੇ ਅਟਕ ਜਾਣਗੇ, ਕਿਉਂਕਿ ਤੀਰ ਕਿਤੇ ਨਾ ਕਿਤੇ ਅਟਕਣ ਵਾਸਤੇ ਕੋਈ ਥਾਂ ਹੋਵੇ ਤੇ ਉੱਤੇ ਅਟਕ ਜਾਵੇ। ਉੱਤੇ ਦੇ ਆਕਾਸ਼ ਹੈ ਖਾਲੀ, ਕਿੰਨੀ ਕੁ ਦੂਰ ਜਾਏਗਾ ਚੀਜ਼, ਫਿਰ ਥੱਲੇ ਆਣੀ ਹੈ। ਗगन ਪੁਲਾੜ ਪਰਿਓ ਸਭ ਉਹ ਹੈ। ਕਿਉਂਕਿ ਆਕਾਸ਼ ਤਾਂ ਖਾਲੀ ਪੁਲਾੜ ਪਿਆ ਉੱਤੇ, ਕੋਈ ਲੱਖਾਂ ਮੀਲ ਹੈਗੇ, ਕਰੋੜਾਂ ਮੀਲ ਹੈਗੇ, ਅਰਬਾਂ ਮੀਲ ਹੈਗੇ, ਖਰਬਾਂ ਮੀਲ ਹੈਗੇ, ਉਹਨੂੰ ਵੀ ਹਜ਼ਾਰਾਂ ਗੁਣਾ ਕਰ ਲਓ, ਉਹ ਤਾਂ ਖਾਲੀ ਪਿਆ ਆਕਾਸ਼। ਫਿਰ ਹੋਇ ਬੋ ਕੋ ਥਾਨ ਨਾ ਕੋਈ। ਉੱਤੇ ਰੁਕਣ ਦੀ ਕੋਈ ਥਾਂ ਨਹੀਂ ਹੈ ਜਿੱਥੇ ਤੀਰ ਰੁਕ ਜਾਣਗੇ। ਕਹੇ ਨਾ ਕਿਨਹੂ ਨਾ ਕਿਤ ਗੇ ਸੋਈ। ਉੱਤੇ ਕਿਸੇ ਨੇ ਤੀਰ ਫੜ ਤਾਂ ਲਏ ਨਹੀਂ ਅਸਮਾਨ ਦੇ ਵਿੱਚ, ਜਿਹੜੇ ਉੱਤੇ ਹੀ ਰਹਿ ਗਏ ਹੋਣ। ਨੀਕੇ ਦੇਖ ਖੋਜ ਨਾ ਕਰੀਏ ਹੈ। ਭਾਈ ਚੰਗੀ ਤਰ੍ਹਾਂ ਲੱਭੋ, ਜਰਾ ਧਿਆਨ ਨਾਲ ਖੋਜੋ, ਕਿਤੇ ਤੁਹਾਡੀ ਅੱਖਾਂ ਤੋਂ ਓਹਲੇ ਨਾ ਡਿੱਗ ਪਏ ਹੋਣ ਕਿਤੇ। ਬਾਣ ਅਜਾਇਬ ਲਿਆਓ ਨਾ ਟਰੀਏ ਹੈ। ਬੜੇ ਕੀਮਤੀ ਤੀਰ ਨੇ ਉਹ, ਉਹਨਾਂ ਨੂੰ ਅਨਲ ਪੰਛੀ ਦੇ ਪਰ ਲੱਗੇ ਨੇ, ਖੰਭ ਲੱਗੇ ਨੇ। ਉਹ ਆਮ ਸਧਾਰਨ ਤੀਰ ਨਹੀਂ, ਸਾਡੇ ਬਹੁਤ ਮਹਿੰਗੇ ਤੀਰ ਨੇ। ਲੈ ਕੇ ਆਓ ਲੱਭ ਕੇ। ਕਹਾਂ ਗਏ ਕਹਿ ਦੇਹੋ ਬਤਾਏ। ਤੁਸੀਂ ਦੱਸੋ ਕਿੱਥੇ ਗਏ ਨੇ ਤੀਰ ਸਾਡੇ। ਬਾਣ ਬਕੀਮਤ ਦਏ ਚਲਾਏ। ਬੜੇ ਬੇਕੀਮਤੀ ਬੇਸ਼ਕੀਮਤੀ ਤੀਰ ਅਸੀਂ ਚਲਾਏ ਨੇ ਅੱਜ ਪੰਜੇ ਹੀ। ਸ੍ਰੀ ਮੁਖ ਤੇ ਸੁਨ ਕਹਿ ਸਿਖ ਕਹਿ। ਜਦੋਂ ਇਹ ਬਚਨ ਮਹਾਰਾਜ ਨੇ ਕਹੇ ਤੇ ਸਾਰਾ ਖਾਲਸਾ ਹੱਥ ਜੋੜ ਕੇ ਬੋਲਿਆ, ਹਮ ਨਹਿ ਭੇਵ ਤਿਨੋ ਕੋ ਲਹੈ। ਗਰੀਬ ਨਵਾਜ ਜੀ, ਅਸੀਂ ਉਹਨਾਂ ਤੀਰਾਂ ਦਾ ਭੇਦ ਨਹੀਂ ਪਾ ਸਕਦੇ, ਸਾਡੀ ਬੁੱਧੀ ਨਹੀਂ ਹੈ। ਕਿਉਂਕਿ ਪ੍ਰਭ ਕੀ ਗਤ ਨ ਕੋ ਜਾਣੈ, ਜੋਗੀ ਜਤੀ ਤਪੀ ਪਜ ਹਾਰੇ, ਅਰਬੋ ਲੋਕ ਸਿਆਣੇ। ਮਹਾਰਾਜ ਅਸੀਂ ਉਹਨਾਂ ਦਾ ਭੇਦ ਨਹੀਂ ਪਾ ਸਕਦੇ। ਕੁਦਰਤ ਕੇ ਮਾਲਕ ਗੁਰ ਪੂਰੇ। ਇਹ ਸੱਚੇ ਪਾਤਸ਼ਾਹ ਜੀਓ, ਆਪ ਇਸ ਕੁਦਰਤ ਦੇ ਕਾਦਰ ਹੋ। ਇਹ ਜਿੰਨੀ ਕਾਇਨਾਤ ਹੈ, ਜਿੰਨੀ ਸ੍ਰਿਸ਼ਟੀ ਹੈ, ਜਿੰਨੀ ਪ੍ਰਕਿਰਤੀ ਹੈ, ਇਹ ਸਭ ਤੁਹਾਡੀ ਬਣਾਈ ਹੋਈ ਹੈ। ਕੌਣ ਲਖੈ ਚਾਲਿਤਰ ਸਰੂਰੇ। ਆਪ ਜੀ ਦੇ ਸੋਹਣੇ ਸੋਹਣੇ ਕੌਤਕਾਂ ਨੂੰ ਕੌਣ ਜਾਣ ਸਕਦਾ, ਆਪ ਜੀ ਦੀ ਲੀਲਾ ਨੂੰ ਕੌਣ ਸਮਝ ਸਕਦਾ। ਸੱਚੇ ਪਾਤਸ਼ਾਹ ਜੀਓ, ਜਾਨੋ ਆਪ ਸਰਬ ਕੀ ਗਤੀ। ਆਪ ਹੀ ਸਾਰਿਆਂ ਦੀ ਗਤੀ ਜਾਣਦੇ ਹੋ। ਇਸ ਸੰਸਾਰ ਵਿੱਚ ਚਾਰਾਚਾਰ ਜਿਤਨੀ ਸ੍ਰਿਸ਼ਟੀ ਹੈ, ਜੜ ਚੇਤਨ ਜਿਤਨਾ ਪਸਾਰਾ ਹੈ, ਉਹ ਸਭ ਆਪ ਜੀ ਦੇ ਹੱਥ ਵਿੱਚ ਹੈ। ਪਕਰੇ ਕਿਦੋ ਥਿਰੇ ਜਿਤ ਕਿਤੀ। ਇਹ ਆਪ ਹੀ ਜਾਣਦੇ ਹੋ ਵੀ ਤੀਰ ਕਿੱਥੇ ਚਲੇ ਗਏ ਨੇ, ਕਿਸੇ ਨੇ ਫੜ ਲਏ ਨੇ ਜਾਂ ਕਿਤੇ ਅਟਕ ਗਏ ਨੇ ਅਸਮਾਨ ਦੇ ਵਿੱਚ। ਵੈਸੇ ਤਾਂ ਅਸਮਾਨ ਵਿੱਚ ਕੋਈ ਚੀਜ਼ ਅਟਕ ਨਹੀਂ ਸਕਦੀ, ਜਿਹੜੀ ਵੀ ਚੀਜ਼ ਅਸਮਾਨ 'ਚ ਜਾਏਗੀ ਥੱਲੇ ਆਏਗੀ। ਧਰਤੀ ਵੱਲ ਆਕਰਸ਼ਣ ਸ਼ਕਤੀ ਹੈ ਧਰਤੀ ਦੀ। ਪਰ ਮਹਾਰਾਜ ਇਹ ਸਾਨੂੰ ਨਹੀਂ ਸਮਝ ਆਉਂਦੀ ਵੀ ਤੀਰ ਕਿੱਥੇ ਚਲੇ ਗਏ ਨੇ। ਦੇਖਤ ਰਹੇ ਗगन ਦਿਸ ਸਾਰੇ। ਸਾਰਾ ਖਾਲਸਾ ਮਹਾਰਾਜ ਅਸਮਾਨ ਵੱਲ ਨਿਗਾਹ ਲਾ ਕੇ ਖੜਾ ਰਿਹਾ ਹੈ। ਕਿਸੇ ਸਿੰਘ ਨੇ ਵੀ ਅਵਹੇਲਨਾ ਨਹੀਂ ਕੀਤੀ, ਆਲਸ ਨਹੀਂ ਕੀਤੀ, ਬੇਧਿਆਨੀ ਨਹੀਂ ਕੀਤੀ। ਸਾਰਿਆਂ ਦਾ ਧਿਆਨ ਸੀ ਵੀ ਸਤਿਗੁਰਾਂ ਦੇ ਬੇਸ਼ਕੀਮਤੀ ਤੀਰ ਵਾਪਸ ਆਉਣੇ ਨੇ, ਅਸੀਂ ਲੱਭ ਕੇ ਲਿਜਾਣੇ ਨੇ। ਮਹਾਰਾਜ ਸੈਂਕੜੇ ਸਿੰਘ ਖਲੋਤੇ ਰਹੇ ਨੇ ਪਹਿਰੇ ਤੇ, ਤੀਰ ਵਾਪਸ ਨਹੀਂ ਆਏ। ਦੇਖ ਚਲਤੇ ਪੁਨ ਨਹੀਂ ਨਿਹਾਰੇ। ਮਹਾਰਾਜ ਸਿਰਫ ਤੁਹਾਡੀ ਕਮਾਨ ਦੇ ਵਿੱਚੋਂ ਚੱਲਦੇ ਵੇਖੇ ਨੇ, ਪਰ ਮੁੜ ਕੇ ਉਹਨਾਂ ਦੇ ਦਰਸ਼ਨ ਨਹੀਂ ਹੋਏ। ਰਹੇ ਪ੍ਰਤੀਖਤ ਜਾਮ ਬਿਤਾਇਓ। ਇੱਕ ਪੈਰ ਤੱਕ ਸੱਚੇ ਪਾਤਸ਼ਾਹ ਜੀ ਉਡੀਕਦੇ ਰਹੇ ਆ, ਇੱਕ ਪੈਰ ਤੱਕ ਵੇਖਦੇ ਰਹੇ ਆ ਵੀ ਤੀਰ ਵਾਪਸ ਆਉਣਗੇ, ਪਰ ਹਜੂਰ ਦੇ ਤੀਰ ਵਾਪਸ ਨਹੀਂ ਆਏ। ਤਿਨ ਆਗਮਨ ਨਹੀਂ ਲਖ ਪਾਇਓ। ਅਸੀਂ ਕਿਸੇ ਨੇ ਵੀ ਨਹੀਂ ਵੇਖਿਆ ਮਹਾਰਾਜ ਤੀਰ ਆਉਂਦਾ। ਸ੍ਰੀ ਮੁਖ ਮੁਸਕਾਵਤ ਮੰਦ ਮੰਦ। ਮਹਾਰਾਜ ਸਿੰਘਾਂ ਦੀਆਂ ਗੱਲਾਂ ਸੁਣ ਰਹੇ ਸੀ ਤੇ ਬੁੱਲਾਂ 'ਚ ਨਾ ਮੁਸਕਰਾ ਰਹੇ ਸੀ,
ਕਿਉਂਕਿ ਉਹ ਤੇ ਜਾਣਦੇ ਸੀ ਭੇਦ। ਖਾਲਸੇ ਨੂੰ ਭੇਦ ਜਣਾਉਣਾ ਸੀਗਾ, ਸਮਝਾਉਣਾ ਸੀ, ਕਿ ਗਿਆਨ ਦੇਣਾ ਸੀ। ਇਸ ਕਰਕੇ ਮਹਾਰਾਜ ਆਪਣੇ ਪਿਆਰੇ ਖਾਲਸੇ ਦੀ ਭੋਲੀ ਅਵਸਥਾ ਨੂੰ ਵੇਖ ਕੇ ਖੁਸ਼ ਹੋ ਰਹੇ ਸਨ, ਪ੍ਰਸੰਨ ਹੋ ਰਹੇ ਸਨ, ਮੁਸਕਰਾ ਰਹੇ ਸਨ। ਕਹਿਤ ਭਏ ਤੁਮ ਸੁਮਤ ਬਿਲੰਦ। ਮਹਾਰਾਜ ਕਹਿੰਦੇ ਸਿੰਘੋ ਤੁਸੀਂ ਸਾਰੇ ਸਿਆਣੇ ਹੋ, ਸਗਰੇ ਕਰੀਏ ਹੈ ਭਲੇ ਵਿਚਾਰਨ। ਚੰਗੀ ਤਰ੍ਹਾਂ ਸੋਚੋ, ਵਿਚਾਰੋ ਵੀ ਹਾਂ ਤੀਰ ਚਲੇ ਕਿੱਥੇ ਗਏ ਨੇ, ਸਰ ਆਗਮਨ ਨਾ ਭਾ ਕਿਸ ਕਾਰਨ। ਵਾਪਸ ਕਿਉਂ ਨਹੀਂ ਆਏ ਤੀਰ? ਗਏ ਕਹਿ ਕਿਤੋਂ ਸਿਧਾਰੇ। ਉਹ ਕਿਤੇ ਚਲੇ ਗਏ ਨੇ, ਜਾਂ ਉੱਤੇ ਅਸਮਾਨ 'ਚ ਕਿਸੇ ਨੇ ਫੜ ਲਏ ਨੇ, ਜਾਂ ਉੱਤੇ ਕਿਸੇ ਚੀਜ਼ ਵਿੱਚ ਅਟਕ ਗਏ ਨੇ। ਕਿਉਂਕਿ ਅਸਮਾਨ ਵਿੱਚ ਤਾਂ ਕੋਈ ਚੀਜ਼ ਐਸੀ ਹੈ ਨਹੀਂ ਜਿੱਥੇ ਤੀਰ ਜਾ ਕੇ ਅਟਕ ਜਾਣਗੇ। ਉੱਤੇ ਕੋਈ ਬੰਦਾ ਇਹੋ ਜਿਹਾ ਤਾਂ ਬੈਠਾ ਨਹੀਂ ਜਿਹੜਾ ਤੀਰਾਂ ਨੂੰ ਫੜ ਲਏਗਾ। ਜਾਂ ਤਾਂ ਉੱਤੇ ਕਿਸੇ ਨੇ ਫੜ ਲਏ ਨੇ, ਜਾਂ ਉਹ ਕਿਸੇ 'ਚ ਅਟਕ ਗਏ ਨੇ, ਥੱਲੇ ਵਾਪਸ ਨਹੀਂ ਆਏ। ਆਉਣੇ ਚਾਹੀਦੇ ਨੇ ਤੀਰ। ਜਿਸ ਤੇ ਆਵਤ ਨਹੀਂ ਨਿਹਾਰੇ। ਕੀ ਕਾਰਨ ਹੈ ਸਿੰਘੋ ਵੀ ਤੁਸੀਂ ਵੇਖੇ ਕਿਉਂ ਨਹੀਂ ਤੀਰ ਵਾਪਸ ਆਉਂਦੇ? ਨਾਲੇ ਮਹਾਰਾਜ ਮੁਸਕਰਾ ਰਹੇ ਨੇ ਤੇ ਨਾਲੇ ਇਹ ਬਚਨ ਕਹਿ ਰਹੇ ਨੇ। ਤਬ ਕਰ ਜੋਰ ਖਾਲਸਾ ਕਹੈ। ਤਾਂ ਸਾਰੇ ਖਾਲਸੇ ਨੇ ਹੱਥ ਜੋੜ ਲਏ। ਭਾਈ ਦਇਆ ਸਿੰਘ ਜੀ ਵਰਗੇ ਬ੍ਰਹਮ ਗਿਆਨੀ, ਭਾਈ ਉਦੇ ਸਿੰਘ ਜੀ ਵਰਗੇ ਜੰਗੀ ਜਰਨੈਲ, ਭਾਈ ਆਲਮ ਸਿੰਘ ਵਰਗੇ ਸਤਿਗੁਰਾਂ ਦੇ ਨਿਸ਼ਕਾਮ ਸੇਵਕ ਕਹਿਣ ਲੱਗੇ, ਰਾਵਰ ਸਕਲ ਸਥਲ ਗਤ ਲਹੈ। ਇਹ ਸੱਚੇ ਪਾਤਸ਼ਾਹ ਆਪ ਜੀ ਸਭ ਸ੍ਰਿਸ਼ਟੀ ਦੇ ਕਣ ਕਣ ਦੀ ਸੋਝੀ ਰੱਖਦੇ ਹੋ। ਖੰਡ ਬ੍ਰਹਮੰਡ ਵਿੱਚ, ਧਰਤੀ ਅਸਮਾਨ ਵਿੱਚ, ਜਿਮੀ ਅਸਮਾਨ ਵਿੱਚ ਜੋ ਕੁਝ ਵੀ ਹੋ ਰਿਹਾ ਉਹ ਆਪ ਜਾਣੀ ਜਾਣ ਹੋ। ਦਾਸਨ ਕੋ ਸਰਗਤੀ ਬਖਾਨੋ। ਮਹਾਰਾਜ ਸਾਨੂੰ ਹੋਰ ਭੁਲੇਖੇ 'ਚ ਨਾ ਪਾਓ, ਕਿਰਪਾ ਕਰਕੇ ਦੱਸੋ ਤੀਰ ਕਿੱਥੋਂ ਆਏ, ਕਿੱਥੇ ਗਏ? ਜਿਨ ਕਿਤ ਅਟਕੇ ਪ੍ਰਭੂ ਸੋ ਜਾਨੋ। ਜਿੱਥੇ ਅਟਕੇ ਨੇ ਤੁਸੀਂ ਜਾਣਦੇ ਹੋ, ਸਾਨੂੰ ਨਹੀਂ ਪਤਾ ਤੀਰ ਵਾਪਸ ਕਿਉਂ ਨਹੀਂ ਆਏ ਅਸਮਾਨ ਤੋਂ। ਕਿਉਂਕਿ ਆਉਣੇ ਚਾਹੀਦੇ ਨੇ। ਸਧਾਰਨ ਅਵਸਥਾ ਤਾਂ ਇਹੀ ਹੈ ਵੀ ਜਿੱਡਾ ਮਰਜ਼ੀ ਕੋਈ ਤੀਰ ਅੰਦਾਜ਼ ਤੀਰ ਚਲਾਵੇ, ਕਿੰਨੀ ਦੂਰ ਜਾਏਗਾ? ਮੀਲ, 2 ਮੀਲ, 3 ਮੀਲ, ਵਾਪਸ ਤਾਂ ਆਏਗਾ ਹੀ ਨਾ ਤੀਰ। ਮਹਾਰਾਜ ਤੀਰ ਇੰਨਾ ਚਿਰ ਉਡੀਕ ਕੇ ਵਾਪਸ ਨਹੀਂ ਆਏ। ਕਿਰਪਾ ਕਰਕੇ ਦੱਸੋ ਇਹ ਕੀ ਖੇਡ ਹੈ? ਲਾਲਸ ਲਖੀ ਖਾਲਸੇ ਕੇਰੀ। ਜਦੋਂ ਸਾਰੇ ਖਾਲਸੇ ਨੇ ਇੱਛਾ ਜ਼ਾਹਰ ਕੀਤੀ ਜਾਣਨੇ ਦੀ, ਇਹ ਰਮਜ ਕੀ ਹੈ ਮਹਾਰਾਜ, ਇਹ ਭੇਦ ਕੀ ਹੈ, ਖੋਲ ਕੇ ਦੱਸੋ। ਤਾਂ ਸਾਰੇ ਖਾਲਸੇ ਦੀ ਲਾਲਸਾ ਵੇਖ ਕੇ ਸ੍ਰੀ ਮੁਖ ਉਚਰਤ ਭੇਦ ਸਵੇਰੀ। ਸਾਹਿਬ ਕਲਗੀਧਰ ਪਾਤਸ਼ਾਹ ਆਪਣੇ ਮੁਖਾਰਬਿੰਦ ਤੋਂ ਬੋਲੇ, ਇਹ ਤੁਮ ਕੋ ਦ੍ਰਿਸ਼ਟਾਂਤ ਦਿਖਾਇਓ। ਮਹਾਰਾਜ ਕਹਿੰਦੇ ਖਾਲਸਾ ਜੀ ਇਹ ਤਾਂ ਤੁਹਾਨੂੰ ਸਮਝਾਉਣ ਵਾਸਤੇ ਅਸੀਂ ਦ੍ਰਿਸ਼ਟਾਂਤ ਵਿਖਾਇਆ ਹੈ। ਦਾਸ਼ਟਾਂਤ ਅਬ ਸੁਨੋ ਸੁਹਾਇਓ। ਹੁਣ ਦਾਸ਼ਟਾਂਤ ਦੱਸਾਂਗੇ। ਪਹਿਲਾਂ ਮਹਾਰਾਜ ਕਹਿੰਦੇ ਤੁਹਾਨੂੰ ਐਗਜ਼ਾਮਪਲ ਸਮਝਾ ਦਿੱਤੀ ਹੈ, ਤੇ ਹੁਣ ਉਹਦਾ ਤੁਹਾਨੂੰ ਉਪਦੇਸ਼ ਦੇਾਂਗੇ ਵੀ ਇਹ ਕਿਉਂ ਅਸੀਂ ਤੁਹਾਨੂੰ ਦਿਖਾਇਆ ਕੌਤਕ। ਪੁਰ ਹੁਮਾਓ ਸੰਗ ਲਾਗਿਓ ਕਾਨ। ਅਸਲ ਵਿੱਚ ਜਿਹੜੇ ਤੀਰ ਗਏ ਨੇ ਇਹਨਾਂ ਨੂੰ ਹੁਮਾ ਪੰਛੀ ਦੇ ਪਰ ਲੱਗੇ ਹੋਏ ਸਨ, ਖੰਭ ਲੱਗੇ ਹੋਏ ਸਨ। ਨਾਰਦ ਮੁਨੀ ਜੀ ਭੇਟਾ ਕਰਕੇ ਅਸੀਂ ਤੀਰਾਂ ਨੂੰ ਲਾ ਕੇ ਉਹ ਚਲਾ ਦਿੱਤੇ। ਹਮ ਤਨ ਜੋਰ ਤਜਿਓ ਬਰਬਾਨ। ਅਸੀਂ ਆਪਣੇ ਕਮਾਨ ਵਿੱਚ ਚਿੱਲੇ ਚਾੜ ਕੇ ਬਾਣ ਛੱਡੇ ਹਨ। ਸੋਖਗ ਆਪਣੇ ਦੇਸ਼ ਮਝਾਰਾ। ਇਹ ਖੰਭਾਂ ਦੀ ਖੂਬੀ ਹੈ। ਇਹ ਹੁਮਾ ਪੰਛੀ ਦੇ, ਅਨਲ ਪੰਛੀ ਦੇ ਜਿਹੜੇ ਖੰਭ ਹਨ, ਇਹ ਜਿਹੜੀ ਚੀਜ਼ ਨੂੰ ਲੱਗ ਜਾਣ ਉਹ ਚੀਜ਼ ਨੂੰ ਉਡਾ ਕੇ ਉੱਥੇ ਲੈ ਜਾਂਦੇ ਨੇ, ਹਜ਼ਾਰਾਂ ਲੱਖਾਂ ਮੀਲ ਉੱਪਰ ਅਸਮਾਨ ਵਿੱਚ, ਜਿੱਥੇ ਹੁਮਾ ਪੰਛੀ ਰਹਿੰਦਾ ਹੈ, ਜਿੱਥੇ ਉਹਦਾ ਸਥਾਨ ਹੈ, ਉਨੀ ਦੂਰ ਲੈ ਜਾਂਦੇ ਨੇ। ਲੈ ਗਮਨਿਓ ਸਰ ਤਰੈ ਨਾ ਡਾਰਾ। ਇਹ ਤੀਰ ਉੱਥੇ ਚਲੇ ਗਏ ਨੇ। ਸਾਧ ਸੰਗਤ ਜੀ ਅੱਜ ਦੇਖੋ ਬੜੀਆਂ ਬੜੀਆਂ ਵੱਡੀਆਂ ਉਹ ਗ੍ਰਹਿ ਉਪਗ੍ਰਹਿ ਸਰਕਾਰਾਂ ਭੇਜਦੀਆਂ ਨੇ, ਤੇ ਉੱਥੋਂ ਕੈਮਰੇ ਨਾਲ ਇੱਥੋਂ 15-15 ਲੱਖ ਮੀਲ ਉੱਪਰ ਜਾਂਦੇ ਨੇ। ਉੱਥੋਂ ਕੈਮਰੇ ਫਿੱਟ ਕਰਕੇ ਤੇ ਉਹ ਨਾਸਾ ਵਾਲੇ ਫੋਟੋਆਂ ਖਿੱਚ ਕੇ ਭੇਜਦੇ ਨੇ। ਕਲਗੀਧਰ ਪਾਤਸ਼ਾਹ ਉਹਨਾਂ ਤੋਂ ਵੱਡੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ੰਕਾ ਨਹੀਂ ਕਰਨਾ, ਇਹ ਬੁੱਧੀ ਇਨਸਾਨ ਦੀ ਹੈ, ਉਹ ਭਗਵਾਨ ਦੀ ਹੈ। ਭਗਵਾਨ ਦੀ ਬੁੱਧੀ ਦੇ ਸਾਹਮਣੇ ਇਨਸਾਨ ਦੀ ਬੁੱਧੀ ਛੋਟੀ ਹੈ। ਅਸੀਂ ਨਹੀਂ ਜਾਣ ਸਕਦੇ ਪ੍ਰਭ ਕੀ ਗਤ ਨਾ ਕੋਉ ਜਾਣੈ। ਤੀਰ ਛੱਡੇ ਸੱਚੇ ਪਾਤਸ਼ਾਹ ਨੇ, ਵਾਪਸ ਨਹੀਂ ਆਏ। ਮਹਾਰਾਜ ਕਹਿੰਦੇ ਖਾਲਸਾ ਜੀ ਇਹ ਹੁਮਾ ਦੇ ਦੇਸ਼ ਚਲੇ ਗਏ ਨੇ, ਜਿੱਥੋਂ ਹੁਮਾ ਰਹਿੰਦਾ ਹੈ, ਜਿੱਥੇ ਉੱਥੋਂ ਇਹ ਪਾਰ ਆਏ ਸੀ ਤੇ ਤੀਰਾਂ ਨੂੰ ਉਡਾ ਕੇ ਉੱਥੇ ਹੀ ਲੈ ਗਏ ਨੇ। ਤਿਮ ਗੁਰਬਾਣੀ ਕੇ ਸੰਗ ਲਾਗਾ। ਤੁਹਾਨੂੰ ਦ੍ਰਿਸ਼ਟਾਂਤ ਦਸੀਏ, ਜਿਵੇਂ ਹੁਮਾ ਪੰਛੀ ਦੇ ਪਰ ਤੀਰਾਂ ਨੂੰ ਹੁਮਾ ਦੇ ਦੇਸ਼ ਲੈ ਗਏ ਨੇ, ਇਵੇਂ ਜਿਹੜੀ ਗੁਰੂ ਦੀ ਬਾਣੀ ਹੈ ਨਾ, ਜਿਹੜਾ ਗੁਰੂ ਦਾ ਬਾਣਾ ਹੈ, ਗੁਰੂ ਦੀ ਬਾਣੀ ਹੈ, ਇਹ ਅਕਾਲ ਪੁਰਖ ਦੇ ਖੰਭ ਹਨ।
ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਖੀ ਜਾਣੋ। ਹੁਣ ਇਹ ਗੱਲ ਨੂੰ ਖੋਲਣ ਲੱਗੇ ਦਸਵੇਂ ਪਾਤਸ਼ਾਹ ਜੀ। ਕਹਿੰਦੇ ਜਿਹੜਾ ਅਕਾਲ ਪੁਰਖ ਦਾ ਪਰਮੇਸ਼ਰ ਦਾ ਦੇਸ਼ ਹੈ, ਉੱਥੋਂ ਬਾਣੀ ਆਈ ਹੈ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਬਾਣੀ ਮਹਾਂਪੁਰਖ ਕੀ, ਇਹ ਪਰਮੇਸ਼ਰ ਦੀ ਬਾਣੀ ਹੈ। ਇਹ ਕਿਸੇ ਬੰਦੇ ਦੀ ਕਵਿਤਾ ਨਹੀਂ ਬਣਾਈ ਹੋਈ। ਇਹ ਅਨੁਭਵੀ ਪੁਰਸ਼ਾਂ ਦੇ ਹਿਰਦੇ ਵਿੱਚੋਂ ਜਿੱਥੇ ਆਤਮ ਪ੍ਰਕਾਸ਼ ਹੋ ਗਿਆ, ਉਥੋਂ ਇਹ ਬਾਣੀ ਉਤਰੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਧੁਰ ਕੀ ਹੈ, ਇਹ ਸੱਚਖੰਡ ਤੋਂ ਆਈ ਹੈ। ਪਠਤ ਸੁਨਤ ਜੋ ਕਰ ਅਨੁਰਾਗਾ, ਜਿਹੜਾ ਇਸ ਬਾਣੀ ਨੂੰ ਪ੍ਰੇਮ ਨਾਲ ਪੜ੍ਹੇਗਾ, ਜਿਹੜਾ ਇਸ ਬਾਣੀ ਨੂੰ ਪ੍ਰੇਮ ਨਾਲ ਸੁਣੇਗਾ, ਸੋ ਬਾਣੀ ਪਾਠ ਲੈ ਜਾਏ। ਇਹ ਬਾਣੀ ਉਹਨੂੰ ਕਿੱਥੇ ਲੈ ਜਾਏਗੀ? ਜਿੱਥੋਂ ਇਹ ਆਈ ਹੈ, ਸੱਚਖੰਡ ਤੋਂ ਆਈ ਹੈ, ਉੱਥੇ ਲੈ ਜਾਏਗੀ। ਜਿਹੜਾ ਇਸ ਬਾਣੀ ਨੂੰ ਪ੍ਰੇਮ ਨਾਲ ਪੜ੍ਹੇਗਾ, ਸ਼ਰਧਾ ਨਾਲ ਪੜ੍ਹੇਗਾ। ਦੇਸ ਗੁਰੂ ਕੋ ਹਿਰਦਾ ਸੁਹਾਏ, ਜਿਹੜਾ ਗੁਰੂ ਦਾ ਹਿਰਦਾ ਹੈ ਉਹ ਸੱਚਖੰਡ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਦੇਸ਼ ਕਿਹੜਾ, ਕਿੱਥੋਂ ਆਈ ਹੈ ਬਾਣੀ? ਗੁਰੂ ਦੇ ਹਿਰਦੇ ਵਿੱਚੋਂ। ਤੇ ਗੁਰੂ ਕੀ ਹੈ? ਪਰਮੇਸ਼ਰ। ਗੁਰ ਪਰਮੇਸ਼ਰ ਇੱਕੋ ਜਹਾਨ। ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਦਰਸ਼ਨ ਦੇਣ ਵਾਸਤੇ ਸਾਡੇ ਵਰਗਾ ਰੂਪ ਧਾਰਨ ਕੀਤਾ। ਵੈਸੇ ਗੁਰੂ ਨਾਨਕ ਦਾ ਇਹ ਰੂਪ ਨਹੀਂ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਨਾਨਕ ਨੇ ਸਾਨੂੰ ਦਰਸ਼ਨ ਦੇਣ ਲਈ, क्योंकि एक नजर से क्या बुलबुला कुल बहर को देखे, सागर को या मंझ धार को या लहर को देखे। पानी च बुलबुला पैदा होया है, ਉਹਦੀ छोटी जी अख है, वो पूरा सागर वेख सकदा? ਉਹਦੀ लंबाई चढ़ाई उचाई समुंदर दी देख सकदा, नाप सकदा? ਅਸੀਂ बुलबुले हाँ जैसे जल ते बुदबुदा, उपजै बिद सै नीत जग रचना तैसे रची, कहो नानक सुन मीत। ते महाराज अकाल पुरख परमेश्वर समुंदर है, ਵਿਰਾਟ ਰੂਪ ਹੈ ਉਹਦਾ। ਉਹ ਸਮੁੰਦਰ ਨੂੰ ਅਸੀਂ ਦੇਖ ਸਕਦੇ ਹਾਂ? ਤਾਂ ਫਿਰ ਕੀ ਹੋਇਆ? ਉਹਨੇ ਸਾਡੇ ਵਰਗਾ ਰੂਪ ਧਾਰਨ ਕਰ ਲਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਰੋਮ 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 ਕੋਟ ਬ੍ਰਹਮੰਡ ਕੋ ਨਿਵਾਸ, ਜਾਸ ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ। ਜਿਹਦੇ ਇੱਕ ਰੋਮ ਵਿੱਚ ਕਰੋੜਾਂ ਬ੍ਰਹਮੰਡ, ਕਰੋੜਾਂ ਗਲੈਕਸੀਜ਼ ਨੇ। ਉਹ ਪਰਮਾਤਮਾ ਸਾਨੂੰ ਦਰਸ਼ਨ ਦੇਣ ਲਈ ਗੁਰੂ ਨਾਨਕ ਬਣ ਕੇ ਆਇਆ ਹੈ। ਉਹ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ ਹੈ। 10 ਜਾਮੇ ਧਾਰਨ ਕੀਤੇ ਨੇ। ਉਹ ਗੁਰੂ ਕੀ ਸੰਗਤ, ਗੁਰੂ ਦਾ ਖਾਲਸਾ ਬਣਿਆ ਹੋਇਆ ਹੈ। ਉਹ ਸੰਤ ਮਹਾਂਪੁਰਸ਼ ਬਣਿਆ ਹੋਇਆ, ਗੁਰੂ ਗ੍ਰੰਥ ਸਾਹਿਬ ਬਣਿਆ ਹੋਇਆ। ਆਖੋ ਸ੍ਰੀ ਵਾਹਿਗੁਰੂ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ, ਜਾਸ ਮਾਨਸੇ ਅਵਤਾਰ ਧਾਰ ਦਰਸ਼ ਦਿਖਾਏ ਹੈ। ਜਾਕੇ ਓੰਕਾਰ ਕੇ ਆਕਾਰ ਹੈ ਨਾਨਾ ਪ੍ਰਕਾਰ। ਇੱਕ ਓੰਕਾਰ ਦਾ ਪਸਾਰਾ ਐਡਾ ਵੱਡਾ ਹੈ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। जाके ओंकार के आकार है नाना प्रकार, श्री मुख शब्द गुर सिखन सुनाए हैं। ਉਹਨੇ ਸਾਡੇ ਕੰਨਾਂ 'ਚ ਗੁਰਮੰਤਰ ਦੇਤਾ ਗੁਰੂ ਨਾਨਕ ਬਣ ਕੇ। ਨਹੀਂ ਤੇ ਅਸੀਂ ਉਹਦਾ ਸ਼ਬਦ ਕਿੱਥੇ ਸੁਣ ਸਕਦੇ ਸਾਂ? ਸਾਡੇ ਕੰਨਾਂ 'ਚ ਉਹਦੇ ਸ਼ਬਦ ਨੂੰ ਸੁਣਨ ਦੀ ਸ਼ਕਤੀ ਨਹੀਂ ਸੀ। ਉਹਨੇ ਆਪਣਾ ਸ਼ਬਦ ਸੁਣਾਉਣ ਲਈ ਸਾਡੇ ਵਰਗਾ ਰੂਪ ਧਾਰਨ ਕਰ, ਅੰਦਰ ਪ੍ਰਕਾਸ਼ ਕਰ। ਇਸ ਲਈ ਗੁਰੂ ਪਰਮੇਸ਼ਰ ਇੱਕੋ ਜਾਣ। ਇਹ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦਾ ਹੀ ਰੂਪ ਹਨ, ਪਰਮੇਸ਼ਰ ਹਨ। ਉਹਨਾਂ ਦੇ ਹਿਰਦੇ 'ਚੋਂ ਬਾਣੀ ਆਈ ਹੈ। ਧੁਰ ਕੀ ਬਾਣੀ ਆਈ। ਕਹਿੰਦੇ ਸੱਚਖੰਡ ਕੀ ਹੈ? ਸੱਚਖੰਡ ਗੁਰੂ ਨਾਨਕ ਦਾ ਹਿਰਦਾ ਹੈ। ਸੱਚਖੰਡ ਕਲਗੀਆਂ ਵਾਲੇ ਦਾ ਹਿਰਦਾ ਹੈ। ਉਹ ਅਨੁਭਵ ਪ੍ਰਕਾਸ਼ ਜਿੱਥੋਂ ਉਤਰਿਆ, ਜਿੱਥੇ ਉਹ ਪਰਮ ਜੋਤੀ ਦਾ ਪ੍ਰਕਾਸ਼ ਹੋ ਰਿਹਾ ਬ੍ਰਹਮ ਦਾ, ਉਹ ਗੁਰੂ ਨਾਨਕ ਦਾ ਹਿਰਦਾ ਹੈ। ਹਾਂਜੀ। ਨਿਜ ਸੰਗੀਤ ਹੈ ਕਹੇ ਪਚਾਵਨ। ਤੇ ਮਹਾਰਾਜ ਕਲਗੀਧਰ ਜੀ ਕਹਿੰਦੇ, ਜਿਹਨੂੰ ਬਾਣੀ ਹਿਰਦੇ 'ਚ ਵਸ ਗਈ, ਉਹਨੂੰ ਉੱਥੇ ਲੈ ਜਾਂਦੀ। ਜਿਵੇਂ ਹੁਮਾ ਪੰਛੀ ਦੇ ਪਰ ਤੀਰਾਂ ਨੂੰ ਉੱਥੇ ਹੀ ਲੈ ਗਏ ਨੇ, ਵਾਪਸ ਨਹੀਂ ਆਏ ਤੀਰ। ਜਹਾਂ ਬਹਰ ਨਹੀਂ ਆਵਨ ਜਾਵਨ। ਕਹਿੰਦੇ ਉੱਥੇ ਲੈ ਜਾਏਗੀ ਬਾਣੀ ਜੀਵ ਨੂੰ, ਜਿੱਥੇ ਆਉਣਾ ਜਾਣਾ ਕੋਈ ਨਹੀਂ, ਜੰਮਣਾ ਮਰਨਾ ਕੋਈ ਨਹੀਂ। न किस जन्मे न किस मरै, आपन चलते आप ही करे। आवन जावन दृष्टां दृष्ट आज्ञा धारी सारी धारी सब श्रेष्ठ। आपे आप सगल में आप उस खेड विच पहुंचा दिंदी है बाणी। हाँ जी। श्री सतगुर सन दत्त मिलाए। महाराज श्री गुरु गोबिंद सिंह सच्चे पातशाह जी श्री सतगुर सन देत मिलाए। ये जिहड़ी बाणी है ना, ये कहंदी गुरु नाल मिला दिंदी है। बाणी गुरु नूं मिलना किवें है? बाणी पढ़ो, गुरु नाल मेल होना। महाराज कहंदे जिहड़ा बाणी मेरे नाल बचन करना चाहुंदा है, गुरु ग्रंथ साहिब दी बाणी पढ़े, मेरे नाल बचन होणगे। जो पुछना गुरबाणी तो पुछ लो। प्रगट गुरां की देह है, हाजर नाजर है। हाँ जी।
ਬੜ ਆਨੰਦ ਮਹਿ ਰਹਿ ਸਮਾਏ। ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਾ ਸੁਣਦਾ ਬੜੇ ਆਨੰਦ ਵਿੱਚ ਸਮਾ ਜਾਂਦਾ, ਪਰਮਾਨੰਦ ਵਿੱਚ ਪਹੁੰਚ ਜਾਂਦਾ, ਸੱਚਖੰਡ 'ਚ ਪਹੁੰਚ ਜਾਂਦਾ ਹੈ। ਪੰਖੀ ਗੁਰੂ ਸੋ ਪੰਖ ਸ਼ਬਦ ਗਨ। ਕਹਿੰਦੇ ਪੰਖੀ ਗੁਰੂ ਹੈ। ਕਹਿੰਦੇ ਹੁਮਾ ਪੰਛੀ ਕਿਹੜਾ? ਇੱਥੇ ਹੁਮਾ ਪੰਛੀ ਗੁਰੂ ਨਾਨਕ ਹੀ ਹੈ। ਤੇ ਉਹਦੇ ਖੰਭ ਕਿਹੜੇ ਨੇ? ਸ਼ਬਦ। ਪੰਖੀ ਗੁਰੂ ਪੰਖ ਸ਼ਬਦ ਗਣ। ਜਿੰਨੇ ਗੁਰਬਾਣੀ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ ਦਸਮ ਦੇ ਬਾਣੀ ਦੇ ਜਿੰਨੇ ਮਹਾਂਪੁਰਸ਼ਾਂ ਦੇ ਉਪਦੇਸ਼ ਨੇ ਉਹਦੇ ਖੰਭ ਨੇ। ਪੰਖੀ ਗੁਰੂ, ਪੰਖੀ ਦਾ ਗੁਰੂ ਹੈ। ਸੋ ਪੰਖ ਸ਼ਬਦ ਗਣ, ਜਿਹੜੇ ਉਹਦੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹਦੇ ਖੰਭ ਹਨ। ਬਾਣੀ ਉਹਦੇ ਖੰਭ ਹਨ। ਗੁਰੂ ਪੰਛੀ ਹੈ। ਤੇ ਸਾਨੂੰ ਲੈ ਕਿੱਥੇ ਜਾਣਾ? ਗੁਰੂ ਦੇ ਕੋਲ। ਕਿਹਨੇ ਲੈ ਕੇ ਜਾਣਾ? ਬਾਣੀ ਨੇ। ਹਾਂਜੀ। ਸਿੱਖ ਸਰ ਸੰਗ ਲਗੇ ਜਿਸ ਕੇ ਮਨ। ਤੇ ਤੀਰ ਕਿਹੜੇ ਨੇ? ਤੀਰ ਸਾਡਾ ਮਨ ਹੈ। ਜਿਹੜੇ ਸਿੱਖ ਦੇ ਮਨ ਨੂੰ ਬਾਣੀ ਦੇ ਖੰਭ ਲੱਗ ਗਏ ਨੇ, ਉਹਦਾ ਮਨ ਉੱਡੇਗਾ, ਕਾਮ ਵੱਲ, ਕ੍ਰੋਧ ਵੱਲ, ਵਿਸ਼ਿਆਂ ਵੱਲ ਨਹੀਂ ਜਾਏਗਾ, ਮਾਇਆ ਵੱਲ ਨਹੀਂ ਆਏਗਾ, ਉਹਦਾ ਉੱਪਰ ਹੀ ਸੱਚਖੰਡ ਵੱਲ ਹੀ ਜਾਏਗਾ ਫਿਰ ਉਹਦਾ। ਹਾਂਜੀ। ਜਨਮ ਮਰਨ ਜੁਗ ਰਾਗ ਦਵੈਸ਼। ਆ ਕਹਿੰਦੇ ਜੰਮਣਾ ਤੇ ਮਰਨਾ, ਰਾਗ ਤੇ ਦਵੈਸ਼। ਜੰਮਣਾ ਤੇ ਮਰਨਾ ਸਾਨੂੰ ਸਾਰਿਆਂ ਨੂੰ ਪਤਾ, ਜਿਸ ਜਨਮ ਵੀ ਲਿਆ ਮਰਨਾ ਵੀ ਹੈ। ਰਾਗ ਤੇ ਦਵੈਸ਼ ਕੀ ਹੁੰਦੀ ਹੈ? ਕਿਸੇ ਚੀਜ਼ ਨਾਲ ਅਟੈਚਮੈਂਟ ਹੋਣੀ, ਉਹ ਰਾਗ ਹੁੰਦਾ। ਕੋਈ ਕੱਪੜਾ ਸਾਨੂੰ ਚੰਗਾ ਲੱਗਦਾ ਹੈ, ਅਸੀਂ ਖੁਸ਼ੀ ਨਾਲ ਪਹਿਨਦੇ ਹਾਂ, ਦੂਜਾ ਨਹੀਂ ਚੰਗਾ ਚੁੱਕ ਕੇ ਪਰੇ ਸੁੱਟ ਦਿੰਦੇ ਹਾਂ। ਜਿਹੜਾ ਚੰਗਾ ਲੱਗਦਾ ਉਹ ਰਾਗ ਹੈ, ਜਿਹੜਾ ਨਹੀਂ ਚੰਗਾ ਲੱਗਦਾ ਦਵੈਸ਼ ਹੈ। ਕੋਈ ਖਾਣਾ ਚੰਗਾ ਲੱਗਦਾ ਉਹਦੇ ਨਾਲ ਸਾਡਾ ਰਾਗ ਹੈ, ਕੋਈ ਖਾਣਾ ਪਸੰਦ ਨਹੀਂ ਦਵੈਸ਼ ਹੈ, ਪਰੇ ਕਰ ਦਿੰਦੇ ਹਾਂ। ਕੋਈ ਬੰਦਾ ਸਾਨੂੰ ਚੰਗਾ ਲੱਗਦਾ, ਜੱਫੀਆਂ ਪਾ ਪਾ ਕੇ ਮਿਲਦੇ ਹਾਂ। ਕਿਸੇ ਬੰਦੇ ਨਾਲ ਦਵੈਸ਼ ਹੈ, ਫਤਿਹ ਵੀ ਨਹੀਂ ਬੁਲਾਉਣ ਨੂੰ ਜੀ ਕਰਦਾ, ਮੂੰਹ ਪਰੇ ਕਰ ਲੈਂਦੇ ਹਾਂ। ਇਹ ਰਾਗ ਦਵੈਸ਼ ਹਰ ਜਗ੍ਹਾ ਤੇ ਹੈ। ਇਹ ਨਾ ਸਮਝੋ ਵੀ ਮੈਂ ਰਾਗ ਦਵੈਸ਼ ਕੋਈ ਨਹੀਂ। ਹਰ ਬੰਦੇ ਨੂੰ ਰਾਗ ਦਵੈਸ਼ ਹੈ, ਹਰ ਜਗ੍ਹਾ ਤੇ ਰਾਗ ਦਵੈਸ਼ ਹੈ। ਹਾਂਜੀ। ਹਰਖ ਸੋਗ ਕੋ ਜਹਾਨ ਲੇਸ਼। ਕਹਿੰਦੇ ਉਸ ਦੇਸ਼ ਵਿੱਚ ਬਾਣੀ ਲੈ ਜਾਂਦੀ ਹੈ ਜਿੱਥੇ ਨਾ ਜਨਮ ਹੈ, ਨਾ ਮਰਨ ਹੈ, ਨਾ ਰਾਗ ਹੈ, ਨਾ ਦਵੈਸ਼ ਹੈ, ਨਾ ਹਰਖ ਹੈ, ਨਾ ਸੋਗ ਹੈ। ਉੱਥੇ ਨਾ ਮਹਾਰਾਜ ਬਾਣੀ ਕਹਿੰਦੇ ਉੱਥੇ ਸਦਾ ਹੀ ਆਨੰਦ ਹੈ। ਦੁੱਖ ਸੁੱਖ ਦਾ ਦਵੰਦ ਉੱਥੇ ਕੋਈ ਨਹੀਂ ਹੈ। ਗੁਰਪੰਖੀ ਕੋ ਬਾਸਾ ਤਹਾਂ। ਉੱਥੇ ਗੁਰੂ ਰੂਪੀ ਪੰਛੀ ਦਾ ਵਾਸਾ ਹੈ। ਗੁਰੂ ਉੱਥੇ ਰਹਿੰਦਾ। ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਜੈ ਅਵਗਤ ਨਾਥ ਅਗੰਮ ਧਨੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਗੁਰ ਜੋਗ ਕਾ ਤਹਾਂ ਨਿਵਾਸਾ। ਗੁਰੂ ਉੱਥੇ ਰਹਿੰਦਾ ਜਿੱਥੇ ਪਰਮੇਸ਼ਰ ਰਹਿੰਦਾ। ਪਰਮੇਸ਼ਰ ਕੀ ਹੈ? ਸਤਿਗੁਰੂ। ਸਤਿਗੁਰੂ ਕੀ ਹੈ? ਪਰਮੇਸ਼ਰ। ਦੋ ਨਹੀਂ ਹਨ। ਜਿਨ੍ਹਾਂ ਦੀ ਦ੍ਰਿਸ਼ਟੀ 'ਚ ਦੋ ਹੈ ਸਾਧ ਸੰਗਤ ਜੀ, ਉਹ ਕਦੀ ਗੁਰਮਤਿ ਦਾ ਗਿਆਨ ਪ੍ਰਾਪਤ ਨਹੀਂ ਕਰ ਸਕਦੇ। ਸ੍ਰੀ ਕਲਗੀਧਰ ਪਾਤਸ਼ਾਹ ਸਾਫ਼ ਲਿਖ ਦਿੱਤਾ, ਕਹਿੰਦੇ ਜਿਹੜੇ ਇੱਕ ਰੂਪ ਕਰਕੇ ਪਛਾਣਨਗੇ ਉਹਨਾਂ ਨੇ ਸਿੱਧੀ ਪ੍ਰਾਪਤ ਕਰਨੀ ਹੈ, ਤੇ ਜਿਨ੍ਹਾਂ ਨੂੰ ਦੁਐਤ ਰੱਖਣੀ ਹੈ ਉਹਨਾਂ ਨੂੰ ਪ੍ਰਾਪਤੀ ਨਹੀਂ ਹੋਣੀ। ਇਹ ਮਹਾਰਾਜ ਦੀ ਬਾਣੀ 'ਚ ਬਚਨ ਆਉਂਦੇ ਨੇ। ਹਾਂਜੀ। ਇੱਕ ਰਸ ਆਨੰਦ ਉਦਦ ਨਿਤ ਜਹਾਂ। ਕਿਤੇ ਜਿੱਥੇ ਇੱਕ ਰਸ ਆਨੰਦ ਹੀ ਹੈ। ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਅੰਦੋ ਨਾਹੀ ਤੇ ਠਾਉ। ਨਾ ਤਸਵੀਸ ਖਿਰਾਜ਼, ਨਾ ਮਾਲ ਖੌਫ, ਨਾ ਖਤਾ, ਨਾ ਤਰਸ ਜਵਾਲ। ਅਬ ਮੋਏ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਪਾਈ। ਐਸਾ ਜਿਹੜਾ ਸੱਚਖੰਡ ਦਾ ਦਰਬਾਰ ਹੈ, ਉੱਥੇ ਬਾਣੀ ਲੈ ਜਾਂਦੀ ਹੈ, ਜਿੱਥੇ ਨਾ ਜੰਮਣਾ, ਨਾ ਮਰਨਾ, ਨਾ ਖੁਸ਼ੀ, ਨਾ ਗਮੀ, ਨਾ ਹਰਖ, ਨਾ ਸੋਗ, ਨਾ ਕਿਸੇ ਚੀਜ਼ ਨਾਲ ਅਟੈਚਮੈਂਟ, ਤੇ ਨਾ ਕਿਸੇ ਚੀਜ਼ ਨਾਲ ਦਵੈਸ਼। ਐਸਾ ਆਨੰਦ ਦਾ ਉਹ ਦੇਸ਼ ਹੈ। ਹਾਂਜੀ। ਪ੍ਰਣਾਮ ਨਾ ਹੋਤ ਕਦਾਈ। ਜਿੱਥੇ ਪ੍ਰਣਾਮ ਨਹੀਂ ਹੁੰਦਾ। ਪ੍ਰਣਾਮ ਕੀ ਹੁੰਦਾ ਸਾਧ ਸੰਗਤ ਜੀ? ਦੁੱਧ ਦਾ ਦਹੀਂ ਬਣ ਜਾਣਾ, ਤੇ ਦਹੀਂ ਦਾ ਫਿਰ ਮੱਖਣ ਬਣ ਜਾਣਾ, ਤੇ ਮੱਖਣ ਦਾ ਘਿਓ ਬਣ ਜਾਣਾ, ਤੇ ਘਿਓ ਦਾ ਕੜਾਹ ਪ੍ਰਸ਼ਾਦ ਬਣ ਜਾਣਾ। ਬਦਲ ਬਦਲ ਕੇ ਬਣ ਗਿਆ। ਹੁਣ ਤੁਸੀਂ ਕੜਾਹ ਪ੍ਰਸ਼ਾਦ ਨੂੰ ਘਿਓ ਬਣਾਓ, ਨਹੀਂ ਬਣਨਾ। ਤੇ ਘਿਓ ਨੂੰ ਮੱਖਣ ਬਣਾਉਣਾ ਚਾਹੋ, ਨਹੀਂ ਬਣਨਾ। ਤੇ ਮੱਖਣ ਦੀ ਦਹੀਂ ਬਣਾਉਣੀ ਚਾਹੋ, ਤੇ ਦਹੀਂ ਦਾ ਦੁੱਧ ਬਣਾਉਣਾ ਚਾਹੋ, ਨਹੀਂ ਬਣਨਾ। ਬਦਲ ਗਿਆ। ਸਾਡਾ ਸਰੀਰ ਇਹ ਪ੍ਰਣਾਮਵਾਦੀ ਹੈ। ਜਦੋਂ ਮਾਂ ਦੇ ਪੇਟ 'ਚ ਨਿਵਾਸ ਹੁੰਦਾ, ਇੱਕ ਖਸਖਸ ਦੇ ਦਾਣੇ ਤੋਂ ਵੀ ਛੋਟਾ ਹੁੰਦਾ। 9 ਮਹੀਨਿਆਂ ਵਿੱਚ ਕਿੱਡਾ ਬਾਲਕ ਬਣ ਕੇ ਜਨਮ ਲੈਂਦਾ। 40 ਦਿਨਾਂ 'ਚ ਦੁੱਗਣਾ ਹੋ ਜਾਂਦਾ। ਸਾਲ ਵਿੱਚ ਉਹ ਚੌਗਣਾ ਹੋ ਜਾਂਦਾ। 10 ਸਾਲਾਂ 'ਚ ਉਹ 8 ਗੁਣਾ ਹੋ ਜਾਂਦਾ। 20 ਸਾਲਾਂ 'ਚ 16 ਗੁਣਾ ਹੋ ਜਾਂਦਾ। ਪੂਰਾ ਜਵਾਨ ਹੋ ਜਾਂਦਾ। ਫਿਰ 40 ਸਹੀ ਪੁਰ ਹੋਏ, 85 ਪੱਖ 60 ਕੇ बुढ़ेपा आवे। 70 का मतहीन असियां का व्यवहार न पावे। बदलदा 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 हड्डियां दी ढेरी बन के 4 जने जाके फुल चुक के कीर्तपुर साहब पा के आ जाते हैं।
ਬਦਲ ਜਾਂਦਾ ਹੈ। ਇਹ ਪ੍ਰਣਾਮਵਾਦੀ ਹੈ ਸਰੀਰ ਸਾਡਾ। ਮਨ ਵੀ ਪ੍ਰਣਾਮਵਾਦੀ ਹੈ। ਮਨ ਹੁਣੇ ਸੰਤ ਬਣਿਆ ਬੈਠਾ, ਹੁਣੇ ਕੋਈ ਐਸੀ ਚੀਜ਼ ਵੇਖ ਲਈ ਡਰ ਸਕਦਾ, ਕਾਮੀ ਹੋ ਸਕਦਾ ਹੈ, ਕ੍ਰੋਧੀ ਹੋ ਸਕਦਾ ਹੈ, ਬਦਲਦਾ। ਕਹਿੰਦੇ ਉਹ ਜਿਹੜਾ ਪਰਮੇਸ਼ਰ ਹੈ ਨਾ, ਉਹ ਪ੍ਰਣਾਮ ਨਹੀਂ ਹੁੰਦਾ, ਬਦਲਦਾ ਨਹੀਂ। ਉਹ ਸਰੂਪ ਸਦਾ ਇੱਕ ਰਸ ਰਹਿੰਦਾ। ਚੱਕਰ ਚੇ ਨਰ ਬਰਨ ਜਾਤ ਅਲ ਪਾਤ ਨੈਣ ਜੇ ਰੂਪ ਰੰਗ ਹਰੇਕ ਪੇਕੂ ਕਹਿ ਨਾ ਸਕਤ ਕੇ। ਅਚਲ ਮੂਰਤ ਹੈ ਉਹਦੀ, ਚਲਾਏ ਮਨ ਨਹੀਂ ਹੁੰਦੀ। ਐਸਾ ਸਰੂਪ ਹੈ ਉਹ ਵਾਹਿਗੁਰੂ ਦਾ। ਸਿੱਖ ਸਰ ਕੋ ਦੇਤ ਪੁਚਾਈ। ਕਹਿੰਦੇ ਸਿੱਖ ਰੂਪੀ ਤੀਰ ਨੂੰ ਬਾਣੀ ਰੂਪੀ ਖੰਭ ਉਸ ਪੰਛੀ ਅਕਾਲ ਪੁਰਖ ਦੇ ਦੇਸ਼ 'ਚ ਪਹੁੰਚਾ ਦਿੰਦੇ ਨੇ ਜਿੱਥੇ ਉਹ ਰਹਿੰਦਾ ਹੈ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਥਾ ਅਪਰ ਦ੍ਰਿਸ਼ਟਾਂਤ ਸੁਨੀਜੈ। ਮਹਾਰਾਜ ਕਹਿੰਦੇ ਖਾਲਸਾ ਜੀ ਹੋਰ ਦ੍ਰਿਸ਼ਟਾਂਤ ਸੁਣੋ। ਜਿਸ ਕੋ ਜਾਨ ਨਾਮ ਰਸ ਪੀਜੈ। ਉਸ ਨੂੰ ਜਾਣ ਕੇ ਤੁਹਾਨੂੰ ਨਾਮ ਦਾ ਰਸ ਆਵੇਗਾ। ਨਾਮ ਦਾ ਰਸ ਪੀਣਾ ਚਾਹੁੰਦੇ ਹੋ, ਨਾਮ ਜਪਣਾ ਚਾਹੁੰਦੇ ਹੋ ਤਾਂ ਇਹ ਗੱਲ ਸਮਝੋ, ਧਿਆਨ ਨਾਲ ਸੁਣੋ। ਸਾਧ ਸੰਗਤ ਜੀ ਸੁਣਨ ਦੀ ਘਾਟ ਆ ਗਈ ਸਾਡੇ ਵਿੱਚ, ਅਸੀਂ ਸੁਣਦੇ ਨਹੀਂ ਅੱਜ ਕੱਲ੍ਹ। ਮਹਾਰਾਜ ਨੇ ਜਪਜੀ ਸਾਹਿਬ 'ਚ ਪਹਿਲਾਂ ਹੀ 4 ਪੌੜੀਆਂ ਸੁਣਨ ਦੀਆਂ ਹੀ ਲਿਖਤੀਆਂ ਵੀ ਸੁਣਨ ਨਾਲ ਮਿਲਣਾ। ਮਹਾਰਾਜ ਕਹਿੰਦੇ ਪਹਿਲਾਂ ਸੁਣੋ, ਫਿਰ ਉਹਨੂੰ ਮੰਨੋ, ਫਿਰ ਬਾਰ-ਬਾਰ ਉਹਦਾ ਚਿੰਤਨ ਕਰੋ। ਹਾਂਜੀ, ਨਾਮ ਪੰਖ ਨਾਮੀ ਸੋ ਬਿਹੰਗ। ਕਹਿੰਦੇ ਜਿਹੜਾ ਨਾਮ ਹੈ ਨਾ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਇਹ ਤਾਂ ਨੇ ਖੰਭ। ਤੇ ਜਿਹਦਾ ਇਹ ਨਾਮ ਹੈ ਨਾਮੀ ਯਾਨੀ ਪ੍ਰਮਾਤਮਾ, ਉਹ ਹੈ ਪੰਛੀ। ਪਰਮੇਸ਼ਰ ਪੰਛੀ ਹੈ, ਪਰਮੇਸ਼ਰ ਪੰਛੀ ਹੈ ਤੇ ਉਹਦਾ ਨਾਮ, ਉਹਦੇ ਖੰਭ ਹਨ। ਜੋ ਜਗਿਆਸੀ ਲਾਗਿਓ ਸੰਗ। ਜਿਹੜਾ ਜਗਿਆਸੂ ਸਾਡੇ ਵਰਗਾ ਜੀਵ ਹੈ, ਉਹਨੂੰ ਜੇ ਨਾਮ ਰੂਪੀ ਖੰਭ ਲੱਗ ਜਾਣ, ਪ੍ਰਾਨ ਅੰਤ ਲਗ ਤਿਆਗਿਓ ਨਹੀਂ, ਉਹ ਅਖੀਰਲੇ ਸਵਾਸ ਤੱਕ ਜਪੀ ਜਾਵੇ ਵਾਹਿਗੁਰੂ 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 ਜਪੀ ਜਾਵੇ। ਜਦੋਂ ਅਖੀਰਲਾ ਸਵਾਸ ਆਵੇ ਤੇ ਉਹਦੇ ਮੂੰਹ ਤੋਂ ਨਿਕਲੇ ਵਾਹਿਗੁਰੂ, ਤੇ ਬਸ ਫਿਰ ਮਜਾਇਲਾਂ ਪਿੱਛੇ ਰਹਿ ਜਾਣੀਆਂ ਨੇ, ਉਹਨੇ ਪਹਿਲਾਂ ਚਲੇ ਜਾਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੀਰਾਂ ਦੀ ਰਫ਼ਤਾਰ ਜਾਣੀ, ਫਿਰ ਤਾਂ ਸਪੀਡਾਂ ਨਾਲ ਜਾਣਾ। ਸ਼ੁਕਾਟੇ ਪਾਉਂਦਾ ਹੀ ਲੁੱਟ ਦਰਗਾਹ ਵੰਝ, ਉਹਦਾ ਸਿੱਧਾ ਅਕਾਲ ਪੁਰਖ ਦੇ ਦੇਸ਼ ਵਿੱਚ ਜਾ ਬੈਠੇਗਾ। ਹਾਂਜੀ, ਲਾਗਿਓ ਰਹਿਓ ਨਾਮ ਰਸ ਮਾਹੀ। ਜਿਹੜਾ ਨਾਮ ਦੇ ਰਸ ਵਿੱਚ ਲੱਗਾ ਰਿਹਾ, ਜਿਹਦੀ ਰਸਨਾ, ਜਿਹਦੀ ਜੀਭ ਤੋਂ ਸਵਾਸ ਸਵਾਸ ਵਾਹਿਗੁਰੂ 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 ਜਪੀਂਦਾ ਰਿਹਾ। ਪੰਖ ਨਾਮ ਲੈ ਸਰ ਜਗਿਆਸੀ। ਕਹਿੰਦੇ ਇਹ ਜਗਿਆਸੀ ਜੀਵ ਜਿਹੜਾ ਹੈ, ਇਹ ਤੀਰ ਹੈ ਤੇ ਨਾਮ ਰੂਪੀ ਖੰਭ ਹਨ। ਜਾਏ ਮਿਲਾਵਤ ਸ੍ਰੀ ਪ੍ਰਭ ਪਾਸੀ। ਇਹ ਪਰਮੇਸ਼ਰ ਨਾਲ ਜਾ ਕੇ ਮਿਲਾ ਦਿੰਦਾ ਹੈ ਨਾਮ। ਇਹ ਨਾਮੀ ਕੋ ਦੇਸ਼ ਸੁਹਾਵਨ। ਕਿੱਥੇ ਲੈ ਜਾਂਦਾ? ਜਿੱਥੇ ਨਾਮੀ ਦਾ ਪ੍ਰਭੂ ਦਾ ਦੇਸ਼ ਹੈ, ਸੋਹਣਾ ਦੇਸ਼ ਹੈ, ਵਾਹਿਗੁਰੂ ਦਾ ਸੱਚਖੰਡ ਹੈ। ਕਹਾਂ ਕਰ ਹੈ ਬਿਨ ਬਿਲਮ ਪੁਚਾਵਨ। ਬਿਨਾਂ ਦੇਰੀ ਦੇ ਨਾਮ ਉੱਥੇ ਪਹੁੰਚਾ ਦਿੰਦਾ ਮਹਾਰਾਜ ਦਾ ਨਾਮ। ਯਾ ਤੇਰਾ ਰਹੋ ਸਦਾ ਗੁਰਬਾਣੀ। ਇਸ ਕਰਕੇ ਖਾਲਸਾ ਜੀ ਹਰ ਵੇਲੇ ਗੁਰਬਾਣੀ ਰਟਿਆ ਕਰੋ, ਗੁਰਬਾਣੀ ਪੜ੍ਹਦੇ ਰਿਹਾ ਕਰੋ ਤੇ ਨਾਮ ਜਪਦੇ ਰਿਹਾ ਕਰੋ। ਜਗਤ ਉਦਾਹਰਨ ਪਰਖ ਨਿਸ਼ਾਨੀ। ਇਹ ਜਗਤ ਤੋਂ ਉਧਾਰ ਕਰਨ ਦੀ ਪ੍ਰੀਖਿਆ ਹੈ, ਪਰਖੀ ਹੋਈ ਨਿਸ਼ਾਨੀ ਹੈ, ਇਹ ਪੱਕੀ। ਇਹਦੇ ਤੇ ਕੋਈ ਸ਼ੱਕ ਨਹੀਂ ਜੇ। ਕਈ ਚੀਜ਼ਾਂ ਹੁੰਦੀਆਂ ਅਜਮਾਇਆ ਕੇ ਕਈ ਵਾਰੀ ਐਕਸਪੈਰੀਮੈਂਟ ਕਰ ਲਓ, ਹੋ ਸਕਦਾ ਫੇਲ ਹੋ ਜਾਣ। ਕਹਿੰਦੇ ਇਹ ਫੇਲ ਹੋਣ ਵਾਲਾ ਐਕਸਪੈਰੀਮੈਂਟ ਨਹੀਂ ਹੈਗਾ, ਇਹਦਾ ਪੱਕਾ ਜੇ 101% ਵੀ ਇਹਨੇ ਤੇ ਬੇੜਾ ਬੰਨੇ ਲਾਣਾ ਹੀ ਲਾਣਾ। ਅਜਾਮਲ ਵਰਗੇ ਪਾਪੀ, ਗਨਕਾ ਵਰਗੀਆਂ ਬੇਸ਼ਵਾਵਾਂ ਤਰ ਗਈਆਂ ਨਾਮ ਦੇ ਆਸੇ। ਮਹਾਰਾਜ ਕਹਿੰਦੇ ਐਸੇ ਦੁਰਮਤ ਨਿਸਤਰ ਤੂੰ ਕਿਉਂ ਨਾ ਤਰੈ ਰਵਿਦਾਸ। ਕਹਿੰਦੇ ਇਹੋ ਜਿਹੇ ਪਾਪੀ ਤਰ ਕੇ ਨਾਮ ਦੇ ਆਸਰੇ, ਜਿਨ੍ਹਾਂ ਨੇ ਸਾਰੀ ਉਮਰ ਪਾਪ ਹੀ ਕੀਤੇ, ਚੰਗਾ ਕੰਮ ਕੋਈ ਵੀ ਨਹੀਂ ਕੀਤਾ, ਉਹ ਨਾਮ ਦੇ ਆਸਰੇ ਤਰ ਕੇ ਤੂੰ ਕਿਉਂ ਨਹੀਂ ਤਰਦਾ? ਤੂੰ ਵੀ ਬੋਲ ਵਾਹਿਗੁਰੂ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਲਗੀਧਰ ਜੀ ਕਹਿ ਰਹੇ ਹਨ। ਉੱਠ ਬੈਠੇ ਤੇ ਕਹਿ ਚਾਲੇ। ਮਹਾਰਾਜ ਕਹਿੰਦੇ ਉੱਠਦਿਆਂ ਬਹਿੰਦਿਆਂ, ਸੌਂਦਿਆਂ ਜਾਗਦਿਆਂ, ਤੁਰਦਿਆਂ ਫਿਰਦਿਆਂ, ਜੋ ਵੀ ਕੰਮ ਕਰ ਰਹੇ ਹੋ, ਵਾਹਿਗੁਰੂ 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 ਇਹ ਕੰਮ ਕੋਈ ਇਹ ਕਰੀ ਜੋ ਨਾਲ ਨਾਲ। ਉਠਤ ਬੈਠਤ ਸੋਵਤ ਜਾਗਤ ਹਰ ਧਿਆਈਐ ਸਗਲ ਅਵਰਦਾ ਜੀਓ। ਹਾਂਜੀ, ਪਠੋ ਸ਼ਬਦ ਨਿਤ ਰਹੋ ਸੁਖਾਲੇ। ਗੁਰਬਾਣੀ ਪੜੋ, ਸ਼ਬਦ ਪੜੋ, ਸੌਖੇ ਰਹੋਗੇ। ਟੈਨਸ਼ਨਾਂ, ਪਰੇਸ਼ਾਨੀਆਂ, ਚਿੰਤਾ, ਨੀਂਦ ਦੀਆਂ ਗੋਲੀਆਂ ਖਾ ਕੇ ਨਹੀਂ ਸੌਣਾ ਪਏਗਾ। ਆਨੰਦ ਚ ਰਹੋਗੇ, ਖਿੜੇ ਰਹੋਗੇ। ਵਾਹਿਗੁਰੂ ਵਾਹਿਗੁਰੂ ਜਪੋ, ਬਾਣੀ ਪੜੋ। ਹਾਂਜੀ, ਬੋਹਰ ਨਾ ਹੋਏ ਜਗਤ ਮਹਿ ਫੇਰਾ। ਕਹਿੰਦੇ ਫਿਰ ਦੁਨੀਆ ਤੇ ਮੁੜ ਕੇ ਨਹੀਂ ਆਉਣਾ ਪਏਗਾ।
ਇਹ ਸੰਸਾਰ ਵਿੱਚ ਬਹੁ ਰਮ ਕਾਹੇ ਆਵਾਂਗੇ, ਆਵਣ ਜਾਣਾ ਹੁਕਮ ਤਿਸੈ ਕਾ ਹੁਕਮ ਹੈ ਬੁਝ ਸਮਾਵਾਂਗੇ। ਅਸੀਂ ਕੀ ਲੈਣ ਆਣਾ ਇਸ ਮੇਲੇ 'ਚ? ਇੱਥੇ ਤਾਂ ਦੁੱਖ ਹੀ ਦੁੱਖ ਨੇ, ਪੀੜਾ ਹੀ ਪੀੜਾ ਨੇ, ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਨੇ। ਇੱਥੇ ਤਾਂ ਕੀ ਹੈ? ਇੱਥੇ ਕੀ ਲੈਣ ਆਣਾ? ਅਸੀਂ ਉੱਥੇ ਮਹਾ ਆਨੰਦ ਵਿੱਚ ਜਾ ਕੇ ਸਮਾਵਾਂਗੇ, ਬੇਗਮਪੁਰੇ ਜਾ ਕੇ ਰਵਾਂਗੇ ਜੇਕਰ ਨਾਮ ਦਾ ਆਸਰਾ ਲਵਾਂਗੇ। ਹਾਂਜੀ, ਕਰਹਿ ਉਬਾਰਨ ਗੁਰੂ ਬਡੇਰਾ, ਵੱਡੇ ਸਤਿਗੁਰੂ ਮਹਾਰਾਜ ਬਾਹ ਫੜਨਗੇ, ਨਰਕਾਂ ਚੋਂ ਕੱਢ ਲੈਣਗੇ। ਤਿਨਹੀ ਸਤਨਾਮ ਸਿਮਰੀਜੈ, ਇਹ ਭਾਈ ਸਿੱਖੋ, ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ, ਬਾਣੀ ਦਾ ਅਭਿਆਸ ਕਰੋ। ਇਕ ਵੀ ਸਵਾਸ ਨਾ ਬਿਰਥਾ ਲੀਜੈ, ਇੱਕ ਵੀ ਸਵਾਸ ਬਿਰਥਾ ਨਾ ਜਾਵੇ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਹਰ ਸਵਾਸ ਵਾਹਿਗੁਰੂ 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 ਜਪੀ ਜਾਓ। ਕਥਾ ਸੁਣਦੇ ਵੀ ਜਪੀ ਜਾਓ, ਕੰਮ ਕਰਦੇ ਵੀ ਜਪੀ ਜਾਓ। ਜਿੱਥੇ ਵੀ ਬੈਠੇ ਹੋ ਸਵਾਸ ਸਵਾਸ ਵਾਹਿਗੁਰੂ 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 ਜਪੋ। ਇਹੀ ਤੁਹਾਡਾ ਕੰਮ ਹੈ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਨ ਜਿਹਵਾ ਕੇ ਸੰਗ ਮਿਲਾਏ, ਕਹਿੰਦੇ ਮਨ ਨੂੰ ਜੀਵ ਦੇ ਨਾਲ ਮਿਲਾ ਲੈਣਾ। ਜਦੋਂ ਵਾਹਿਗੁਰੂ ਕਹਿਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਮਨ ਨੂੰ ਕਹਿਣਾ। ਮਨ ਕਹਿ ਬੋਲ ਵਾਹਿਗੁਰੂ। ਜਦੋਂ ਹੌਲੇ ਹੌਲੇ, ਇੱਕ ਦਿਨ ਤਾਂ ਨਹੀਂ ਹੁੰਦਾ, ਮਹੀਨਿਆਂ 'ਚ ਵੀ ਨਹੀਂ ਹੁੰਦਾ, ਕਈ ਵਾਰੀ ਸਾਲਾਂ ਲੱਗ ਜਾਂਦੇ ਨੇ, ਪਰ ਲੱਗੇ ਰਹੋ। ਕਿਰਪਾ ਪਤਾ ਨਹੀਂ ਕਿਹੜੇ ਵੇਲੇ ਹੋ ਜਾਣੀ ਹੈ। ਮਨ ਭਟਕੇਗਾ, ਇਹਨੂੰ ਭਟਕਣ ਦਿਓ, ਫੇਰ ਆ ਜਾਏਗਾ। ਮਨ ਜੇਬਾ ਕੇ ਸੰਗ ਮਿਲਾਏ। ਜਦੋਂ ਮਨ ਤੇ ਜੀਭ ਦਾ, ਮਸ਼ਕੀਨ ਜੀ ਵੀ ਕਥਾ 'ਚ ਕਹਿੰਦੇ ਸੀ ਨਾ, ਕਹਿੰਦੇ ਜਦੋਂ ਮਨ ਦਾ ਤੇ ਜੀਭ ਦਾ ਤਾਲਮੇਲ ਬਣ ਜਾਏਗਾ ਨਾ, ਬਸ ਬੇੜਾ ਬੰਨਿਆ। ਹਾਂਜੀ, ਰਾਖੈ ਨਿਸ ਦਿਨ ਮਹਿ ਸੁਖਦਾਏ, ਕਹਿੰਦੇ ਦਿਨ ਰਾਤ ਮਨ ਤੇ ਜੀਭਾ ਜੁੜ ਜਾਵੇ, ਮਨ ਤੇ ਜੀਭਾ ਇਕੱਠੇ ਹੋ ਜਾਣ ਤੇ ਵਾਹਿਗੁਰੂ ਵਾਹਿਗੁਰੂ ਕਰਨ, ਦਿਨ ਰਾਤ ਸੌਖੀ ਸੌਖਾ, ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ ਹੈ। ਇਸ ਕੋ ਅੰਤ ਸਮਾ ਜਬ ਆਵੈ, ਇਸੇ ਅਭਿਆਸੀ ਦਾ ਜਦੋਂ ਅੰਤ ਸਮਾਂ ਆਉਂਦਾ ਹੈ, ਨਾਮੀ ਹਿਤ ਸਹਾਇਤਾ ਧਾਵੈ, ਤਾਂ ਉਸ ਵੇਲੇ ਪਰਮੇਸ਼ਰ ਉਹਦੀ ਸਹਾਇਤਾ ਲਈ ਦੌੜ ਕੇ ਆਉਂਦਾ। ਨਾਮੀ ਯਾਨੀ ਪ੍ਰਮਾਤਮਾ, ਨਾਮ ਜਪਣ ਵਾਲੇ ਦੀ ਸਹਾਇਤਾ ਲਈ ਆਪ ਆ ਜਾਂਦਾ ਪਰਮੇਸ਼ਰ। ਪੁੰਨ ਪਾਪ ਕੇ ਬੰਧਨ ਸਾਰੇ, ਉਹਦੇ ਸਾਰੇ ਪੁੰਨ ਪਾਪ ਦੇ ਬੰਧਨ ਕੱਟ ਦਿੰਦਾ। ਨਾਮੀ ਵਾਹਿਗੁਰੂ ਜਿਹੜਾ ਨਾ, ਨਾਮ ਜਪਣ ਵਾਲੇ ਦੇ ਪੁੰਨ ਵੀ ਮਿਟਾ ਦਿੰਦਾ, ਕਿਉਂਕਿ ਪੁੰਨ ਵੀ ਦੁਬਾਰਾ ਜਨਮ ਦਿੰਦੇ ਨੇ। ਮਾਫ ਕਰਨਾ, ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਪਾਪ ਕਰੋ ਤੇ ਪੁੰਨ ਨਾ ਕਰੋ, ਇਹ ਨਹੀਂ ਮੈਂ ਕਹਿ ਰਿਹਾ। ਪਾਪ ਦੁੱਖ ਦਿੰਦਾ, ਪੁੰਨ ਸੁੱਖ ਦਿੰਦਾ ਇਸ ਦੁਨੀਆ ਦੇ ਵਿੱਚ। ਅੱਗੇ ਬੰਧਨ ਹੈ ਕਿਵੇਂ? ਜੇ ਪੁੰਨ ਕੀਤੇ ਨੇ, ਅਗਲਾ ਜਨਮ ਵਧੀਆ ਕਿਤੇ ਚੰਗੇ ਘਰ 'ਚ ਮਿਲ ਜਾਏਗਾ, ਹੋ ਸਕਦਾ ਉੱਥੇ ਸੁੱਖ ਜ਼ਿਆਦਾ ਮਿਲ ਜੇ, ਰਾਜ ਭਾਗ ਮਿਲ ਜੇ, ਫਿਰ ਪਾਪ ਕਰਨ ਲੱਗ ਜੇ। ਕਹਿੰਦੇ ਪੁੰਨ ਕਰਕੇ ਤਪੋਂ ਰਾਜ ਤੇ ਰਾਜੋਂ ਨਰਕ ਹੋ ਜਾਂਦਾ, ਪੁੱਠਾ ਕੰਮ ਚੱਲ ਜਾਂਦਾ। ਇਸ ਕਰਕੇ ਪੁੰਨ ਵੀ ਬੰਧਨ ਹੀ ਹੈ ਤੇ ਪਾਪ ਤੇ ਦੁੱਖ ਰੂਪ ਪ੍ਰਤਾਖੀ ਬੰਧਨ ਹੈ। ਕਹਿੰਦੇ ਜਿਹੜਾ ਨਾਮ ਅਭਿਆਸੀ ਮਹਾਤਮਾ ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚ ਜਾਂਦਾ ਨਾ, ਉਹਦੇ ਪਾਪ ਪੁੰਨ ਨਾਮ ਦੀ ਅਗਨੀ 'ਚ ਸੜ ਜਾਂਦੇ ਨੇ। ਉਹਦੇ ਪੁੰਨਾਂ ਨੂੰ ਤੇ ਉਹਦੇ ਪ੍ਰੇਮੀ ਜਗਿਆਸੂ ਸ਼ਰਧਾਵਾਨ ਜਿਹੜੇ ਉਹਦੀ ਉਪਮਾ ਕਰਦੇ ਨੇ, ਸਾਡੇ ਬਾਬੇ ਬੜੇ ਚੰਗੇ ਨੇ, ਸਾਡੇ ਸੰਤ ਬੜੇ ਮਹਾਂਪੁਰਸ਼ ਨੇ, ਬੜੇ ਕਰਨੀ ਵਾਲੇ ਨੇ, ਉਹ ਲੈ ਜਾਂਦੇ ਨੇ ਪੁੰਨ ਸੰਤਾਂ ਦੇ। ਤੇ ਸੰਤਾਂ ਦੇ ਪਾਪ ਕਿੱਧਰ ਜਾਂਦੇ ਨੇ? ਨਿੰਦਕਾਂ ਦੇ ਘਰ, ਜਿਹੜੇ ਕਹਿੰਦੇ ਆ ਵੱਡਾ ਪਖੰਡੀ ਬਾਬਾ ਬਣਿਆ ਫਿਰਦਾ, ਨਾਮ ਜਾਣਦੇ ਅਸੀਂ ਇਹਨੂੰ, ਇਹ ਪਹਿਲਾਂ ਆਹ ਕੰਮ ਕਰਦਾ ਹੁੰਦਾ ਸੀ, ਆਹ ਕਰਦਾ, ਉਹ ਉਹਦੇ ਪਾਪ ਲੈ ਜਾਂਦੇ। ਸੰਤ ਖਾਲੀ ਸਿੱਧੇ ਤੀਰ ਦੀ ਤਰ੍ਹਾਂ ਸੱਚਖੰਡ ਚਲੇ ਜਾਂਦੇ ਆ। ਮਹਾਰਾਜ ਕਹਿੰਦੇ ਪਾਪ ਪੁੰਨ ਮਿਟਾਉਣ ਲਈ ਪਰਮੇਸ਼ਰ ਆਪ ਆ ਜਾਂਦਾ, ਆਪ ਵਿਧੀ ਬਣਾ ਦਿੰਦਾ। ਹਾਂਜੀ, ਸ੍ਰੀ ਕਰਤਾਰ ਤੁਰਤ ਨਿਰਵਾਰੇ, ਕਾਲ ਪੁਰਖ ਵਾਹਿਗੁਰੂ ਤੁਰਤ ਹੀ ਉਹਨਾਂ ਦੇ ਪਾਪ ਨੂੰ ਦੂਰ ਕਰ ਦਿੰਦਾ, ਨਿਰਵਾਰ ਦਿੰਦਾ। ਨਿਕਟ ਆਪਣੇ ਜਨ ਕਰ ਰਾਖੇ, ਆਪਣੇ ਬਣਾ ਕੇ ਆਪਣੇ ਕੋਲ ਰੱਖ ਲੈਂਦਾ। ਜਿਸ ਪਦ ਕੋ ਜੋਗੀ ਅਭਿਲਾਖੇ, ਉਹ ਪਦਵੀ ਮਿਲ ਜਾਂਦੀ ਜਿਹਨੂੰ ਵੱਡੇ ਵੱਡੇ ਜੋਗੀ ਮੰਗਣਾ ਚਾਹੁੰਦੇ ਸਾਨੂੰ ਮਿਲ ਜਾਵੇ, ਨਹੀਂ ਮਿਲਦੀ। ਨਾਮੀ ਅਭਿਆਸੀਆਂ ਨੂੰ ਤਤਕਾਲ ਮਿਲ ਜਾਂਦੀ ਹੈ। ਅਨੇਕ ਯਤਨ ਤੇ ਸਾਧ ਹੈ ਜੋਗ, ਜਿਹੜਾ ਬੜੇ ਯਤਨ ਕਰਕੇ ਨਿਉਲੀ ਕਰਮ ਕਰੇ, ਪਵਾਸਨ ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸ੍ਰੀ ਕਟਾਵੇ, ਤੋ ਵੀ ਹੋਮੈ ਮੈਲ ਨ ਜਾਵੇ। ਜਿਹੜੇ ਬੜੇ ਸਾਧਨਾ ਕਰਕੇ ਸਾਧਨਾ ਕਰਦੇ ਨੇ, ਉਹੀ ਸੰਪੂਰਨ ਤਨ ਬਿਨ ਰੋਗ, ਆ ਕਹਿੰਦੇ ਸਾਰਾ ਸਰੀਰ ਵੀ ਅਰੋਗ ਹੋ ਜਾਂਦਾ, ਉਹਨਾਂ ਦਾ ਤਨ ਵੀ, ਸਾਰੇ ਉਹਨੂੰ ਸੁੱਖ ਮਿਲ ਜਾਂਦੇ ਨੇ ਯੋਗ ਸਾਧਨਾ ਕਰਨ ਵਾਲਿਆਂ ਨੂੰ। ਬ੍ਰਹਮ ਦਵਾਰ ਮੈਂ ਬ੍ਰਿਤੀ ਟਿਕਾਵੇ, ਔਰ ਫਿਰ ਉਹ ਨਾਮ ਜਪਣ ਵਾਲਿਆਂ ਦੀ ਬਿਰਤੀ ਬ੍ਰਹਮ ਬਰੰਦਰ ਵਿੱਚ ਟਿਕ ਜਾਂਦੀ ਹੈ। ਜੁਗਤ ਜੋਗ ਕੇ ਰਸ ਕੋ ਪਾਵੇ, ਔਰ ਯੋਗ ਦੀ ਜੁਗਤੀ ਨਾਲ ਰਸ ਪਾਉਂਦੇ ਨੇ, ਯੋਗ ਦਾ ਰਸ ਪੀਂਦੇ ਨੇ। ਸੋ ਅਬ ਕਲੀ ਕਾਲ ਮਹਿ ਨਾਹੀ, ਕਹਿੰਦੇ ਕਲਯੁਗ ਦੇ ਵਿੱਚ ਕਰਨਾ ਔਖਾ,
ਕਿਉਂਕਿ ਇੰਨੀ ਸਮਰੱਥਾ ਨਹੀਂ ਯੋਗ ਸਾਧਨਾ ਕਰਨ ਦੀ, ਇੰਨਾ ਕੋਈ ਚੌਂਕੜਾ ਨਹੀਂ ਲਾ ਸਕਦਾ, ਇੰਨਾ ਕੋਈ ਆਪਣੇ ਰਸਾਂ ਕਸਾਂ ਨੂੰ ਜਿੱਤ ਨਹੀਂ ਸਕਦਾ, ਇੰਨੀ ਕਰੜੀ ਤਪੱਸਿਆ ਕਲਯੁਗ ਦੇ ਲੋਕ ਨਹੀਂ ਕਰ ਸਕਦੇ। ਜਾਂ ਤੇ ਰਮੋ ਨਾਮ ਰਸ ਮਾਹੀ। ਇਸ ਕਰਕੇ ਹੁਣ ਕਲਯੁਗ ਵਿੱਚ ਕਲ ਕੇਵਲ ਨਾਮ ਉਧਾਰ ਹੈ। ਵਾਹਿਗੁਰੂ 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 ਵਾਹਿਗੁਰੂ, ਇਹੀ ਹੈ ਜੋਗ ਬਣਿਆ ਤੇਰਾ ਕੀਰਤਨ ਗਾਈ। ਸਭ ਤੋਂ ਵੱਡਾ ਇਹੀ ਜੋਗ ਹੈ ਭਾਈ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਇਹ ਕਰ ਲਓ, ਸਾਡਾ ਜੋਗ ਸਾਰਾ ਇਹਦੇ ਵਿੱਚ ਆ ਗਿਆ। ਹਾਂਜੀ, ਰਹਿਤ ਬਹਿਰ ਤਨ ਕੀ ਸਭ ਧਰੈ। ਮਹਾਰਾਜ ਕਹਿੰਦੇ ਮੇਰਾ ਖਾਲਸਾ ਜਿਹੜੀ ਬਾਹਰ ਦੀ ਤਨ ਦੀ ਰਹਿਤ ਹੈ ਉਹ ਵੀ ਧਾਰਨ ਕਰੇ। ਹੁਣ ਮਹਾਰਾਜ ਦੱਸਣ ਲੱਗੇ ਅੰਦਰਲੀ ਤੇ ਬਾਹਰਲੀ ਜੁਗਤੀ ਜਿਹੜੀ ਅਸੀਂ ਰਹਿਤ ਦੱਸੀ ਹੈ ਧਰੀ ਹੈ। ਮਹਾਰਾਜ ਕਹਿੰਦੇ ਪੜ੍ਹੀਐ ਸਰਬ ਗੁਰਨ ਗੁਰਬਾਣੀ, ਰੱਖੀਐ ਰਹਿਤ ਜੋ ਮੋ ਬਖਾਨੀ। ਗੁਰੂਆਂ ਦੀ ਬਾਣੀ ਪੜ੍ਹਨੀ ਹੈ ਆ ਦਸਣ ਦੀ, ਜਿਹੜੀ ਅਸੀਂ ਤੁਹਾਨੂੰ ਰਹਿਤਨਾਮਿਆਂ 'ਚ ਸਿੱਖਿਆ ਦਿੱਤੀ ਉਹ ਧਾਰਨ ਕਰਨੀ, ਰਹਿਤ ਰੱਖਣੀ। ਪੜ੍ਹੀਐ ਸਰਬ ਗੁਰਨ ਗੁਰਬਾਣੀ, ਰੱਖੀਐ ਰਹਿਤ ਜੋ ਹਮੋ ਬਖਾਨੀ। ਗੁਰੂ ਖਾਲਸਾ ਖਾਲਸਾ ਗੁਰੂ, ਅਬ ਤੇ ਹੋਏ ਐਸੀ ਬਿਦ ਸ਼ੁਰੂ। ਕਹਿੰਦੇ ਆ ਹੁਣ ਕਲਾ ਵਰਤਾ ਦਿੱਤੀ ਹੈ, ਜੁਗੋ ਜੁਗੋ ਟੱਲ ਤੱਕ ਰਹੇਗੀ। ਤੁਸੀਂ ਗੁਰੂ ਦੀ ਰਹਿਤ ਰੱਖੋ, ਬਾਣੀ ਪੜ੍ਹੋ, ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕੋ, ਪੰਥ ਦੇ ਵਿੱਚ ਰਹੋ, ਤੁਹਾਡਾ ਬੇੜਾ ਬੰਨੇ ਹੀ ਬੰਨੇ ਹੈ, ਬੇੜਾ ਪਾਰ ਲੰਘੇਗਾ, ਇਹ ਗਰੰਟੀ ਹੈ। ਹਾਂਜੀ, ਜਿਮ ਗੁਰ ਭਨਿਓ ਨਾ ਤਿਸ ਤੇ ਟਰੈ। ਜੋ ਗੁਰੂ ਨੇ ਕਿਹਾ ਉਹਦੇ ਤੋਂ ਅੱਗੇ ਪਿੱਛੇ ਨਾ ਹੋਵੇ, ਗੁਰੂ ਤੋਂ ਸਿਆਣਾ ਨਾ ਬਣੇ। ਅੰਤਰ ਬ੍ਰਿਤੀ ਨਾਮ ਲਿਵ ਲਾਵੈ। ਅੰਤਰ ਬਿਰਤੀ ਅੰਤਰਮੁਖੀ ਨਾਮ ਦੇ ਰਸ ਵਿੱਚ ਲਾਵੇ। ਗੁਰ ਮੂਰਤ ਕੋ ਹਿਰਦੈ ਬਸਾਵੈ। ਗੁਰ ਕੀ ਮੂਰਤ ਮਨ ਮੈਂ ਧਿਆਨ ਹਰ ਵੇਲੇ ਆਪਣੇ ਗੁਰਦੇਵ ਦਾ ਸਰੂਪ ਆਪਣੇ ਹਿਰਦੇ 'ਚ ਵਸਾ ਕੇ ਰੱਖੇ। ਪਾਰ ਬ੍ਰਹਮ ਪੂਰਨ ਕਰਤਾਰਾ। ਕਿਉਂਕਿ ਗੁਰੂ ਕੀ ਹੈ? ਪਾਰ ਬ੍ਰਹਮ, ਪਰੇ ਤੋਂ ਪਰੇ ਜੋ ਵਿਆਪਕ ਹੈ, ਜੋ ਸਰਵ ਵਿਆਪਕ ਹੈ, ਜੋ ਸਾਡੀ ਸੁਰਤੀ ਤੋਂ ਸਾਡੀ ਬੁੱਧੀ ਤੋਂ ਵੀ ਪਰੇ ਹੈ, ਜੋ ਪੂਰਾ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਕਰਨ ਵਾਲਾ ਕਰਤਾ ਪੁਰਖ ਹੈ। ਪਰਮੇਸ਼ਰ ਜਗਦੀਸ਼ ਉਦਾਰਾ। ਜੋ ਪਰਮੇਸ਼ਰ ਮਹਾਰਾਜ ਕਹਿੰਦੇ ਸਾਰਿਆਂ ਦਾ ਸੁਆਮੀ ਹੈ, ਸਾਰੇ ਜਗਤ ਦਾ ਮਾਲਕ ਹੈ ਔਰ ਉਦਾਰ ਆਤਮਾ ਹੈ। ਖੁੱਲਾ, ਉਹਦੇ ਮਨ 'ਚ ਕੋਈ ਟੈਨਸ਼ਨ ਨਹੀਂ, ਉਹ ਦਿੰਦਾ ਦੇ, ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਐਸਾ ਉਦਾਰ ਹੈ, ਉਹ ਦਿੰਦਿਆਂ ਹੋਇਆਂ ਕਦੀ ਗਿਣਤੀ ਨਹੀਂ ਕਰਦਾ। ਦੀਨ ਬੰਦ ਪ੍ਰਿਯ ਸਿੱਖਣ ਕੀਰਾ। ਉਹ ਦੀਨਾ ਗਰੀਬਾਂ ਦਾ ਮਿੱਤਰ ਹੈ, ਦੀਨ ਬੰਧੂ ਹੈ, ਜਿਹਦਾ ਕੋਈ ਦੁਨੀਆ ਦੇ ਮਿੱਤਰ ਨਹੀਂ, ਉਹ ਉਹਦਾ ਮਿੱਤਰ ਹੈ। ਉਹ ਆਪਣੇ ਪਿਆਰੇ ਸਿੱਖਾਂ ਦਾ ਮਿੱਤਰ ਹੈ। ਪ੍ਰਭ ਹਰ ਵਿਆਪਕ ਜਹ ਕਹਿ ਹੇਰਾ। ਉਹ ਪ੍ਰਭੂ ਸਭ ਥਾਂ ਤੇ ਵਿਆਪਕ ਹੈ। ਕੀੜੀ ਵਿੱਚ ਵੀ ਓਨਾ ਹੀ ਹੈ ਜਿੰਨਾ ਹਾਥੀ 'ਚ ਹੈ। ਇਹ ਨਹੀਂ ਵੀ ਹਾਥੀ 'ਚ ਆਤਮਾ ਮੋਟੀ ਹੈ ਤੇ ਕੀੜੀ 'ਚ ਛੋਟੀ ਹੈ, ਕਹਿੰਦੇ ਉਹ ਇੱਕੋ ਜਿੰਨਾ ਹੀ ਹੈ, ਸਰਵ ਘਟਾ ਵਿੱਚ ਵਿਆਪਕ ਹੈ। ਅਚੁੱਤ ਮਹਾਪੁਰਖ ਗੁਣ ਖਾਨੀ। ਉਹ ਪਰਮਾਤਮਾ ਅਚੁੱਤ ਹੈ, ਡਿੱਗਦਾ ਨਹੀਂ। ਆਪਾਂ ਸਾਰੇ ਮਾਂ ਦੇ ਪੇਟ ਤੋਂ ਡਿੱਗੇ ਹੋਏ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਨਹੀਂ ਮਾਂ ਦੇ ਪੇਟ ਤੋਂ ਡਿੱਗਿਆ, ਉਹਦਾ ਸਦਾ ਹੀ ਪ੍ਰਕਾਸ਼ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਪ੍ਰਮਾਤਮਾ ਮਹਾਪੁਰਖ ਹੈ, ਗੁਣਾਂ ਦੀ ਖਾਨ ਹੈ। ਪਰਮ ਕਿਰਪਾਲ ਪਰਮ ਸੁਖਦਾਨੀ। ਬੜਾ ਕਿਰਪਾਲੂ ਤੇ ਬੜਾ ਸੁੱਖਾਂ ਦਾ ਦਾਤਾ ਹੈ। ਨਿਰਭਉ ਨਿਰੰਕਾਰ ਨਿਰਕਾਲ। ਕਿਸੇ ਤੋਂ ਡਰਦਾ ਨਹੀਂ, ਉਹ ਨਿਰਭਉ ਹੈ, ਨਿਰੰਕਾਰ। ਉਹਦਾ ਕੋਈ ਚੱਕਰ ਚੇਨ, ਹੱਥ ਪੈਰ ਮੂੰਹ ਨੱਕ ਕੰਨ ਆਕਾਰ ਨਹੀਂ ਹੈ। ਉਹ ਕਾਲ ਤੋਂ ਰਹਿਤ ਹੈ। ਨਿਰਗੁਣ ਸਰਗੁਣ ਰੂਪ ਵਿਸਾਲ। ਉਹ ਨਿਰਗੁਣ ਵੀ ਹੈ ਤੇ ਸਰਗੁਣ ਵੀ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਹ ਸਾਰੇ ਇੰਗੈ ਨਿਰਗੁਣ ਉਂਗੈ ਸਰਗੁਣ, ਕੇਲ ਕਰਤ ਵਿੱਚ ਸੁਆਮੀ ਮੇਰਾ। ਨਗਰ ਮੈਂ ਆਪ ਬਾਹਰ ਫੁਨ ਆਪਨ, ਪ੍ਰਭ ਮੇਰੇ ਕੋ ਸਗਲ ਬਸੇਰਾ। ਆਪੇ ਹੀ ਰਾਜਨ ਆਪੇ ਹੀ ਰਾਇਆ, ਕਹਿ ਕਹਿ ਠਾਕੁਰ ਕਹਿ ਕਹਿ ਚੇਰਾ। ਉਹ ਕਿਤੇ ਨੌਕਰ ਬਣਿਆ, ਕਿਤੇ ਮਾਲਕ ਬਣਿਆ, ਕਿਤੇ ਦੁਕਾਨਦਾਰ ਬਣਿਆ ਤੇ ਕਿਤੇ ਕਸਟਮਰ ਬਣਿਆ, ਕਿਤੇ ਉਹ ਕਸਾਈ ਬਣਿਆ ਤੇ ਕਿਤੇ ਉਹ ਬੱਕਰਾ ਬਣਿਆ, ਉਹ ਕਿਤੇ ਜ਼ਾਲਮ ਬਣਿਆ ਤੇ ਕਿਤੇ ਜ਼ੁਲਮ ਦਾ ਨਾਸ ਕਰਨ ਵਾਲਾ ਧਰਮੀ ਯੋਧਾ ਬਣਿਆ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ। ਸਾਰੀ ਉਹਦੀ ਖੇਡ ਹੈ। ਪ੍ਰਭੂ ਸ਼ੰਭੂ ਨਿਰਭਉ ਸਭ ਸੁਆਮੀ। ਪ੍ਰਭ ਸ਼ੰਭੂ ਆਪਣੇ ਆਪ ਤੋਂ ਹੀ ਸੁਤੇ ਪ੍ਰਕਾਸ਼ ਹੈ। ਸਵੈ ਮੈਨੇ ਆਪਣੇ ਆਪ ਤੋਂ ਮੈਨੇ ਹੋ ਗਿਆ, ਆਪਣੇ ਆਪ ਤੋਂ ਹੀ ਹੋਇਆ, ਉਹਨੂੰ ਕੋਈ ਬਣਾਉਣ ਵਾਲਾ ਨਹੀਂ ਹੈ। ਉਹ ਮਹਾਰਾਜ ਨਿਰਭਉ ਹੈ, ਸਾਰਿਆਂ ਦਾ ਮਾਲਕ ਸੁਆਮੀ ਹੈ। ਮਧੂਸੂਦਨ ਨਿਤ ਅੰਤਰਜਾਮੀ। ਉਹ ਮਧ ਨਾਮ ਦੇ ਦੈਂਤਾਂ ਨੂੰ ਮਾਰਨ ਵਾਲਾ, ਸੂਦ ਨਾਸ ਕਰਨ ਵਾਲਾ ਅੰਤਰਜਾਮੀ ਹੈ। ਜਗ ਜੀਵਨ ਜਗ ਰਚਨ ਵਿਧਾਤਾ। ਉਹ ਸਾਰੇ ਜਗ ਦਾ ਜੀਵਨ ਹੈ। ਹਉ ਗੁਣ ਬੰਦ ਸਗਲ ਕੀ ਜੀਵਨ। ਜਿਤਨੀ ਸ੍ਰਿਸ਼ਟੀ ਹੈ, ਜਿੰਨੇ ਜੀਵ ਹਨ, ਉਹਨਾਂ ਦੇ ਅੰਦਰ ਜਿਹੜੀ ਜੀਵ ਕਲਾ ਹੈ ਉਸੇ ਦੀ ਹੈ। ਜੇ ਉਹ ਨਾ ਹੋਵੇ, ਕੋਈ ਜਿੰਦਾ ਜੀਵ ਹੋਵੇ ਹੀ ਨਾ।
ਇਸ ਕਰਕੇ ਸਭ ਦਾ ਜੀਵਨ ਆਧਾਰ ਹੈ, ਬੇਸ ਹੈ। ਉਹ ਪ੍ਰਮਾਤਮਾ ਜਗ ਨੂੰ ਤਾਰਨ ਵਾਲਾ ਹੈ। ਨਾਰਾਇਣ ਨਰਪਤ ਜਗਦਾਤਾ ਉਹ ਨਾਰਾਇਣ ਨਰਾਂ ਦਾ ਪਤੀ, ਜਗਤ ਦਾ ਦਾਤਾ ਹੈ। ਦੁਸ਼ਟਨ ਗੰਜਨ ਜਨਮਨ ਰੰਜਨ ਕਲਗੀਧਰ ਕਹਿੰਦੇ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਤੇ ਭਗਤਾਂ ਦੇ ਮਨਾਂ ਨੂੰ ਖੁਸ਼ੀਆਂ ਦੇਣ ਵਾਲਾ ਹੈ। ਕਰਤਾ ਪੁਰਖ ਅਨੰਤ ਅਭੰਜਨ ਉਹ ਕਰਤਾ ਪੁਰਖ ਹੈ, ਉਹਦਾ ਅੰਤ ਕੋਈ ਨਹੀਂ, ਉਹਦਾ ਨਾਸ਼ ਵੀ ਨਹੀਂ ਹੁੰਦਾ। ਸਤ ਰੂਪ ਜੋਤਨ ਕੀ ਜੋਤ ਉਹ ਸਤ ਸਰੂਪ ਹੈ, ਸਦਾ ਹੀ ਹੈ, ਅਰੂਪ ਹੈ, ਅਨੂਪ ਹੈ, ਅਜੂ ਹੈ, ਅਭੂ ਹੈ। ਜੇ ਕੋਈ ਕਹੇ ਨਹੀਂ ਹੈ ਤਾਂ ਕਹਿੰਦੇ ਉੱਥੇ ਵੀ ਹੈ, ਨਹੀਂ ਦੇ ਵਿੱਚ ਵੀ ਹੈ ਤਾਂ ਰਹਿਣਾ ਹੀ ਹੈ, ਸੱਤ ਹੈ ਬਸ। ਹੈ ਤਾਂ ਸਹੀ ਲਖੈ ਜੋ ਕੋਈ, ਕਹਿੰਦੇ ਹੈ ਤਾਂ ਸਹੀ, ਅੱਖਾਂ ਨਹੀਂ ਖੋਲ ਤੇਰੇ। ਉਹ ਪਰਮੇਸ਼ਰ ਸਦਾ ਹੀ ਹੈ, ਸਤ ਰੂਪ ਜੋਤਨ ਕੀ ਜੋਤ, ਜਿੰਨੀਆਂ ਜੋਤਾਂ ਹਨ ਉਹਦੀ ਪਰਮ ਜੋਤ ਉਹ ਹੈ। ਜਿੰਨੀ ਸੰਸਾਰ ਦੀ ਜੋਤੀ, ਸੂਰਜ ਦੀ ਜੋਤੀ, ਚੰਦਰਮਾ ਦੀ ਜੋਤੀ, ਤਾਰਿਆਂ ਦੀ ਜੋਤੀ, ਔਰ ਬਿਜਲੀ ਚਮਕਦੀ ਇਹਦੀ ਜੋਤੀ, ਔਰ ਜਿਹੜੀ ਸਾਧ ਸੰਗਤ ਜੀ ਆਪਾਂ ਅੱਗ ਬਾਲਦੇ ਆ ਇਹਦੀ ਜੋਤੀ। ਉਹ ਇੱਕ ਜੁਗਨੂ ਹੁੰਦਾ ਛੋਟਾ ਜਿਹਾ, ਉਹਦੇ ਵਿੱਚ 6 ਜੋਤੀਆਂ ਮੰਨੀਆਂ ਨਾ, 6 ਜੋਤੀਆਂ ਦੇ ਵਿੱਚ ਜੋਤ ਕਿਹੜੀ ਕੰਮ ਕਰ ਰਹੀ? ਪਰਮ ਜੋਤ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਵਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਦਮ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਇਨ ਖਾਲਸ ਜਾਣੈ। ਉਹ ਪਰਮ ਜੋਤ ਹੈ। ਇਹ ਸੱਤਾ ਤੇ ਜਗਤ ਉਦੋਤ ਉਹਦੀ ਸੱਤਾ ਨਾਲ ਇਹ ਜਗਤ ਦਿਸ ਰਿਹਾ ਹੈ। ਇਹ ਜਗਤ ਕਿਹਦੇ ਰਾਹੀਂ ਦਿਸ ਰਿਹਾ? ਉਹਦੀ ਤਾਕਤ ਨਾਲ। ਜੇ ਸਾਡੇ ਅੰਦਰ ਉਹ ਨਾ ਹੋਵੇ, ਆ ਸਾਰੀ ਬਿਲਡਿੰਗ ਹੋਵੇ ਬਣੀ ਹੋਵੇ, ਆਪਾਂ ਇੱਥੇ ਨਾ ਹੋਈਏ, ਕੌਣ ਦੇਖੇਗਾ ਇਹਨੂੰ? ਆਪਣੇ ਅੰਦਰ ਅੱਜ ਇੰਨੀ ਸੰਗਤ ਬੈਠੀ, ਜੇ ਮੇਰੇ ਅੰਦਰ ਚੇਤਨਾ ਨਾ ਹੋਵੇ ਮੈਂ ਤੁਹਾਨੂੰ ਦੇਖ ਹੀ ਨਹੀਂ ਸਕਦਾ। ਤੁਸੀਂ ਆਪਣੇ ਸਾਰੇ ਆਲੇ ਦੁਆਲੇ ਦੇਖ ਲਓ, ਦੇਖ ਰਹੇ ਹੋ ਕਿ ਨਹੀਂ ਸੰਗਤ ਬੈਠੀ? ਕਿਹਦੇ ਆਸਰੇ ਦੇਖ ਰਹੇ ਹੋ? ਉਹ ਜਿਹੜੀ ਅੰਦਰ ਪਰਮ ਜੋਤ ਹੈ, ਉਹ ਜੋਤ ਤੋਂ ਬਿਨਾਂ ਇਹ ਦਿਖਦਾ ਨਹੀਂ ਸੰਸਾਰ। ਦੇਖਣ ਵਾਲਾ ਵੀ ਆਪ ਹੈ ਤੇ ਦਿਸਣ ਵਾਲਾ ਵੀ ਆਪ ਹੈ। ਹਾਂਜੀ, ਪਰਮਾਤਮ ਨਰ ਹਰ ਅਬਿਨਾਸੀ ਉਹ ਪਰਮਾਤਮਾ ਨਰ ਹਰੀ ਹੈ, ਸਾਰਿਆਂ ਮਨੁੱਖਾਂ ਦਾ ਸੁਆਮੀ ਮਾਲਕ ਹੈ। ਨਰ ਨਾਮ ਮਨੁੱਖ ਦਾ, ਹਰੀ ਨਾਮ ਸ਼ੇਰ ਦਾ। ਨਰਸਿੰਘ ਰੂਪ ਧਾਰਨ ਹੋ ਕੇ ਉਹਨੇ ਸਾਧ ਸੰਗਤ ਜੀ ਉਸ ਦੁਸ਼ਟ ਹਰਨਾਕਸ਼ ਨੂੰ ਮਾਰਿਆ ਹੈ। ਹਾਂਜੀ, ਰੂਪ ਨਰੰਗ ਨਾ ਘਟ ਘਟ ਵਾਸੀ ਉਹਦਾ ਕੋਈ ਰੂਪ ਨਹੀਂ, ਕੋਈ ਰੰਗ ਨਹੀਂ, ਘਟ ਘਟ ਵਿੱਚ ਵਸ ਰਿਹਾ ਹੈ। ਪੁਰਸ਼ੋਤਮ ਪਾਵਨ ਦੁਖ ਹਾਰੀ ਉਹ ਸਾਰਿਆਂ ਤੋਂ ਉੱਤਮ ਪੁਰਸ਼ ਹੈ, ਪਵਿੱਤਰ ਹੈ, ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਮਹਿਤ ਮਨੋਹਰ ਆਨੰਦ ਕਾ ਵੱਡਿਆਂ ਤੋਂ ਵੱਡਾ ਹੈ ਤੇ ਮਨ ਨੂੰ ਹਰਨ ਵਾਲਾ ਹੈ ਤੇ ਆਨੰਦ ਦੇਣ ਵਾਲਾ ਹੈ। ਪਦਮਾ ਪਤ ਮਾਧਵ ਗੋਬਿੰਦ ਉਹ ਮਾਇਆ ਪਦਮਾ ਦਾ, ਲక్ష్ਮੀ ਦਾ ਪਤੀ ਹੈ। ਜਿੰਨੀ ਹੈ ਲక్ష్ਮੀ ਹੈ ਨਾ, ਲక్ష్ਮੀ ਕੀ ਹੈ? ਸਾਧ ਸੰਗਤ ਜੀ, ਲਕਸ਼ਣਾ ਸਹਿਤ ਜਾਣੀ ਜਾਂਦੀ ਹੈ। ਲੱਛਣ ਨੇ ਨਾ ਮਾਇਆ ਦੇ ਵੀ, ਆ ਕਾਲਾ ਹੈ, ਪੀਲਾ ਹੈ, ਮੋਟਾ ਹੈ, ਪਤਲਾ ਹੈ, ਵੱਡਾ ਹੈ, ਛੋਟਾ ਹੈ, ਗਰੀਬ ਅਮੀਰ ਹੈ, ਮਾਇਆ ਦਿਸ ਰਹੀ ਹੈ। ਜੋ ਕੁਛ ਦ੍ਰਿਸ਼ਟਾ ਗੋਚਰ ਆਵਤ ਤੱਕ ਉਹ ਮਨ ਮਾਇਆ ਠਹਿਰਾ। ਉਸ ਮਾਇਆ ਦਾ ਪਤੀ ਪਦਮਾਪਤੀ, ਉਹ ਪਦਮਾਪਤੀ ਵਾਹਿਗੁਰੂ ਕਹਿੰਦੇ ਮਾਧਵ, ਮਾਇਆ ਦਾ ਪਤੀ ਸੁਆਮੀ, ਮੁਕੰਦ ਮੁਕਤੀ ਦੇਣ ਵਾਲਾ ਹੈ। ਵਾਹਿਗੁਰੂ ਸਤਿਗੁਰੂ ਮੁਕੰਦ ਵਾਹਿਗੁਰੂ ਹੈ, ਸਤਿਗੁਰੂ ਹੈ, ਮੁਕਤੀ ਦਾਤਾ ਹੈ। ਹਲਦਲ ਹਰਤਾ ਗਰਭ ਪ੍ਰਹਾਰੀ ਮੂਰਖਾਂ ਦੇ ਦਲਾਂ ਨੂੰ ਨਾਸ਼ ਕਰਨ ਵਾਲਾ ਹੈ ਤੇ ਹੰਕਾਰ ਨੂੰ ਤੋੜਨ ਵਾਲਾ ਹੈ। ਰਾਮ ਕ੍ਰਿਸ਼ਨ ਗੋਬਿੰਦ ਮੁਰਾਰੀ ਕਿਤੇ ਉਹ ਰਾਮ ਬਣਿਆ, ਕਿਤੇ ਕ੍ਰਿਸ਼ਨ ਬਣਿਆ, ਕਿਤੇ ਗੋਬਿੰਦ ਬਣਿਆ, ਕਿਤੇ ਮੁਰਾਰੀ ਬਣਿਆ ਹੈ। ਗਨ ਜਨਾਰਦਨ ਬਿਖਵਖ ਸੈਨਾ ਉਹ ਕਿਤੇ ਜਨਾਰਦਨ ਬਣਿਆ ਹੈ, ਕਿਤੇ ਉਹ ਸ਼ਿਵਜੀ ਭਗਵਾਨ ਬਣਿਆ ਹੈ। ਬਿਖ ਜਿਹੜਾ ਜ਼ਹਿਰ ਨੂੰ ਧਾਰਨ ਕਰਨ ਵਾਲਾ, ਉਹਦੀ ਸੈਨਾ ਕਿਹੜੀ ਹੈ? ਸਾਧ ਸੰਗਤ ਜੀ ਕਹਿੰਦੇ ਸ਼ਿਵ ਜੀ ਦੇ ਜ਼ਹਿਰ ਦੇਵਤਿਆਂ ਦੇ ਦੈਂਤਾਂ ਨੇ ਬਾਕੀ ਚੀਜ਼ਾਂ ਵੰਡ ਲਈਆਂ, ਜ਼ਹਿਰ ਨੂੰ ਦੇਵਤੇ ਲੈਣ ਨਾ ਦੈਂਤ ਕੌਣ ਸਾਂਭੇ? ਸ਼ਿਵ ਜੀ ਮਾਰੇ, ਕਹਿੰਦੇ ਲਿਆਓ ਸਾਨੂੰ ਦੇ ਦਿਓ। ਉਹਨਾਂ ਨੇ ਲੈ ਕੇ ਗਲ ਵਿੱਚ ਧਾਰਨ ਕਰ ਲਿਆ। ਅੱਜ ਵੀ ਉਹਨਾਂ ਦੇ ਗਲ ਵਿੱਚ ਜਿੰਨੇ ਸੱਪ, ਠੂਏ, ਬਿੱਛੂ, ਕਿਰਲੀਆਂ, ਵੱਛਰ, ਜਿੰਨਾ ਕੁਛ ਜ਼ਹਿਰ ਨਾਲ ਭਰਿਆ ਹੋਇਆ, ਸ਼ਿਵ ਜੀ ਦੀ ਸੈਨਾ ਸਾਰੀ। ਉਹਦੇ ਤੇ ਕਿਤੇ ਟਿਕਣਾ ਹੀ ਹੈ। ਹੁਣ ਜ਼ਹਿਰ ਨੂੰ ਵੀ ਤਾਂ ਕਿਸੇ ਨੇ ਰੱਖਣਾ ਹੀ ਹੈ। ਕੁਦਰਤ ਦੀ ਕੋਈ ਨਾ ਕੋਈ, ਜਿਵੇਂ ਘਰ 'ਚ ਕੋਈ ਚੀਜ਼ ਹੁੰਦੀ ਆ, ਆਪਾਂ ਕਿਤੇ ਤੇ ਰੱਖਾਂਗੇ ਹੀ। ਪਰਮੇਸ਼ਰ ਦੇ ਘਰ ਵਿੱਚ ਜ਼ਹਿਰ ਵੀ ਹੈ। ਉਹ ਕਿੱਥੇ? ਕਹਿੰਦੇ ਸ਼ਿਵ ਜੀ ਨੇ ਆਪਣੇ ਗਲ 'ਚ ਪਾਇਆ ਹੋਇਆ। ਉਹ ਜ਼ਹਿਰ ਨੂੰ ਵੀ ਧਾਰਨ ਕਰੀ ਬੈਠਾ, ਉਹ ਅੰਮ੍ਰਿਤ ਨੂੰ ਵੀ ਧਾਰਨ ਕਰੀ ਬੈਠਾ। ਕੈਸਾ ਉਹਦਾ ਅਚਰਜ ਸਰੂਪ ਹੈ। ਹਾਂਜੀ, ਕਲਮਲ ਹਰਤਾ ਪੰਕਜ ਨੈਣਾ ਉਹ ਪਾਪਾਂ ਦਾ ਨਾਸ਼ ਕਰਨ ਵਾਲਾ। ਉਹਦੀਆਂ ਕਮਲ ਵਰਗੀਆਂ ਸੋਹਣੀਆਂ ਅੱਖਾਂ ਹਨ। ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਯੋਗੇਸ਼ਵਰ ਕੇ ਧਿਆਨ ਬਸਈਆ ਕਲਗੀਧਰ ਪਾਤਸ਼ਾਹ ਕਹਿੰਦੇ ਉਹ ਵੱਡੇ ਵੱਡੇ ਮਹਾਂਪੁਰਸ਼ਾਂ ਜੋਗੀਆਂ ਦੇ ਧਿਆਨ ਵਿੱਚ ਵਸਦਾ, ਉਹਨਾਂ ਦੇ ਹਿਰਦੇ 'ਚ ਵਸਦਾ। ਹਾਂਜੀ,
श्याम रूप अनूप सुहैया ਉਹ ਸ਼ਿਆਮ ਸਰੂਪ ਹੈ, ਉਪਮਾ ਤੋਂ ਰਹਿਤ ਹੈ ਤੇ ਸਭ ਥਾਂ ਤੇ ਉਹ ਸਹਾਇਤਾ ਕਰਦਾ ਹੈ। खड़ग केत असकेत निरंजन ਉਹ ਖੜਗ ਕੇਤ ਹੈ, ਖੜਗ ਕੇਤ ਮੈਂ ਸ਼ਰਨ ਤਿਆਰੀ। ਇਹ ਕਲਗੀਧਰ ਪਾਤਸ਼ਾਹ ਦੇ ਆਪਣੇ ਰੱਖੇ ਹੋਏ ਨਾਮ ਨੇ ਪਰਮੇਸ਼ਰ ਦੇ, ਕਿਉਂਕਿ ਜੈਸੇ ਸਰੂਪ ਵਿੱਚ ਪਰਮੇਸ਼ਰ ਨੂੰ ਰਾਧੀਏ ਉਸੇ ਰੂਪ 'ਚ ਦਰਸ਼ਨ ਦੇ ਦਿੰਦਾ ਹੈ। ਉਹ ਖੜਗ ਕੇਤ ਹੈ, ਅਸ ਕੇਤ ਹੈ, ਮਾਇਆ ਦੀ ਕਾਲਕ ਤੋਂ ਰਹਿਤ ਨਿਰੰਜਨ ਹੈ। भगतन प्रिय पव ध्यान प्रपंचन ਭਗਤਾਂ ਦਾ ਪਿਆਰਾ ਹੈ ਤੇ ਸੰਸਾਰ ਨੂੰ ਨਾਸ਼ ਕਰਨ ਵਾਲਾ, ਸੰਸਾਰ ਦੇ ਜਨਮ ਮਰਨ ਦੇ ਬੰਧਨ ਮੇਟਣ ਵਾਲਾ ਹੈ। महाकाल बड़ उग्र रूपा ਉਹ ਮਹਾਕਾਲ, ਕਾਲਨ ਕੋ ਕਾਲ, ਮਹਾਕਾਲੂ ਕੋ ਕਾਲ ਹੈ। ਬੜਾ ਉਗਰ ਸਰੂਪ ਹੈ ਉਹਦਾ, ਬੜਾ ਭਿਆਨਕ ਸਰੂਪ ਹੈ ਉਹਦਾ, ਸਭ ਨੂੰ ਖਾ ਜਾਂਦਾ ਹੈ। ਕਾਲ ਰੂਪ ਹੋ ਕੇ ਕਾਲ ਨੇ ਕੋਈ ਚੀਜ਼ ਛੱਡਣੀ ਹੈ? ਆ ਜਿੰਨੇ ਸੋਹਣੇ ਸਰੀਰ ਨੇ ਖਾ ਜਾਣੇ ਨੇ, ਜਿੰਨੀਆਂ ਸੋਹਣੀਆਂ ਬਿਲਡਿੰਗਾਂ ਨੇ ਖਾ ਜਾਣੀਆਂ ਨੇ, ਜਿੰਨੇ ਸਮੁੰਦਰ ਨੇ, ਜਿੰਨੇ ਆਕਾਸ਼ ਚੰਦ ਤਾਰੇ ਗ੍ਰਹਿ, ਸਭ ਨੂੰ ਖਾ ਜਾਂਦਾ। ਕਾਲਨ ਕੋ ਕਾਲ, ਮਹਾਕਾਲੂ ਕੋ ਕਾਲ ਹੈ। ਉਹ ਕਾਲ ਸਰੂਪ ਹੈ, ਅਖੀਰ ਨੂੰ ਸਭ ਕੁਝ ਉਹਦੇ ਵਿੱਚ ਹੀ ਸਮੇਟਿਆ ਜਾਂਦਾ, ਸਭ ਉਹਦੇ ਸਮਾ ਜਾਂਦਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਐਸਾ ਸਰੂਪ ਹੈ। शाहन शाह भूप गण भूपम ਸ਼ਾਹਾਂ ਦਾ ਸ਼ਾਹ ਹੈ, ਰਾਜਿਆਂ ਦਾ ਰਾਜਾ ਹੈ। इत्यादि जिह नाम अपारा ਇਤਿਆਦਿਕ ਜਿਸ ਦੇ ਬੇਅੰਤ ਹੀ ਨਾਮ ਹਨ, ਕਥੇ ਨਾ ਜਾਏ। ਕਿੰਨੇ ਕੋ ਗਣ ਲੇਗਾ ਨਾਮ, ਉਹਦੇ ਨਾਮਾਂ ਦਾ ਕੋਈ ਅੰਤ ਨਹੀਂ ਹੈ। कर विस्तार न पईयत पारा ਮਹਾਰਾਜ ਕਹਿੰਦੇ ਜੇ ਵਿਸਥਾਰ ਕਰੀ ਜਾਈਏ, ਉਹਦੇ ਨਾਮ ਲਈ ਜਾਈਏ, ਉਹਦਾ ਅੰਤ ਨਹੀਂ ਪੈਂਦਾ। सिमरन करन लेन रस रसना ਬਸ ਉਹਦਾ ਤਾਂ ਸਿਮਰਨ ਹੀ ਕਰਨਾ, ਰਸਨਾ ਨਾਲ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹਦੇ ਜਿੰਨੇ ਨਾਮ ਨੇ ਪਿਆਰ ਨਾਲ ਜਪੀ ਜਾਓ, ਇਹੀ ਬਸ ਹੋ ਸਕਦਾ। ਉਹਦੇ ਨਾਮਾਂ ਦਾ ਅੰਤ ਨਹੀਂ ਪੈ ਸਕਦਾ। ਹਾਂਜੀ, सदा सुखेन पर है जम बस नाम ਜਿਹੜਾ ਨਾਮ ਜਪਦਾ ਸਦਾ ਸੁਖੀ ਰਹਿੰਦਾ, ਜਮਾਂ ਦੇ ਵਸ ਨਹੀਂ ਪੈਂਦਾ। ਜਮ ਨੂੰ ਕੁਛ ਨਹੀਂ ਕਹਿ ਸਕਦੇ। जो कृत ग्रह मान सो आछे ਜੋ ਵਾਹਿਗੁਰੂ ਕਰਦਾ, ਹੁਣ ਮਹਾਰਾਜ ਸਿੱਖੀ ਦੀ ਜਾਚ ਦੱਸ ਰਿਹਾ ਅਸੀਂ ਕੀ ਕਰਨਾ। ਕਹਿੰਦੇ ਕਰਨਾ ਕੀ ਹੈ? ਨਾਮ ਜਪਣਾ, ਭਾਣਾ ਮੰਨਣਾ। ਜੋ ਵਾਹਿਗੁਰੂ ਕਰਦਾ ਠੀਕ ਹੈ, ਉਹਦਾ ਭਾਣਾ, ਉਹਦਾ ਹੁਕਮ ਸਿਰ ਮੱਥੇ ਤੇ ਹੈ। तिस मह रहो हर कत सुख बांचे ਜੋ ਕਰਦਾ ਉਹਦੇ ਖੁਸ਼ ਰਹੋ, ਉਹਦੇ ਹੁਕਮ ਵਿੱਚ ਚੱਲੋ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹਾਂਜੀ, तन हंता को त्यागन करिए है ਤੇ ਤਨ ਹੰਤਾ ਤਿਆਗੋ। ਤਨ ਹੰਤਾ ਕੀ? ਆਪਣੇ ਆਪ ਨੂੰ ਸਰੀਰ ਸਮਝਣਾ, ਮੈਂ ਇਹ ਆ। ਇਹ ਛੱਡੋ, ਇਹ ਤਾਂ ਕਿਰਾਏ ਦਾ ਕਮਰਾ ਹੈ। ਅੱਜ ਆਪਾਂ ਇਸ ਕਮਰੇ 'ਚ ਕਿਰਾਏ ਮਹੀਨਾ ਕੱਟ ਲਿਆ, ਇਹ ਕਮਰਾ ਛੱਡ ਕੇ ਦੂਜੇ ਕਮਰੇ ਚਲੇ ਗਏ, ਤੀਜੇ 'ਚ ਕਿਰਾਏਦਾਰ ਬਣ ਗਏ। ਇਦਾਂ ਪਤਾ ਨਹੀਂ ਕਿੰਨੇ ਕਿਦਾਂ ਦੇ ਸਰੀਰ ਧਾਰਨ। ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਛੱਡੋ ਫਿਰ ਵੇ, ਮੈਂ ਤਾਂ ਇਹ ਨਹੀਂਗਾ, ਮੈਂ ਕੁਝ ਹੋਰ ਆ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। प्रभु रजाए हरख अनुसरिय है ਉਸ ਪ੍ਰਭੂ ਦੀ ਰਜਾ ਵਿੱਚ ਰਾਜੀ ਰਵੋ, ਖੁਸ਼ ਰਵੋ। तीनों साधन केवल केरे ਮਹਾਰਾਜ ਕਹਿੰਦੇ ਮੁਕਤੀ ਦੇ ਤਿੰਨੇ ਹੀ ਸਾਧਨ ਨੇ ਖਾਲਸਾ ਜੀ। सतगुर दय बताए बडेरे ਉਹ ਗੁਰੂ ਨਾਨਕ ਨੇ ਸਾਨੂੰ ਦੱਸੇ ਨੇ। भाणा मानन हंता त्यागन ਤਿੰਨ ਸਾਧਨ ਕਿਹੜੇ ਨੇ ਗੁਰੂ ਘਰ ਵਿੱਚ ਮੁਕਤੀ ਦੇ? ਭਾਣਾ ਮੰਨਣਾ ਤੇ ਹੰਗਤਾ ਤਿਆਗਣੀ सतनाम सिमरन दिव लागन ਤੇ ਸਤਨਾਮ ਦੇ ਵਿੱਚ ਬਿਰਤੀ ਟਿਕਾਣੀ। यही परम पद को पहुँचावे ਇਹੀ ਪਰਮ ਪਦ 'ਚ ਪਹੁੰਚਾ ਦਿੰਦੇ ਨੇ। कृपा जिन्हों पर सो चल जावे ਜਿਨ੍ਹਾਂ ਤੇ ਕਿਰਪਾ ਹੁੰਦੀ ਉਹ ਇਸ ਮਾਰਗ ਤੇ ਚੱਲਦੇ ਨੇ, ਆਪਣੇ ਸਰੀਰ ਨੂੰ ਛੱਡ ਕੇ ਤੇ ਭਾਣਾ ਮੰਨਦੇ ਨੇ ਤੇ ਨਾਮ ਜਪਦੇ ਨੇ। वहर क्रिया शस्त्रन अभ्यास ਤੇ ਖਾਲਸੇ ਨੇ ਬਾਹਰ ਦੀ ਕਿਰਿਆ ਕੀ ਕਰਨੀ ਹੈ? ਸ਼ਸਤਰਾਂ ਦਾ ਅਭਿਆਸ ਕਰਨਾ। ਹਮੇਸ਼ਾ ਸ਼ਸਤਰ ਧਾਰੀ ਰਹਿਣਾ ਤੇ ਰੋਜ਼ ਸ਼ਸਤਰ ਵਿਦਿਆ ਦਾ ਅਭਿਆਸ, ਪ੍ਰੈਕਟਿਸ ਕਰਨੀ ਹੈ ਖਾਲਸੇ ਨੇ। पापी दुष्टन करन विनाश ਪਰ ਪਾਪੀ ਦੁਸ਼ਟਾਂ ਦਾ, ਜ਼ਾਲਮਾਂ ਦਾ ਜੜ ਪੁੱਟਣੀ ਦਾ ਨਾਸ ਕਰਨਾ ਉਹਨਾਂ ਦਾ। सतगुर करी परम बख्शीश ਇਹ ਗੁਰੂ ਨੇ ਬਖਸ਼ਿਸ਼ ਕੀਤੀ ਕਲਗੀਧਰ ਜੀ ਖਾਲਸੇ ਨੂੰ। जग के सुख मिलबो जगदीश ਮਹਾਰਾਜ ਕਹਿੰਦੇ ਸੰਸਾਰ ਦੇ ਸੁੱਖ ਵੀ ਮਿਲਣਗੇ ਤੇ ਪ੍ਰਮਾਤਮਾ ਵੀ ਮਿਲੇਗਾ, ਰਾਜ ਵੀ ਮਿਲੇਗਾ। ਖਾਲਸੇ ਨੂੰ ਤੇਗ ਤੇ ਧਾਰਨੀ ਹੋਵੋਗੇ, ਨਾਮ ਜਪੋਗੇ ਤੇ ਪਰਮੇਸ਼ਰ ਵੀ ਮਿਲੇਗਾ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਬਣ ਜਾਓਗੇ। बड़े भाग जागे है जिन केरे ਜਿਨ੍ਹਾਂ ਦੇ ਬਹੁਤ ਵੱਡੇ ਭਾਗ ਜਾਗਦੇ ਨੇ, ਕਿਸਮਤ ਖੁੱਲਦੀ ਹੈ, चले सुमार्ग इसी अछेरे ਉਹ ਇਸ ਮਾਰਗ ਤੇ ਚੱਲਦੇ ਨੇ। जिम अर्जन संग पाखी गीता ਜਿਵੇਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਮੈਦਾਨੇ ਜੰਗ ਵਿੱਚ ਅਰਜਨ ਨੂੰ ਗੀਤਾ ਦਾ ਉਪਦੇਸ਼ ਦਿੱਤਾ ਸੀ। कर्म फलन ते रहो अतीता ਉਹਨਾਂ ਨੇ ਕੀ ਕਿਹਾ ਸੀ? ਅਰਜਨ ਤੂੰ ਯੁੱਧ ਕਰ, ਜਿੱਤ ਹਾਰ ਮੇਰੇ ਤੇ ਛੱਡ ਦੇ, ਕਰਮ ਕਰ, ਫਲ ਦੀ ਇੱਛਾ ਤਿਆਗ ਦੇ। धर्म धरन आयुध को धारी करिय है ਕਿਉਂਕਿ ਤੂੰ ਛਤਰੀ ਹੈ
ਤੇਰਾ ਧਰਮ ਹੈ ਯੁੱਧ ਕਰਨਾ, ਇਸ ਕਰਕੇ ਆਪਣੇ ਧਰਮ ਤੋਂ ਪਿੱਛੇ ਨਾ ਹਟ, ਯੁੱਧ ਕਰ ਹੁਣ। ਆਪਣੀ ਸਾਖੀ ਰੂਪ ਵਿਚਰੀਏ ਹੈ। ਆ ਕਹਿੰਦੇ ਇਹ ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਕਹਿੰਦੇ ਖਾਲਸਾ ਜੀ ਆਪਣੇ ਆਪ ਨੂੰ, ਉਹਨਾਂ ਨੇ ਕਿਹਾ ਸੀ ਤੂੰ ਆਪਣੇ ਆਪ ਨੂੰ ਸਾਖੀ ਰੂਪ ਮੰਨ ਲੈ, ਵੱਖਰਾ ਵਿਟਨੈਸ, ਜੋ ਹੋ ਰਿਹਾ ਉਹ ਦੇਖੀ ਜਾ ਤੇ ਯੁੱਧ ਕਰੀ ਜਾ, ਆਪਣੇ ਆਪ ਨੂੰ ਕਰਤਾ ਨਾ ਬਣ। ਜੇ ਕਰਤਾ ਬਣੇਗਾ ਫਿਰ ਭੋਗਤਾ ਵੀ ਬਣੇਗਾ। ਜੇ ਤੂੰ ਕਹੇਗਾ ਵੀ ਮੇਰਾ ਤਾਂ ਕੰਮ ਹੈ ਵੀ ਡਿਊਟੀ ਕਰਨੀ, ਯੁੱਧ ਕਰਨਾ, ਫਲ ਦੇਣਾ ਪ੍ਰਭੂ ਨੇ, ਹਾਰ ਜਿੱਤ ਉਹਦੇ ਵਾਸ ਹੈ, ਫਿਰ ਤੈਨੂੰ ਬੰਧਨ ਨਹੀਂ ਪਵੇਗਾ। ਹਾਂਜੀ, ਕਥਾ ਖਾਲਸੇ ਪ੍ਰਤ ਉਪਦੇਸ਼, ਅਸੀਂ ਵੀ ਉਹ ਉਪਦੇਸ਼ ਆਪਣੇ ਖਾਲਸੇ ਨੂੰ ਦੇ ਰਹੇ ਹਾਂ ਸਤਨਾਮ ਕੋ ਭਜਨ ਹਮੇਸ਼, ਕਿ ਹਰ ਵੇਲੇ ਸਤਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਕਰੋ, ਜਪੋ। ਰਹਿਰ ਕਰਮ ਰਣ ਕਰਨ ਮਹਾਨੇ, ਅੰਦਰੋਂ ਨਾਮ ਜਪਣਾ ਤੇ ਖਾਲਸੇ ਨੇ ਬਾਹਰੋਂ ਯੁੱਧ ਕਰਨਾ ਹੈ। ਖਾਲਸਾ ਸੋਏ ਜੋ ਕਰਨ ਨਿਤ ਜੰਗ, ਖਾਲਸਾ ਹਰ ਵੇਲੇ ਤਿਆਰ ਪਰ ਤਿਆਰ ਰਵੇ। ਹਾਂਜੀ, ਕਰੋ ਸਦਾ ਸਭ ਵਿਦ ਸੁਖ ਠਾਨੇ, ਕਹਿੰਦੇ ਜਦੋਂ ਇਹ ਕਰੋਗੇ ਤੇ ਲੋਕ ਪਰਲੋਕ ਸੁਖੀ ਹੋ ਜਾਓਗੇ। ਕਰੇ ਸ਼ੁੱਧ ਮਨ ਕੀ ਤਜ ਮੈਲ, ਜਿਹੜਾ ਮਨ ਨੂੰ ਸ਼ੁੱਧ ਕਰਕੇ ਮਨ ਦੀ ਮੈਲ ਛੱਡ ਕੇ ਇਹ ਨਾਮ ਜਪੇਗਾ, ਗਮਨੇ ਸੰਤ ਭਗਤ ਜਿਸ ਗੈਲ, ਜਿਸ ਮਾਰਗ ਤੇ ਸੰਤ ਮਹਾਤਮਾ ਸਾਧੂ ਬ੍ਰਹਮ ਗਿਆਨੀ ਤੁਰੇ ਨੇ ਉਸ ਮਾਰਗ ਤੇ ਖਾਲਸਾ ਤੁਰੇਗਾ। ਸਗਲ ਖਾਲਸੇ ਕੋ ਗੁਰ ਦਇਓ, ਇਹ ਖਾਲਸੇ ਨੂੰ ਦਿੱਤਾ ਜਿਹੜਾ ਲੱਖਾਂ ਸਾਲਾਂ ਦਾ ਤਜਰਬਾ ਸੀ ਰਿਸ਼ੀਆਂ ਮੁਨੀਆਂ ਸਾਧੂਆਂ ਬ੍ਰਹਮ ਗਿਆਨੀਆਂ ਦਾ, ਉਹ ਮਹਾਰਾਜ ਨੇ ਖਾਲਸੇ ਨੂੰ ਦੇ ਦਿੱਤਾ। ਜੋਗੀ ਵੀ ਖਾਲਸਾ, ਗਿਆਨੀ ਵੀ ਖਾਲਸਾ, ਭਗਤ ਵੀ ਖਾਲਸਾ, ਜੋਧਾ ਵੀ ਖਾਲਸਾ, ਸਾਰੇ ਗੁਣ ਖਾਲਸੇ 'ਚ ਪਾ ਦਿੱਤੇ ਨੇ। ਜਿਨ ਕੇ ਭਾਗ ਬੜੇ ਦਿਨ ਲਿਓ, ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਲੈਣਗੇ ਖਾਲਸੇ ਦੀ ਪਦਵੀ। ਕਬ ਸੰਤੋਖ ਸਿੰਘ ਗੁਰ ਕਥਾ, ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਮੇਰੇ ਸਤਿਗੁਰਾਂ ਦੀ ਕਥਾ ਹੈ। ਹੀਨ ਬਨਾਵਨ ਮਮ ਮਤ ਜਥਾ, ਜਿਵੇਂ ਮੇਰੀ ਮੱਤ ਹੈ ਮੈਂ ਉਵੇਂ ਲਿਖ ਰਿਹਾ ਹਾਂ। ਅਤਰਥ ਰਤ ਪੂਰੀ ਕਬ ਕਰ ਤਥਾ, ਜਿਵੇਂ ਮੇਰੇ ਸਤਿਗੁਰੂ ਬੁੱਧੀ ਦੇ ਕੇ ਲਿਖਾ ਰਹੇ ਨੇ ਮੈਂ ਲਿਖ ਰਿਹਾ ਹਾਂ। ਇਹ ਚੌਥੀ ਰੁੱਤ ਸੰਪੂਰਨ ਹੋਈ ਹੈ। ਲੀਨੋ ਸਾਰ ਜਥਾ ਕਿਤ ਮਥਾ, ਇਹ ਕਹਿੰਦੇ ਮੈਂ ਤੱਤ ਕੱਢਿਆ ਸਾਰ, ਜਿਵੇਂ ਘਿਓ ਕੱਢ ਲਈਦਾ ਮੱਖਣ ਵਿੱਚੋਂ। ਦਸ ਪਾਤਸ਼ਾਹਨ ਕੇ ਸੁਭ ਚਰਨ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਕਲਗੀਧਰ ਪਾਤਸ਼ਾਹ 10 ਗੁਰੂ ਸਾਹਿਬਾਂ ਦੇ ਚਰਨ, ਧਰ ਕਰ ਧਿਆਨ ਬਿਗਨ ਕੀ ਹਰਨ, ਮੈਂ 10 ਪਾਤਸ਼ਾਹੀਆਂ ਦੇ ਚਰਨਾਂ ਦਾ ਧਿਆਨ ਧਰ ਕੇ ਆਪਣੇ ਸਾਰੇ ਵਿਘਨ ਦੂਰ ਕੀਤੇ ਨੇ। ਕਵਿਤਾ ਦੇ ਲਿਖਣ ਵਿੱਚ ਬੜੇ ਵਿਘਨ ਹੁੰਦੇ ਨੇ, ਜਦੋਂ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਵਿਘਨ ਦੌੜ ਜਾਂਦੇ ਨੇ। ਹਾਂਜੀ, ਅਬਿਲਾਖਾਂ ਨਿਜ ਪੂਰਨ ਕਰੀ, ਤੇ ਮੇਰੇ ਸਤਿਗੁਰਾਂ ਨੇ ਮੇਰੀ ਇੱਛਾ ਪੂਰੀ ਕਰ ਦਿੱਤੀ ਹੈ। ਦੁਸ਼ਟਨ ਕੀਮਤ ਕਛ ਨਹਿ ਅਰੀ, ਕਹਿੰਦੇ ਦੁਸ਼ਟਾਂ ਦੀ ਰੁਕਾਵਟ ਨਹੀਂ ਕੋਈ ਪਈ ਰਸਤੇ ਵਿੱਚ। ਇਤਨੇ ਬਚਨ ਪ੍ਰਵਾਨ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸੰਗਤ ਇਸ ਚੈਨਲ ਤੇ ਨਵੀਂ ਆਈ ਹੈ, ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ ਜੀ।